ਮੇਰੀ ਜ਼ਿੰਦਗੀ 'ਚ ਮੇਰੀ ਮੰਮੀ, ਮੈਂ ਉਹਨਾਂ ਨੂੰ ਚੋਬਰ ਮੰਨਦਾ ਕਿਉਂਕਿ ਉਹਨਾਂ ਨੇ ਨਾ ਆਪਣੀ ਜ਼ਿੰਦਗੀ 'ਚ ਆਪ ਦਾ ਸਾਰਾ ਕੁਝ ਵਾਰਤਾ ਸਾਡੇ ਲਈ, ਮਤਲਬ ਬੱਚਿਆਂ ਲਈ। ਸੋ ਸਿੱਧੂ ਤੋਂ ਬਹੁਤ ਸਾਰੀ ਦੁਨੀਆ ਇੰਸਪਾਇਰ ਆ। ਇੱਕ ਬੰਦਾ ਜਿਹਨੇ ਆ ਕੇ ਸਿਨੈਰੀਓ ਬਦਲਿਆ ਹੋਵੇ, ਚੀਜ਼ ਹੀ ਬਦਲਤੀ ਹੈ ਨਾ। ਸੋ ਉਹ ਰਿਲੇਟੇਬਲ ਚੀਜ਼ ਆ ਕਿਉਂਕਿ ਉਹਨੇ ਵੀ ਉਹ ਕੀਤਾ, ਕਰਕੇ ਦਿਖਾਇਆ ਪੂਰੀ ਦੁਨੀਆ 'ਚ, ਹੈ ਨਾ। ਸੋ ਉਹ ਕਿਤੇ ਨਾ ਕਿਤੇ ਰਿਲੇਟ ਕਰਦੀ ਹੈ ਚੀਜ਼ ਇਸ ਕਰਕੇ। ਤੁਸੀਂ ਵਿਰਾਟ ਕੋਹਲੀ ਦੀ ਫੋਟੋ ਪਾ ਕੇ ਇੰਸਟਾਗ੍ਰਾਮ ਤੇ ਹਾਂ, ਚੋਬਰ ਲਿਖਿਆ ਹੋਇਆ, ਤੁਹਾਡੇ ਲਈ ਉਹ ਨਹੀਂ ਕਿ ਇੱਕ ਆਪਣੀ ਟੀਮ ਇੰਡੀਆ ਮੈਚ ਹਾਰ ਰਹੀ ਸੀ, ਪਤਾ ਨਹੀਂ ਸੀ ਕੀ ਬਣਨਾ ਹੈ। ਸੋ ਇੱਕ ਬੰਦਾ ਆਇਆ, ਉਹਨੇ ਆ ਕੇ ਰੁੱਖ ਹੀ ਬਦਲਤਾ ਮੈਚ ਦਾ। ਸੋ ਉਹੀ ਚੋਬਰ ਦੀ ਡੈਫੀਨੇਸ਼ਨ ਵੀ ਤਾਂ ਉਹੀ ਆ ਨਾ ਕਿ ਜਦੋਂ ਤੁਸੀਂ ਇੱਕ ਉਹ ਕੰਮ ਕਰ ਦਿੰਦੇ ਆ ਜਿਹੜਾ ਕੰਮ ਮੁਸ਼ਕਲ ਪਾਰ ਕਰਕੇ ਹੀ ਹੋਣਾ ਸੀ, ਤੇ ਜਿਹਨੇ ਕੀਤਾ ਫਿਰ ਉਹੀ ਚੋਬਰ ਆ, ਇੰਡੀਆ ਦਾ ਸੁਪਰਸਟਾਰ। ਉਹ ਬੰਦਿਆਂ ਦੀ ਲਿਸਟ ਆਉਂਦੀ ਹੈ ਕਿ ਤੁਸੀਂ ਆਹ ਸਵਾਲ ਪੁੱਛਣੇ ਆ, ਇਹ ਨਹੀਂ ਪੁੱਛਣੇ। ਸਭ ਤੋਂ ਪਹਿਲਾ ਸਵਾਲ ਇਹ ਸੀ ਕਿ ਤੁਸੀਂ ਇਹਨਾਂ ਨੂੰ ਵਿਆਹ ਬਾਰੇ ਨਹੀਂ ਪੁੱਛਣਾ, ਠੀਕ ਹੈ ਜੀ। ਦੂਜਾ ਸਵਾਲ ਉਹਨਾਂ ਦੇ ਆਪਦੇ ਸੀ ਕਿ ਆਹ ਨਾ ਪੁੱਛੋ, ਆਹ ਨਾ ਪੁੱਛੋ, ਆਹ ਨਾ ਪੁੱਛੋ। ਮੈਂ ਉਹਨਾਂ ਕੋਲ ਬੈਠਾ, ਮੈਂ ਕਿਹਾ ਜੀ ਇੰਟਰਵਿਊ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਕਿਹਾ ਸਰ ਮੇਰੇ ਕੋਲ ਆਹ ਸਵਾਲ ਆਏ ਨੇ, ਮੈਂ ਤਾਂ ਕੋਈ ਸਵਾਲ ਲੈ ਕੇ ਨਹੀਂ ਆਇਆ ਆਪਦੇ ਕੋਲ। ਮੈਂ ਕਿਹਾ ਜੀ ਮੈਂ ਸੌਰੀ ਜੇ ਤੁਹਾਡੇ ਕੋਲ ਕੋਈ ਗਲਤ ਪੁੱਛ ਲਾਂ, ਪਰ ਮੈਂ ਕੋਈ ਤਿਆਰੀ ਕਰਕੇ ਨਹੀਂ ਆਇਆ, ਮੇਰਾ ਜੋ ਜੀ ਕਰੂੰ ਮੈਂ ਪੁੱਛ ਲੂੰਗਾ। ਉਹ ਬੜਾ ਖੁਸ਼ ਹੋਇਆ ਇਹ ਗੱਲ ਸੁਣ ਕੇ। ਉਹ ਕਹਿੰਦੇ ਯਾਰ ਲੈ ਤੂੰ ਜੋ ਮਰਜ਼ੀ ਪੁੱਛ, ਕਹਿੰਦੇ ਨਜ਼ਾਰੇ ਲੈ। ਸੋ ਜਦੋਂ ਮੇਰੀ ਪਹਿਲੀ ਗਰਲਫ੍ਰੈਂਡ ਸੀਗੀ ਜਿਨ੍ਹਾਂ ਨਾਲ ਬ੍ਰੇਕਅਪ ਵੀ ਹੋ ਗਿਆ, ਤਾਂ ਉਹਦਾ ਕਾਰਨ ਵੀ ਇਹੀ ਸੀ ਨਾ ਬੇਸਿਕਲੀ। ਐਂਡ ਤਾਂ ਤੁਸੀਂ ਇੱਥੇ ਕਰ ਦਿੰਦੇ ਤੁਹਾਡੇ ਕੋਲ ਟਾਈਮ ਨਹੀਂ। ਜਦੋਂ ਟਾਈਮ ਨਹੀਂ ਹੋਊਗਾ ਤਾਂ ਫਿਰ ਗਰਲਫ੍ਰੈਂਡ ਵੀ ਨਹੀਂ ਹੋਊਗੀ, ਕਿ ਜੇ ਗਰਲਫ੍ਰੈਂਡ ਹੋਊਗੀ ਫਿਰ ਟਾਈਮ ਹੋਊਗਾ, ਟਾਈਮ ਫਿਰ ਦੇਣਾ ਪਊਗਾ। ਸੋ ਟਾਈਮ ਕਰਕੇ ਮਤਲਬ ਦੂਰ ਰਹਿਣਾ, ਮੈਂ ਦੂਰ ਕੀ ਰਹਿਣਾ, ਬਣ ਹੀ ਨਹੀਂ ਸਕਦਾ ਨਾ। ਮੇਰਾ ਇੱਕ ਛੋਟਾ ਭਰਾ ਜਿਹੜਾ, ਉਹ ਕਹਿੰਦਾ ਕਿ ਵੀਰਾ ਮੇਰਾ ਨਾਂ ਨਹੀਂ ਲੈਂਦਾ ਇੰਟਰਵਿਊ 'ਚ। ਅੱਛਾ। ਕਹਿੰਦਾ ਮੇਰੇ ਯਾਰ ਕਹਿੰਦੇ ਨੇ ਸੱਚੀ ਤੇਰਾ ਭਰਾ ਆ, ਤੇਰਾ ਨਾਂ ਤੇ ਲੈਂਦਾ। ਗਰੁੱਪਿਜ਼ਮ ਐਂਡ ਮੂਵੀ ਮਾਫੀਆ ਦਾ ਸਾਡੇ ਇੱਥੇ ਸਿਨੇਮੇ ਦੇ ਵਿੱਚ ਵੀ ਬਹੁਤ ਜ਼ਿਆਦਾ ਹੁਣ ਟ੍ਰੈਂਡ ਸ਼ੁਰੂ ਹੋ ਗਿਆ। ਤੁਸੀਂ ਐਗਰੀ ਕਰਦੇ ਹੋ? 100%। ਕਿਉਂ ਨਹੀਂ 100%। ਤੁਸੀਂ ਮੇਰੀ ਸੋਚੋ ਗੱਲ, ਇੱਕ ਗੱਲ ਦਾ ਜਵਾਬ ਤੁਸੀਂ ਦਿਓ ਕਿ ਮੇਰੀ ਇੱਕ ਫਿਲਮ ਆਈ ਸ਼ੂਟਰ 2019 'ਚ ਮੈਂ ਸ਼ੂਟ ਕੀਤੀ, 2020 'ਚ 16 ਜਨਵਰੀ ਨੂੰ ਉਹਦਾ ਟ੍ਰੇਲਰ ਆਇਆ। ਉਸ ਤੋਂ ਬਾਅਦ ਉਹ 2022 ਜਨਵਰੀ ਦੇ ਵਿੱਚ ਉਹਦਾ ਥੀਏਟਰ ਰਿਲੀਜ਼ ਹੋਇਆ। 2 ਸਾਲ ਸੀਗੇ। ਹੁਣ ਕੀ ਮੇਰੇ ਕੋਲੇ ਮੇਰੀ ਫਿਲਮ ਨਹੀਂ ਆ ਸਕਦੀ ਸੀ? ਪਹਿਲਾਂ ਆ ਸਕਦੀ ਸੀ। ਕੋਈ ਹੋਰ ਫਿਲਮ ਮੈਂ ਸ਼ੂਟ ਨਹੀਂ ਕਰ ਸਕਦਾ ਸੀ, ਪਰ ਨਹੀਂ ਹੋਣ ਦਿੱਤੀ। ਕਿ ਆਪਾਂ ਕਹੇ ਨਾ ਇੱਕ ਵਾਰੀ ਹੱਥ ਮਿਲਾ ਲਿਆ ਨਾ, ਹੱਥ ਮਿਲਾ ਲਿਆ ਤੇ ਬਸ ਹੱਥ ਮਿਲਾ ਲਿਆ, ਫਿਰ ਤੁਸੀਂ ਸਾਡੇ ਯਾਰ ਆ। ਫਿਰ ਇਹਦਾ ਮਤਲਬ ਇੱਕ ਫੋਨ ਤੇ ਤੁਸੀਂ ਜਿੱਥੇ ਤੁਸੀਂ ਕਹਿ ਤਾ ਉੱਥੇ ਆ ਗਏ, ਜਿੱਥੇ ਅਸੀਂ ਕਹਿ ਤਾ ਉੱਥੇ ਆ ਗਏ। ਲੋੜ ਵੀ ਨਹੀਂ ਕਹਿਣ ਦੀ, ਆਪੇ ਹੀ ਆ ਗਏ। ਤੁਹਾਨੂੰ ਕੋਈ ਦੱਸਣ ਦੀ ਲੋੜ ਨਹੀਂ। ਫਿਰ ਹੱਥ ਮਿਲਾਏ ਦਾ ਮਤਲਬ ਤਾਂ ਆਹੀ ਹੁੰਦਾ। ਪਰ ਇੱਥੇ ਹੱਥ ਮਿਲਾਏ ਦਾ ਮਤਲਬ ਕੁਝ ਹੋਰ ਹੈ। ਇੱਥੇ ਕਹਿੰਦੇ ਨੇ ਹੱਥ ਮਿਲਾ ਲਿਆ, ਹੁਣ ਇਹਨੂੰ ਵਰਤ ਲਓ। ਫਿਰ ਮੈਨੂੰ ਪਤਾ ਲੱਗਿਆ ਕਿ ਹੱਥ ਮਿਲਾਉਣੇ ਘੱਟ ਕਰੀਏ। ਦੋ ਹੀ ਗਾਣੇ ਨੇ। ਉਹ ਵੀ ਮਤਲਬ ਰੱਖ ਲਏ, ਪਰ ਮੈਂ ਕੋਸ਼ਿਸ਼ ਕਰੂੰਗਾ ਆਉਣ ਵਾਲੇ ਥੋੜੇ ਟਾਈਮ ਤੱਕ ਕਿ ਮੇਰੀ ਫਿਲਮ 'ਚ ਗਾਣੇ ਨਾ ਹੋਇਆ ਕਰਨੇ ਆ। ਘਰਦਿਆਂ ਨੂੰ ਕਿਹਾ ਕਿ ਮੰਮੀ ਫੁੱਟਬਾਲ ਖੇਡਣਾ ਮੋਟਰਸਾਈਕਲ 'ਤੇ। ਉਹ ਵਾਲੇ ਸ਼ੋਅ 'ਚ ਚੱਲਿਆ, ਕਹਿੰਦੇ ਫੁੱਟਬਾਲ ਮੋਟਰਸਾਈਕਲ 'ਤੇ ਹੈਗਾ ਤਾਂ ਸਟੰਟ ਸ਼ੋਅ ਸੀ, ਪਰ ਮੈਂ ਆਪਦੇ ਘਰਦਿਆਂ ਨੂੰ ਨਹੀਂ ਕਹਿ ਸਕਦਾ, ਮੇਰੇ ਘਰਦੇ ਅਲਾਓ ਨਹੀਂ ਕਰਨਗੇ। ਅਤੇ ਜਦੋਂ ਪਹਿਲਾ ਐਪੀਸੋਡ ਆਇਆ, ਤੇ ਮੈਂ ਪਹਿਲੇ ਐਪੀਸੋਡ 'ਚ ਨਾ ਉਹਦੇ ਡਿੱਗ ਜਾਂਦਾ ਸੀ। ਜਦੋਂ ਮੈਂ ਡਿੱਗਦਾ ਮੇਰੀ ਮੰਮੀ ਕਹਿੰਦੀ ਤੂੰ ਤਾਂ ਕਹਿੰਦੀ ਫੁੱਟਬਾਲ ਖੇਡਣਾ, ਆਹ ਕੀ ਕਰੀ ਜਾਂਦੇ ਅਸੀਂ। ਸੋ ਮੈਂ ਕਦੀ ਵੀ ਕੰਮ ਕਰਨ ਤੋਂ ਪਹਿਲਾਂ ਨਹੀਂ ਦੱਸਦਾ ਕਿ ਘਰ ਦੇ ਤਾਂ ਫਿਕਰ ਕਰਨਗੇ, ਮਾਂ ਪਿਓ ਨੇ ਉਹ ਆਪਣੇ, ਹੈ ਨਾ। ਸੋ ਮੈਂ ਇਹਦੇ ਵਿੱਚ ਇਹਨਾਂ ਨੂੰ ਦੱਸਿਆ ਨਹੀਂ ਸੀ ਕਿ ਮੈਂ ਮੌਤ ਦੇ ਖੂਹ 'ਚ ਮੋਟਰਸਾਈਕਲ ਚਲਾਉਣਾ। ਸੋ ਜਿੱਥੇ ਵੀ ਉਹਨਾਂ ਨੂੰ ਇਕੱਲੇ ਰਹਿਣਾ ਪੈਂਦਾ ਹੈ, ਜੇ ਮੈਂ ਬਾਹਰ ਚੱਲ ਜਾਂਦਾ, ਮੇਰਾ ਛੋਟਾ ਭਰਾ ਇੱਕ ਹੈ ਨਾ, ਅਤੇ ਉਹਨਾਂ ਨੂੰ ਜੇ ਇਕੱਲੇ ਵੀ ਰਹਿਣਾ ਪੈਂਦਾ ਤਾਂ ਉਹ ਰਹਿੰਦੇ ਨੇ। ਜੋ ਮੁਸ਼ਕਿਲਾਂ ਫੇਸ ਕਰਦੇ ਤਾਂ ਇਕੱਲੇ ਹੀ ਕਰਦੇ ਨੇ। ਸੋ ਉਹਨਾਂ ਨੇ ਬੜੇ ਦੁੱਖ ਹੰਢਾਏ ਨੇ। ਸੋ ਮੇਰੀ ਇੰਸਪੀਰੇਸ਼ਨ ਜਿਹੜੀ ਮੈਂ ਆਪਣੀ ਲਾਈਫ ਦੇ ਵਿੱਚ ਇੰਨਾ ਤੁਸੀਂ ਕਹਿ ਲਓ ਫੋਕਸ ਕਹਿ ਲਓ, ਜਾਂ ਤੁਸੀਂ ਇਹ ਕਹਿ ਲਓ ਕਿ ਮੈਂ ਠੀਕ ਚੱਲ ਰਿਹਾ, ਤਾਂ ਉਹਦੇ ਪਿੱਛੇ ਮੇਰੀ ਮਾਂ ਆ। ਕਿਉਂਕਿ ਉਹਨਾਂ ਨੇ ਇੰਨਾ ਕੁਛ ਦੇਖ ਲਿਆ, ਮੈਂ ਉਹਨਾਂ ਨੂੰ ਕਰਦੇ ਇੰਨਾ ਕੁਛ ਦੇਖ ਲਿਆ, ਇੰਨੇ ਦੁੱਖ ਹੰਢਾਏ ਉਹਨਾਂ ਨੇ। ਤਾਂ ਮੈਨੂੰ ਐਂ ਲੱਗਦਾ ਕਿ ਇਹ ਤਾਂ ਕੋਈ ਗੱਲ ਹੀ ਨਹੀਂ ਹੈ। ਪੰਜਾਬੀ ਫਿਲਮ ਦੇ ਵਿੱਚ ਪਹਿਲੀ ਵਾਰੀ ਇੱਦਾਂ ਦਾ ਕੁਛ ਹੋਇਆ ਜੋ ਮੈਨੂੰ ਲੱਗਦਾ ਪੂਰੇ ਵਰਲਡ ਸਿਨੇਮਾ 'ਚ ਕਦੀ ਨਹੀਂ ਹੋਇਆ, ਕਿ ਇੱਕ ਰਾਈਡਰ ਜਿਹੜਾ ਇੱਕ ਮੌਤ ਦੇ ਖੂਹ 'ਚ ਮੋਟਰਸਾਈਕਲ ਚਲਾਉਣ ਵਾਲਾ ਬੰਦਾ, ਉਹਦੀ ਕਹਾਣੀ 'ਤੇ ਆਧਾਰਿਤ ਕੋਈ ਫਿਲਮ ਬਣੀ ਆ, ਅਤੇ ਉਹ ਜਿਹੜਾ ਐਕਟਰ ਉਹਨੂੰ ਨਿਭਾ ਰਿਹਾ, ਅਤੇ ਉਹਨੇ ਆਪ ਹੀ ਸਾਰਾ ਕੁਛ ਕੀਤਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਜਿਹੜੇ ਸਾਡੇ ਅੱਜ ਦੇ ਸਿਤਾਰੇ ਕਹਿ ਸਕਦੇ ਹਾਂ, ਜਿਹੜੇ ਸਾਡੇ ਅੱਜ ਦੇ ਸਿਤਾਰੇ ਆ, ਉਹਨਾਂ ਦੀ ਚਮਕ ਸ਼ੂਟਰ ਵਰਗੀ ਛਾਪ ਹੈ, ਅਤੇ ਇਸ ਚੋਬਰ ਦਾ ਵੱਖਰਾ ਹੀ ਟਸ਼ਨ ਹੈ। ਸੈਲਫ ਮੇਡ ਆਰਟਿਸਟ ਨੇ ਔਰ ਹਮੇਸ਼ਾ ਬਿਨਾਂ ਰੁਕੇ ਔਂਕੜਾਂ ਨੂੰ ਝੇਲਦੇ ਹੋਏ ਅੱਗੇ ਵਧੀ ਜਾ ਰਹੇ ਨੇ, ਔਰ ਇਸੇ ਤਰ੍ਹਾਂ ਉਹਨਾਂ ਨੇ ਇੱਕ ਬੈਂਚਮਾਰਕ ਵੀ ਸੈੱਟ ਕਰ ਦਿੱਤਾ ਹੈ। ਬਹੁਤ ਬਹੁਤ ਸਵਾਗਤ ਕਰਨਾ ਚਾਹਾਂਗੇ ਜੇ ਰੰਧਾਵਾ ਦਾ। ਸਤਿ ਸ਼੍ਰੀ ਅਕਾਲ। ਪਹਿਲੇ ਤੇ ਠੀਕ ਠਾਕ ਹੋ? ਹਾਂਜੀ ਮੈਂ ਠੀਕ ਹਾਂ ਜੀ। ਓਕੇ, ਨਾਮ ਚੇਂਜ ਕਿਉਂ? ਪਹਿਲੇ ਤਾਂ ਮੈਂ ਇਹੀ ਪੁੱਛਾਂਗੀ। ਇਹਦੇ ਪਿੱਛੇ ਕੋਈ ਇੱਦਾਂ ਰੀਜ਼ਨ ਨਹੀਂ ਹੈਗਾ ਕਿ ਕਿਉਂ। ਮੈਨੂੰ ਇੱਦਾਂ ਲੱਗਦਾ ਕਿ ਬਸ ਦਿਲ ਕੀਤਾ ਚੇਂਜ ਕਰ ਲਿਆ ਤੇ ਕਰ ਲਿਆ ਬਸ। ਓਕੇ, ਕਈਆਂ ਦੇ ਮਾਇੰਡ 'ਚ ਇਹ ਹੁੰਦਾ ਹੈ ਕਿ ਜਿੱਦਾਂ ਅੱਗੇ ਕੁਛ ਲਗਾਤਾ ਜਾਂ ਹਟਾਤਾ, ਤੇ ਸ਼ਾਇਦ ਐਸਟਰੋਲੋਜੀ ਨੂੰ ਫੋਲੋ ਕਰਕੇ ਕੁਛ ਲੋਕ ਕਰਦੇ ਨੇ। ਇਸ ਤਰ੍ਹਾਂ ਦਾ ਕੁਛ ਹੈ?
ਹਰ ਬੰਦੇ ਦੀ ਆਪਣੀ ਆਪਣੀ ਜਰਨੀ ਹੁੰਦੀ ਆ, ਹੈ ਨਾ। ਸੋ ਮੇਰੀ ਜਰਨੀ ਦੇਖ ਕੇ ਮੈਨੂੰ ਲੱਗਦਾ ਕੋਈ ਬੰਦਾ ਇੱਦਾਂ ਕਹੂਗਾ ਕਿ ਇਹਨੇ ਇਸ ਕਰਕੇ ਬਦਲਿਆ ਹੋਊਗਾ ਨਾਮ, ਹੈ ਨਾ। ਸੋ ਮੈਨੂੰ ਐਂ ਲੱਗਦਾ ਹੁੰਦਾ ਕਿ ਜਿਹੜਾ ਨਾਮ ਆ ਉਹ ਬੰਦੇ ਨੇ ਆਪ ਹੀ ਬਣਾਇਆ। ਤੋ ਜਿੱਥੇ ਇੱਕ ਹੈ ਸਗੋਂ ਜ਼ਿਆਦਾ ਮਜ਼ਾ ਆਉਂਦਾ ਕਿ ਯਾਰ ਅੱਛਾ ਇਸ ਨਾਮ ਤੋਂ ਸਾਰੇ ਜਾਣਦੇ ਸੀ, ਹੈ ਨਾ। ਐਂ ਤਾਂ ਹੈ ਨਹੀਂ ਸੀ ਪਹਿਲੇ ਨਾਮ ਨੂੰ ਕੋਈ ਨਹੀਂ ਜਾਣਦਾ ਸੀ, ਸੋ ਪਹਿਲੇ ਨਾਮ ਨੂੰ ਸਾਰੇ ਜਾਣਦੇ ਸੀ ਤੇ ਚਲੋ ਜੀ ਨਾਮ ਬਦਲ ਲੈਂਦੇ। ਉਹ ਇੰਨਾ ਨਹੀਂ ਬਦਲਿਆ ਕਿ ਇੱਕ ਵਰਡ ਹੀ ਹਟਾਇਆ, ਹੈ ਨਾ, ਕਿ ਇਹ ਰੱਖ ਲੈਂਦੇ। ਕਿਉਂਕਿ ਮੈਨੂੰ ਐਂ ਲੱਗਦਾ ਕਿ ਇਹ ਕੋਈ ਬਹੁਤ ਇੰਪੋਰਟੈਂਟ ਜਾਂ ਵੱਡੀ ਗੱਲ ਨਹੀਂ, ਛੋਟੀ ਗੱਲ ਆ ਕਿ ਉਸ ਤੋਂ ਵੀ ਵੱਡਾ ਕਰ ਲਾਂਗੇ। ਇਹ ਵੀ ਨਹੀਂ ਪਤਾ 5 ਸਾਲਾਂ ਨੂੰ ਮੈਂ ਕਹਿੰਦਾ ਕਿ ਯਾਰ ਕੁਝ ਹੋਰ ਰੱਖ ਲੈ। ਓਕੇ, ਕੂਲ। ਜਰਨੀ ਦੀ ਗੱਲ ਕੀਤੀ, ਕਿਹੋ ਜੀ ਜਰਨੀ ਫਿਲਹਾਲ ਚੱਲ ਰਹੀ ਹੈ? ਬਹੁਤ ਵਧੀਆ। ਜੋ ਸੋਚਿਆ ਸੀ, ਜੋ ਸੋਚ ਰਿਹਾ ਹਾਂ ਤੇ ਜਿਹਦੇ ਲਈ ਮਿਹਨਤ ਕਰ ਰਿਹਾ, ਪਰਮਾਤਮਾ ਉਹ ਦੇ ਰਿਹਾ। ਸੋ ਖੁਸ਼ ਹੋ? ਹਾਂ, ਵੈਰੀ ਖੁਸ਼। ਓਕੇ, ਸੋ ਚੋਬਰ ਲਈ ਪਹਿਲਾਂ ਤਾਂ ਤੁਹਾਨੂੰ ਬਹੁਤ ਮੁਬਾਰਕਾਂ ਨੇ। ਥੈਂਕ ਯੂ। ਕਿੰਨੀ ਕੁ ਪ੍ਰੈਕਟਿਸ ਚੱਲੀ ਹੈ? ਅਬ ਮੈਂ ਰੀਲਸ ਵੀ ਵੇਖ ਰਹੀ ਸੀ ਤੁਹਾਡੀਆਂ। ਆਈ ਮੀਨ ਬਹੁਤ, ਮੈਨੂੰ ਨਹੀਂ ਲੱਗਦਾ ਕਿ ਹੁਣ ਤੱਕ ਇਹ ਚੀਜ਼ ਪਹਿਲੇ ਪੰਜਾਬੀ ਇੰਡਸਟਰੀ ਦੇ ਵਿੱਚ ਹੋਈ ਹੈ। ਫਰਸਟਲੀ, ਦੂਸਰੀ ਤੁਸੀਂ ਆਪਣੇ ਸਟੰਟਸ ਖੁਦ ਕੀਤੇ ਨੇ। ਜੀ। ਮੈਨੂੰ ਇਹ ਮੈਂ ਕਹਿ ਸਕਦਾ ਤੇ ਫਕਰ ਨਾਲ ਕਹਿ ਸਕਦਾ ਕਿ ਪੰਜਾਬ ਦੇ ਵਿੱਚ, ਪੰਜਾਬੀ ਫਿਲਮ ਦੇ ਵਿੱਚ ਪਹਿਲੀ ਵਾਰੀ ਇੱਦਾਂ ਦਾ ਕੁਝ ਹੋਇਆ ਜੋ ਮੈਨੂੰ ਲੱਗਦਾ ਪੂਰੇ ਵਰਲਡ ਸਿਨੇਮਾ 'ਚ ਕਦੀ ਨਹੀਂ ਹੋਇਆ, ਕਿ ਇੱਕ ਰਾਈਡਰ ਜਿਹੜਾ ਇੱਕ ਮੌਤ ਦੇ ਖੂਹ 'ਚ ਮੋਟਰਸਾਈਕਲ ਚਲਾਉਣ ਵਾਲਾ ਬੰਦਾ, ਉਹਦੀ ਕਹਾਣੀ ਤੇ ਆਧਾਰਿਤ ਕੋਈ ਫਿਲਮ ਬਣੀ ਆ ਤੇ ਉਹ ਜਿਹੜਾ ਐਕਟਰ ਉਹਨੂੰ ਨਿਭਾ ਰਿਹਾ ਤੇ ਉਹਨੇ ਆਪ ਹੀ ਸਾਰਾ ਕੁਝ ਕੀਤਾ, ਹੈ ਨਾ। ਸੋ ਉਹਦੀ ਇੱਕ ਵੀ ਐਗਜ਼ਾਮਪਲ ਨਹੀਂ ਹੈਗੀ। ਸੋ ਇਸ ਚੀਜ਼ ਲਈ ਮੈਨੂੰ ਖੁਸ਼ੀ ਹੁੰਦੀ ਹੈ ਕਿ ਮੈਂ ਪੰਜਾਬ ਦੇ ਵਿੱਚ ਜੰਮਿਆ ਤੇ ਇੱਥੇ ਦਾ ਰਹਿਣ ਵਾਲਾ, ਤੇ ਮੈਂ ਚਾਹੁੰਦਾ ਕਿ ਮੈਂ ਪੰਜਾਬ ਨੂੰ ਇੱਧਰ ਰਿਪਰੈਜ਼ੈਂਟ ਕਰਾਂ, ਕਿ ਨਵੀਆਂ ਚੀਜ਼ਾਂ ਕਰਾਂ ਜਿਹੜੀਆਂ ਪੰਜਾਬੀ ਤੌਰ ਤੇ ਐਜ਼ ਐਨ ਪੰਜਾਬੀ, ਐਜ਼ ਐਨ ਸਿੱਖ ਕਮਿਊਨਿਟੀ, ਜਿਹੜੀ ਮੇਰੀ ਰਿਸਪੌਂਸਿਬਿਲਿਟੀ ਆ ਕਿ ਸਾਡੀ ਪਛਾਣ ਜਿਹੜੀ ਆਲਰੇਡੀ ਸਾਰੀ ਦੁਨੀਆ ਜਾਣਦੀ ਆ, ਉਹ ਸਾਡੇ ਇਸ ਕੰਮ ਦੇ ਥਰੂ ਵੀ ਜਾਣੇ। ਰਾਈਟ। ਸੋ ਬਹੁਤ ਅੱਛਾ, ਆਈ ਮੀਨ ਤੁਹਾਡਾ ਰਿਹਰਸਲਸ ਰਹੀਆਂ ਨੇ। ਇੱਕ ਚੀਜ਼ ਮੈਂ ਦੇਖੀ, ਤੁਹਾਡੀ ਜਿੰਨੀਆਂ ਵੀ ਇਹ ਵਾਲੀਆਂ ਰੀਲਸ ਬਣਾਈਆਂ ਨੇ ਤੁਸੀਂ ਸਿੱਧੂ ਦੇ ਗਾਣਿਆਂ ਤੇ ਬਣਾਈਆਂ ਨੇ ਮੋਸਟਲੀ। ਹਾਂਜੀ, ਮੈਨੂੰ ਇੱਦਾਂ, ਮੈਂ ਨਾ ਹਮੇਸ਼ਾ ਉਸ ਚੀਜ਼ ਨੂੰ ਬਹੁਤ ਜ਼ਿਆਦਾ ਐਪਰੀਸ਼ੀਏਟ ਕਰਦਾ ਜਿਹੜੀ ਚੀਜ਼ ਕਿਸੇ ਬੰਦੇ ਨੇ ਸੈਲਫ ਮੇਡ ਕੀਤੀ ਹੋਵੇ, ਹੈ ਨਾ। ਬਹੁਤ ਸਾਰੇ ਆਰਟਿਸਟ ਨੇ ਕਿ ਜਿਨ੍ਹਾਂ ਨੇ ਇੱਦਾਂ ਕੀਤਾ ਹੋਵੇ, ਪਰ ਤੁਹਾਨੂੰ ਇੰਸਪੀਰੇਸ਼ਨ, ਤੁਸੀਂ ਇੰਸਪਾਇਰ ਆਪਣੇ ਆਪ ਤੋਂ ਉਦੋਂ ਹੀ ਹੋ ਸਕਦੇ ਜਦੋਂ ਤੁਸੀਂ ਕਿਸੇ ਨੂੰ ਵੀ ਇੰਸਪਾਇਰ ਕਰ ਸਕੋ। ਜੇ ਤੁਸੀਂ ਖੁਦ ਹੀ ਇੰਸਪਾਇਰ, ਤੁਸੀਂ ਕਿਸੇ ਨੂੰ ਕਿੱਥੋਂ ਕਰੋਗੇ? ਸੋ ਸਿੱਧੂ ਤੋਂ ਬਹੁਤ ਸਾਰੀ ਦੁਨੀਆ ਇੰਸਪਾਇਰ ਆ। ਇੱਕ ਬੰਦਾ ਜਿਹਨੇ ਆ ਕੇ ਸਿਨੈਰੀਓ ਬਦਲਿਆ ਹੋਵੇ, ਚੀਜ਼ ਹੀ ਬਦਲਤੀ, ਹੈ ਨਾ। ਸੋ ਉਹ ਰਿਲੇਟੇਬਲ ਚੀਜ਼ ਆ, ਕਿਉਂਕਿ ਉਹਨੇ ਵੀ ਉਹ ਕੀਤਾ, ਕਰਕੇ ਦਿਖਾਇਆ ਪੂਰੀ ਦੁਨੀਆ 'ਚ, ਹੈ ਨਾ। ਸੋ ਉਹ ਕਿਤੇ ਨਾ ਕਿਤੇ ਰਿਲੇਟ ਕਰਦੀ ਹੈ ਚੀਜ਼, ਇਸ ਕਰਕੇ। ਓਕੇ, ਸੋ ਸੱਟ ਵਗੈਰਾ ਦਾ ਵੀ ਹੋਇਆ ਕੁਝ? ਹਾਂਜੀ, ਸੱਟ ਲੱਗੀ ਉੱਥੇ। ਇਹਦੀ ਪ੍ਰੈਕਟਿਸ ਕਰਦੇ ਮੌਤ ਦੇ ਖੂਹ 'ਚ ਚਲਾਉਣਾ ਮੋਟਰਸਾਈਕਲ, ਕੋਈ ਮਤਲਬ ਐ ਤਾਂ ਹੈ ਨਹੀਂ ਗਾ ਕਿ ਤੁਸੀਂ ਚੱਕਿਆ ਮੋਟਰਸਾਈਕਲ ਤੇ ਘੁਮਾ ਲਿਆ, ਪਰ ਮੈਂ ਇੱਦਾਂ ਹੀ ਸੋਚਿਆ ਸੀ ਕਿ ਬਸ ਹੋਇਆ ਤਾਂ ਆਪਾਂ ਘੁਮਾ ਲੈਣਾ। ਕੋਸ਼ਿਸ਼ ਕੀਤੀ ਪਰ ਉਹਦਾ ਨਹੀਂ ਹੋਇਆ ਸੀ। ਪਹਿਲੀ 2 ਵਾਰੀ ਤਾਂ ਮੈਂ ਡਿੱਗਿਆ ਉੱਥੇ। ਸੋ ਮੇਰੀ ਕੂਣੀ ਕਾਣੀ ਤੇ ਸੱਟ ਲੱਗੀ, ਮਾੜੀ ਮੋਟੀ ਜਿਹੜੀ ਲੱਗਣੀ ਸੀ ਉਹ ਲੱਗੀ, ਪਰ ਫਿਰ ਫਾਈਨਲੀ ਕਰ ਲਿਆ। ਪੇਰੈਂਟਸ ਦਾ ਕੀ ਰਿਐਕਸ਼ਨ ਹੈ ਦੇਖਣ ਤੋਂ ਬਾਅਦ ਕਿ ਮਦਰ ਬਹੁਤ ਜ਼ਿਆਦਾ ਮੁੰਡਿਆਂ ਨੂੰ ਲੈ ਕੇ ਪੋਜੈਸਿਵ ਹੁੰਦੀਆਂ ਨੇ? ਇਹ ਨਾ ਮੈਂ ਬੜਾ ਰਿਲੇਟ ਕਰਦਾ ਇਸ ਹਾਲ ਹੀ ਤੁਹਾਡੇ ਕੁਐਸਚਨ ਦੇ ਨਾਲ, ਕਿਉਂਕਿ ਜਦੋਂ ਮੈਂ ਪਹਿਲੀ ਵਾਰੀ ਜਦੋਂ ਸਟੰਟ ਮੇਨੀਆ 'ਚ ਗਿਆ ਸੀ ਨਾ, ਤੇ ਮੈਂ ਘਰਦਿਆਂ ਨੂੰ ਕਿਹਾ ਕਿ ਮੰਮੀ ਫੁੱਟਬਾਲ ਖੇਡਣਾ ਮੋਟਰਸਾਈਕਲ ਤੇ, ਉਹ ਵਾਲੇ ਸ਼ੋਅ 'ਚ ਚੱਲਿਆ। ਕਹਿੰਦੇ ਫੁੱਟਬਾਲ ਮੋਟਰਸਾਈਕਲ ਤੇ ਹੈਗਾ ਤਾਂ ਸਟੰਟ ਸ਼ੋਅ ਸੀ, ਪਰ ਮੈਂ ਆਪਦੇ ਘਰਦਿਆਂ ਨੂੰ ਨਹੀਂ ਕਹਿ ਸਕਦਾ, ਮੇਰੇ ਘਰ ਦੇ ਅਲਾਓ ਨਹੀਂ ਕਰਨਗੇ। ਤੇ ਜਦੋਂ ਪਹਿਲਾ ਐਪੀਸੋਡ ਆਇਆ ਤੇ ਮੈਂ ਪਹਿਲੇ ਐਪੀਸੋਡ 'ਚ ਨਾ ਉਹਦੇ ਡਿੱਗ ਜਾਂਦਾ ਸੀ। ਜਦੋਂ ਮੈਂ ਡਿੱਗਦਾ ਮੇਰੀ ਮੰਮੀ ਕਹਿੰਦੀ ਤੂੰ ਤਾਂ ਕਹਿੰਦੇ ਫੁੱਟਬਾਲ ਖੇਡਣਾ, ਆਹ ਕੀ ਕਰੀ ਜਾਂਦੇ ਅਸੀਂ। ਸੋ ਮੈਂ ਕਦੀ ਵੀ ਕੰਮ ਕਰਨ ਤੋਂ ਪਹਿਲਾਂ ਨਹੀਂ ਦੱਸਦਾ ਕਿ ਘਰ ਦੇ ਤਾਂ ਫਿਕਰ ਕਰਨਗੇ, ਮਾਂ ਪਿਓ ਨੇ ਉਹ ਆਪਣੇ, ਹੈ ਨਾ। ਸੋ ਮੈਂ ਇਹਦੇ ਵਿੱਚ ਇਹਨਾਂ ਨੂੰ ਦੱਸਿਆ ਨਹੀਂ ਸੀ ਕਿ ਮੈਂ ਮੌਤ ਦੇ ਖੂਹ 'ਚ ਮੋਟਰਸਾਈਕਲ ਚਲਾਉਣਾ। ਮੈਂ ਕਿਹਾ ਫਿਲਮ ਸ਼ੁਰੂ ਹੋ ਰਹੀ ਹੈ, ਬਸ ਕੰਮ ਕਰਨਾ, ਮੋਟਰਸਾਈਕਲ ਚਲਾਉਂਦਾ ਮੁੰਡਾ, ਪੀਜੇ ਡਿਲੀਵਰ ਕਰਦਾ। ਉਹ ਤਾਂ ਉਹਨਾਂ ਨੇ ਬਾਅਦ 'ਚ ਦੇਖਿਆ, ਫਿਰ ਉਹ ਪੁੱਛਿਆ ਉਹਨਾਂ ਨੇ ਮੇਰੇ ਇੱਕ ਦੋਸਤ ਨੂੰ ਕਿ ਇਹਨੇ ਆਪ ਚਲਾਇਆ? ਉਹ ਕਹਿੰਦਾ ਨਹੀਂ। ਅੱਛਾ, ਹੁਣ ਪਤਾ ਕਿ ਹੁਣ ਵੀ ਨਹੀਂ ਪਤਾ? ਫਿਰ ਉਹਨੂੰ ਦੱਸਿਆ, ਮੈਂ ਕਿਹਾ ਇਹ ਤਾਂ ਆਪਾਂ ਆਪ ਹੀ ਚਲਾਇਆ। ਅੱਛਾ, ਤੁਸੀਂ ਮੌਤ ਦੇ ਖੂਹ ਦੀ ਗੱਲ ਕੀਤੀ ਹੈ ਨਾ, ਸਰਕਸ 'ਚ ਵੈਸੇ ਤੁਸੀਂ ਗਏ ਹੋ, ਕਦੀ ਦੇਖਿਆ ਹੈ? ਓਕੇ, ਮਤਲਬ ਮੈਂ ਨਹੀਂ ਕਦੀ ਦੇਖਿਆ, ਇਸ ਕਰਕੇ। ਅੱਛਾ, ਨਹੀਂ ਅਸੀਂ ਤਾਂ ਜਦੋਂ ਮੈਂ ਛੋਟਾ ਸੀ, ਮੈਂ ਕਪੂਰਥਲੇ ਤੋਂ ਬਿਲੋਂਗ ਕਰਦਾ ਨਾ, ਤੇ ਉੱਥੇ ਸਾਡੇ ਇੱਕ ਸ਼ਾਲੀਮਰ ਬਾਗ ਆ, ਉੱਥੇ ਸਭ ਤੋਂ ਪਹਿਲਾਂ ਮੌਤ ਦਾ ਖੂਹ ਮੈਂ ਉੱਥੇ ਦੇਖਿਆ ਸੀ। ਜਦੋਂ ਮੈਂ ਦੇਖਿਆ ਮੈਂ ਕਿਹਾ ਯਾਰ ਇੰਨੀ ਦੁਨੀਆ ਇੱਥੇ ਦੇਖਣ ਆਉਂਦੀ ਹੈ, ਫਿਲਮ 'ਚ ਕਿਉਂ ਨਹੀਂ ਦਿਖਾਉਂਦੇ? ਦਿਖਾਉਣਾ ਚਾਹੀਦਾ। ਸੋ ਪਹਿਲੀ ਵਾਰੀ ਉੱਥੇ ਦੇਖਿਆ। ਹੁਣ ਤਾਂ ਚੇਂਜ ਹੋ ਗਿਆ, ਹੁਣ ਉਹ ਪਹਿਲਾਂ ਹੁੰਦਾ ਸੀ ਮੌਤ ਦਾ ਖੂਹ ਬਣਦਾ ਸੀ, ਹੁਣ ਉਹ ਗੋਲ ਬਣਾਉਣ ਲੱਗ ਗਏ, ਗੋਲ ਦੇ ਵਿੱਚ ਘੁੰਮਦਾ, ਹਨਾ। ਹੁਣ ਉਹ ਚੇਂਜ ਹੋ ਗਿਆ। ਬਟ ਇਹ ਬਹੁਤ, ਮਤਲਬ ਇਹ ਬਹੁਤ ਔਖਾ ਨਹੀਂ ਹੈ? ਔਖਾ, ਸਾਰੇ ਕੰਮ ਔਖੇ ਨੇ ਦੁਨੀਆ 'ਚ, ਕੋਈ ਕੰਮ ਸੌਖਾ ਨਹੀਂ ਆ। ਹਰ ਕੰਮ ਔਖਾ ਉਹ ਉਹਨੂੰ ਹੀ ਸੌਖਾ ਲੱਗਦਾ ਜਿਹੜਾ ਉਹ ਕਰਨਾ ਚਾਹੁੰਦਾ। ਸੋ ਮੈਨੂੰ ਲੱਗਦਾ ਕਿ ਇਹ ਮੈਂ ਕਰਨਾ ਚਾਹੁੰਦਾ, ਇਸ ਕਰਕੇ ਮੈਨੂੰ ਔਖਾ ਨਹੀਂ ਲੱਗਦਾ।
ਕਈਆਂ ਨੂੰ ਜਦੋਂ ਤੁਸੀਂ ਇੰਟਰਵਿਊ ਲੈਂਦੇ ਤੁਸੀਂ ਸਵਾਲ ਪੁੱਛਦੇ ਕਈਆਂ ਨੂੰ ਇਹ ਬੜਾ ਔਖਾ ਲੱਗਦਾ ਹੋਊਗਾ, ਜਿੱਦਾਂ ਮੈਨੂੰ ਬਹੁਤ ਔਖਾ ਲੱਗਦਾ ਸੀ ਯਾਰ ਕਿੱਦਾਂ ਪੁੱਛਾਂਗੇ, ਪਰ ਜਿਹੜਾ ਕਰਦਾ ਉਹਨੂੰ ਸੌਖਾ ਹੀ ਲੱਗਦਾ ਹੁੰਦਾ। ਆਰਟਿਸਟ ਲਾਈਫ ਇੰਜੋਏ ਕਰ ਰਹੇ ਹੋ ਫੁੱਲ ਔਨ ਜਾਂ ਪ੍ਰੈਸ਼ਰ ਔਰ ਕਿਤੇ ਨਾ ਕਿਤੇ ਇੱਕ ਭਾਰ ਰਹਿੰਦਾ ਹੈ? ਨਹੀਂ, ਮੈਂ ਆਰਟਿਸਟ ਸਮਝਦਾ ਹੀ ਨਹੀਂ ਆਪਦੇ ਆਪ ਨੂੰ, ਮੈਂ ਇੱਕ ਆਰਟਿਸਟ ਹਾਂ, ਮੈਂ ਇੱਕ ਆਮ ਇਨਸਾਨ ਬਣ ਕੇ ਰਹਿਣਾ ਤੇ ਮੈਂ ਸੋਚਦਾ ਕਿ ਮੈਂ ਆਮ ਇਨਸਾਨ ਹਾਂ, ਇਹ ਮੇਰਾ ਕਿੱਤਾ ਜਿਹੜਾ ਇਹ ਪਰਮਾਤਮਾ ਨੇ ਮੇਰੀ ਡਿਊਟੀ ਲਾਈ, ਮੈਂ ਆਪਦਾ ਕੰਮ ਕਰ ਰਿਹਾ। ਜੇ ਮੈਂ ਇਹ ਕਹਾਂ ਕਿ ਮੈਂ ਕਲਾਕਾਰ ਹਾਂ, ਮੈਂ ਆਰਟਿਸਟ ਹਾਂ, ਤੇ ਨਹੀਂ, ਇਹ ਗੱਲ ਝੂਠ ਹੋਊਗੀ, ਕਿਉਂਕਿ ਪਰਮਾਤਮਾ ਨੇ ਹਰ ਬੰਦੇ ਦੇ ਵਿੱਚ ਇੱਕ ਆਰਟਿਸਟ ਪਾਇਆ ਹੀ ਹੁੰਦਾ, ਹਰ ਬੰਦਾ ਆਰਟਿਸਟ ਆ, ਕਿਸੇ ਦਾ ਲੋਕਾਂ ਨੂੰ ਪਤਾ ਲੱਗ ਜਾਂਦਾ, ਕਿਸੇ ਦਾ ਨਹੀਂ ਲੱਗਦਾ। ਸੋ ਸਾਨੂੰ ਜੇ ਪਰਮਾਤਮਾ ਨੇ ਇਸ ਲਾਇਕ ਬਣਾਇਆ ਤਾਂ ਮੈਨੂੰ ਉਹ ਚੀਜ਼ ਨੂੰ ਆਪਦੇ ਉੱਤੇ ਨਹੀਂ ਲੈਣਾ ਚਾਹੀਦਾ ਕਿ ਮੈਂ ਇੱਕ ਆਰਟਿਸਟ ਹਾਂ, ਮੈਂ ਕਲਾਕਾਰ ਹਾਂ, ਮੇਰਾ ਕੰਮ, ਮੇਰੀ ਡਿਊਟੀ ਹੈ ਐਂਟਰਟੇਨ ਕਰਨਾ, ਉਹ ਮੈਂ ਕਰ ਰਿਹਾ ਜੀ। ਅੱਛਾ, ਤੁਸੀਂ ਆਰਟਿਸਟ ਦੀ ਗੱਲ ਕੀਤੀ, ਤੁਸੀਂ ਬੜੇ ਸਾਰੇ ਆਰਟਿਸਟ ਨੂੰ ਮੈਨੂੰ ਲੱਗਦਾ 300-400 ਹਾਂਜੀ ਹੈ ਨਾ ਤੁਸੀਂ ਇੰਟਰਵਿਊ ਕੀਤੇ ਹੋਏ ਨੇ, ਉਦੋਂ ਦਿਲ ਕਰਦਾ ਸੀ ਉਹਨਾਂ ਨੂੰ ਦੇਖ ਕੇ ਵੀ ਮੈਂ ਆਰਟਿਸਟ ਬਣਾਂਗਾ ਇੱਕ ਦਿਨ? ਨਹੀਂ, ਉਹਨਾਂ ਨੂੰ ਮੈਂ ਪਹਿਲਾਂ ਉਹਨਾਂ ਨੂੰ ਇੰਟਰਵਿਊ ਕਰਨ ਤੋਂ ਪਹਿਲਾਂ ਮੈਂ ਇੱਕ ਫਿਲਮ ਕਰ ਚੁੱਕਿਆ ਸੀ, ਉਹ ਮੈਨੂੰ ਪਹਿਲਾਂ ਪਤਾ ਸੀ ਮੈਂ ਕੰਮ ਤੇ ਕਰਨਾ ਹੀ ਕਰਨਾ। ਓਕੇ, ਹਾਂ, ਇਹ ਸ਼ੋਰ ਸੀਗਾ ਮੈਂ, ਪਰ ਉਸ ਤੋਂ ਪਹਿਲਾਂ ਇਹ ਜਿਹੜੀ ਜਦੋਂ ਚੀਜ਼ ਕਲਿੱਕ ਕੀਤੀ, ਕਿਉਂਕਿ ਮੈਂ ਅਣਜਾਣਪੁਣੇ 'ਚ ਤੁਸੀਂ ਕਹਿ ਲਓ, ਮੈਂ ਪਹਿਲਾਂ ਸਟੰਟ ਕਰਦਾ ਹੁੰਦਾ ਸੀ ਤੇ ਮੈਂ ਇੱਕ ਐਡ ਕੀਤੀ ਇੱਕ ਮੋਟਰਸਾਈਕਲ ਦੀ। ਹੁਣ ਉਹ ਮੈਂ ਐਡ ਕੀਤੀ, ਜਦੋਂ ਮੈਂ ਐਡ ਕਰਕੇ ਹਟਿਆ ਨਾ ਤੇ ਮੈਂ ਟੀਵੀ ਦੇ ਉੱਤੇ ਜਦੋਂ ਦੇਖਿਆ ਤੇ ਉੱਥੇ ਮੇਰਾ ਮੂੰਹ ਨਹੀਂ ਆਇਆ ਕਿ ਹੋਰ ਹੀਰੋ ਦਾ ਫੇਸ ਹੈ। ਉਹ 'ਚੋਂ ਗਲਤ ਥੋੜੀ ਨੇ, ਉਹਨਾਂ ਦੀ ਤਾਂ ਪਹਿਲਾਂ ਹੀ ਗੱਲ ਸੀ, ਪਰ ਮੈਨੂੰ ਨਹੀਂ ਪਤਾ ਸੀ, ਮੈਨੂੰ ਲੱਗਾ ਮੈਂ ਹੀ ਆਉਣਾ ਹੈ। ਉਦੋਂ ਮੈਨੂੰ ਪਤਾ ਲੱਗਿਆ ਕਿ ਉਹ ਇਹ ਤਾਂ ਗੜਬੜ ਹੈ ਜੀ, ਕਿ ਮੈਂ ਉਹ ਕੰਮ ਕਰੂੰਗਾ ਜਿਹੜਾ ਲੋਕ ਮੇਰਾ ਦੇਖ ਵੀ ਸਕਣ, ਹਨਾ। ਫਿਰ ਮੈਂ ਉਦੋਂ ਤੋਂ ਹੀ ਇਸ ਚੀਜ਼ ਦੇ ਵਿੱਚ ਸੀਗਾ ਕਿ ਮੈਂ ਅੱਗੇ ਰਹਿਣਾ ਗਾ, ਉਹਦੇ ਪਿੱਛੇ ਨਹੀਂ ਰਹਿਣਾ ਆਪਾਂ, ਹਨਾ। ਪਰ ਜਦੋਂ ਮੈਂ ਕਿਸੇ ਆਰਟਿਸਟ ਦੇ ਨਾਲ ਬਹਿੰਦਾ ਸੀ, ਉਹ ਮੇਰੀ ਇੱਕ ਜਰਨੀ ਸੀ, ਇੱਕ ਚੀਜ਼ਾਂ ਸਿੱਖਣ ਲਈ ਕਿ ਕਲਾਕਾਰ ਕੀ ਸੋਚਦੇ ਨੇ, ਕੀ ਹੁੰਦੇ ਨੇ। ਤਾਂ ਹੀ ਮੈਂ ਕਹਿੰਦਾ ਮੈਂ ਆਰਟਿਸਟ ਨਹੀਂ ਹਾਂ, ਮੈਂ ਇੱਕ ਆਮ ਇਨਸਾਨ ਹਾਂ। ਕਿਉਂਕਿ ਜਦੋਂ ਮੈਂ ਜਿੱਥੇ ਕਲਾਕਾਰੀ ਆ ਜਾਂਦੀ ਹੈ, ਕਲਾਕਾਰੀ ਕੀ ਆ, ਕਲਾਕਾਰੀ ਪਰਦੇ ਲਈ ਬਣੀ ਆ, ਪਰ ਅੱਜ ਕੱਲ੍ਹ ਲੋਕ ਰੀਅਲ ਜ਼ਿੰਦਗੀ 'ਚ ਵੀ ਕਲਾਕਾਰ ਨੇ, ਸੋ ਆਪਾਂ ਉਹ ਤੋਂ ਦੂਰ ਆ। ਦੂਰ, ਜਦੋਂ ਤੁਸੀਂ ਕਿਹਾ ਕਿ ਦੂਰ ਹੋ, ਹੈ ਨਾ, ਦੂਰ ਹੋਣ ਦੀ ਵਜ੍ਹਾ ਕੀ ਹੈ? ਕੋਈ ਵਜ੍ਹਾ ਨਹੀਂ ਇਹਦੇ 'ਚ, ਤੁਸੀਂ ਹਰ ਬੰਦਾ ਦਾ ਆਪਣਾ ਸੁਭਾਅ ਹੁੰਦਾ। ਮੈਨੂੰ ਆਇਆ ਕਿ ਮੈਂ ਅਸਲੀਅਤ ਦੇ ਨੇੜੇ ਰਵਾਂ, ਜਿਹੜੇ ਲੋਕ ਮੈਨੂੰ ਜਾਣਦੇ ਨੇ ਉਹ ਐ ਨਾ ਕਹਿਣ ਯਾਰ ਇੱਦਾਂ ਦਾ ਤੂੰ ਬੰਦਾ ਨਹੀਂ। ਜੇ ਤੁਹਾਨੂੰ ਐ ਕਹਿਣਾ ਸੁਣਨਾ ਪੈ ਗਿਆ, ਆਪਣਾ ਆਪਣਾ ਸੁਭਾਅ। ਕਈ ਲੋਕ ਇਸ 'ਚ ਮਾਹਿਰ ਹੁੰਦੇ ਨੇ, ਕਈ ਲੋਕ ਤੁਹਾਨੂੰ ਪਤਾ ਹੀ ਨਹੀਂ ਲੱਗਣ ਦਿੰਦੇ, ਅਸਲ 'ਚ ਕੁਛ ਹੋਰ ਤੇ ਸਾਹਮਣੇ ਕੁਛ ਹੋਰ। ਨਹੀਂ ਜੀ, ਗਲਤ ਕੰਮ ਨਹੀਂ ਕਰਨੇ ਚਾਹੀਦੇ, ਐ ਨਹੀਂ ਕਰਨਾ ਚਾਹੀਦਾ, ਆਹ ਨਹੀਂ ਹੋਣਾ ਚਾਹੀਦਾ, ਆਹ ਨਹੀਂ ਹੋਣਾ ਚਾਹੀਦਾ। ਮੈਂ ਜੋ ਐਕਚੁਅਲ 'ਚ ਮੈਂ ਉੱਦਾਂ ਦਾ ਹੀ ਹਾਂ, ਮੈਂ ਉੱਦਾਂ ਦਾ ਹੀ ਰਹਿਣਾ ਚਾਹੁੰਦਾ। ਜੇ ਉਹ 'ਚ ਮੇਰੀ ਕੋਈ ਚੰਗੀ ਕੁਆਲਿਟੀ ਉਹ ਵੀ ਪਤਾ ਹੋਣੀ ਚਾਹੀਦੀ, ਜੇ ਮਾੜੀ ਆ ਉਹ ਵੀ ਪਤਾ ਹੋਣੀ ਚਾਹੀਦੀ। ਜਿਹੜੇ ਕਲਾਕਾਰ ਹੁੰਦੇ ਨੇ ਉਹ ਮਾੜੀ ਤਾਂ ਦੱਸਦੇ ਨਹੀਂ, ਚੰਗੀ ਉਹ ਦੱਸਦੇ ਆ ਕਿ ਅਸੀਂ ਇੰਨੇ ਮਹਾਨ ਆ, ਹਾਲਾਂਕਿ ਕੋਈ ਵੀ ਮਹਾਨ ਨਹੀਂ ਹੈਗਾ ਇੱਥੇ। ਸੋ ਇਸ ਕਰਕੇ ਓਕੇ, ਸੋ ਤੁਸੀਂ ਐਕਟਿੰਗ ਕਰਦੇ ਹੋ? ਮੈਂ ਪੁੱਛ ਰਹੀ ਹਾਂ ਕਿਉਂਕਿ ਮੈਨੂੰ ਸ਼ੂਟਰ ਦੇਖ ਕੇ ਬਿਲਕੁਲ ਵੀ ਨਹੀਂ ਲੱਗਾ ਕਿ ਨਹੀਂ ਕਰਦੇ ਨਾ, ਉਹ ਇਸ ਕਰਕੇ ਕਿਉਂਕਿ ਉਹ ਰਿਐਲਿਟੀ ਦੇ ਨੇੜੇ ਰਹਿੰਦਾ। ਜੇ ਮੈਂ ਫਿਰ ਉਹ ਜਿਹੜੀ ਮੈਂ ਗੱਲ ਦਾ ਜਵਾਬ ਦਿੱਤਾ ਤੁਹਾਨੂੰ, ਜੇ ਮੈਂ ਐਕਟਿੰਗ ਕਰੂੰਗਾ ਫਿਰ ਮੈਂ ਲੋਕਾਂ ਨੂੰ ਦਿਖਾਊਂਗਾ ਕਿ ਮੈਂ ਇੱਦਾਂ ਦਾ, ਜੇ ਮੈਂ ਐਕਟਿੰਗ ਕਰੂੰਗਾ। ਜੇ ਮੈਂ ਐਕਟਿੰਗ ਨਹੀਂ ਕਰੂੰਗਾ, ਮੈਂ ਕਿਰਦਾਰ ਫਿਲਮ ਦਾ ਫੋਲੋ ਕਰੂੰਗਾ, ਤੇ ਮੈਨੂੰ ਲੋਕਾਂ ਨੂੰ ਇਹ ਦੱਸਣਾ ਨਹੀਂ ਪਊਗਾ ਮੈਂ ਕਿੱਦਾਂ ਦਾ। ਮੈਂ ਜਿੱਦਾਂ ਦਾ ਮੈਂ ਉੱਦਾਂ ਦਾ ਹੀ ਹਾਂ, ਜਿਹੜਾ ਤੁਸੀਂ ਫਿਲਮ 'ਚ ਦੇਖੋਗੇ ਉਹਦਾ ਕਿਰਦਾਰ ਕਿੱਦਾਂ ਦਾ ਉਹ ਉੱਦਾਂ ਦਾ ਹੀ ਰਹੂਗਾ। ਰਾਈਟ। ਸੋ ਮੇਰੀ ਕੋਸ਼ਿਸ਼ ਇਹ ਹੁੰਦੀ ਕਿ ਐਕਟਿੰਗ ਦੀ ਤਾਂ ਕੋਈ ਡੈਫੀਨੇਸ਼ਨ ਹੈ ਨਹੀਂ। ਸੋ ਲੋਕਾਂ ਨੂੰ ਤੁਸੀਂ ਭਰੋਸਾ ਦਿਵਾਉਣਾ ਕਿ ਜਿਹਨੂੰ ਤੁਸੀਂ ਦੇਖ ਰਹੇ ਹੋ ਉਹ ਬੰਦਾ ਇੱਦਾਂ ਦਾ, ਉਹਦੀ ਜ਼ਿੰਦਗੀ 'ਚ ਆ ਹੋਇਆ ਸੀ, ਉਹਨੇ ਆ ਕੀਤਾ ਤੇ ਹੁਣ ਅੱਗੇ ਆ ਕਰੂਗਾ। ਬਟ ਬਹੁਤ ਹੀ ਕਹਿ ਸਕਦੇ ਆ ਵੀ ਬਹੁਤ ਸੂਦਿੰਗ, ਬਹੁਤ ਕਾਮ, ਬਹੁਤ ਫਲੈਕਸੀਬਲ ਤੁਸੀਂ ਉਸ ਕਰੈਕਟਰ ਨੂੰ ਪਲੇ ਕੀਤਾ। ਮੇਰੇ ਲਈ ਬੜੀ ਵੱਡੀ ਗੱਲ ਆ ਕਿ ਇੱਕ ਫਿਲਮ ਦੇਖ ਕੇ ਤੁਸੀਂ ਵੀ ਇਦਾਂ ਕਹਿੰਦੇ, ਸਾਰੇ ਇਦਾਂ ਕਹਿੰਦੇ ਆ। ਹਾਲਾਂਕਿ ਇੱਕ ਫਿਲਮ ਤੋਂ ਕਦੀ ਕੋਈ ਆਰਟਿਸਟ ਜੱਜ ਨਹੀਂ ਹੁੰਦਾ ਜੀ। ਤੁਸੀਂ ਕਈ ਵਾਰੀ ਐਵੇਂ ਹੁੰਦਾ, ਤੁੱਕਾ ਵੀ ਲੱਗ ਜਾਂਦਾ, ਤੁਸੀਂ ਮੇਰੀ ਦੂਜੀ ਫਿਲਮ ਦੇਖ ਕੇ ਕਹੋ ਨਹੀਂ ਯਾਰ ਮੈਂ ਗਲਤ ਕਹਿੰਦਾ ਸੀ, ਹਨਾ। ਪਰ ਇਹ ਬਹੁਤ ਵੱਡੀ ਗੱਲ ਆ, ਰੱਬ ਨੇ ਪਰਮਾਤਮਾ ਨੇ ਮੇਰੀ ਝੋਲੀ ਇਹ ਗੱਲ ਪਾਈ ਹੈ ਕਿ ਮੇਰੀ ਇੱਕ ਫਿਲਮ ਤੋਂ ਲੋਕ ਇੱਦਾਂ ਕਹਿੰਦੇ ਨੇ, ਸਾਰੇ ਮੈਨੂੰ ਐਪਰੀਸ਼ੀਏਟ ਕਰਦੇ ਨੇ, ਤੇ ਇਹਦੀ ਥੋੜੀ ਜਿਹੀ ਜ਼ਿੰਮੇਵਾਰੀ ਲੈ ਕੇ ਚੱਲਦਾ ਕਿ ਮੈਂ ਅੱਗੇ ਵੀ ਲੋਕਾਂ ਨੂੰ ਨਿਰਾਸ਼ ਨਾ ਕਰਾਂ ਆਪਣੇ ਕੰਮ ਦੇ ਨਾਲ। ਸੋ ਜਿਹੜੀ ਐਕਟਿੰਗ ਕਰਨੀ ਉਹ ਮੈਂ ਸਿੱਖੀ ਆ ਜਦੋਂ ਮੈਂ ਹੋਸਟ ਸੀ, ਮੈਂ ਇੰਟਰਵਿਊ ਕਰਦਾ ਸੀ, ਉਦੋਂ ਮੈਨੂੰ ਪਤਾ ਲੱਗਦਾ ਸੀ ਕਿ ਯਾਰ ਇਹ ਕਈ ਲੋਕ ਐਕਟ ਕਰਦੇ ਆ ਨਾ ਤੁਹਾਡੇ ਸਾਹਮਣੇ, ਤਾਂ ਯਾਰ ਇਹ ਕੰਮ ਨਹੀਂ ਕਰਨੇ ਆਪਾਂ। ਫਿਲਮ ਵੀ ਇੱਕ ਬੇਸਿਕਲੀ ਉਹੀ ਹੈ, ਤੁਸੀਂ ਇੱਕ ਰੀਅਲ ਕਿਰਦਾਰ ਨੂੰ ਰਿਪਰੈਜ਼ੈਂਟ ਕਰ ਰਹੇ ਹੋ। ਸੋ ਜਦੋਂ ਤੁਸੀਂ ਇਹ ਸੋਚ ਕੇ ਬੋਲੋਗੇ ਕਿ ਇੱਕ ਡਾਇਲੋਗ ਆ ਤੇ ਉਹ ਲੱਗੂਗਾ ਲੋਕਾਂ ਨੂੰ ਡਾਇਲੋਗ, ਜੇ ਤੁਸੀਂ ਇਹ ਸੋਚੋਗੇ ਕਿ ਇਹ ਗੱਲ ਮੇਰੀ ਆ ਫਿਰ ਉਹ ਲੱਗੂਗੀ ਨਹੀਂ। ਇਸ ਕਰਕੇ ਉਹ ਸ਼ਾਇਦ ਲੋਕਾਂ ਨੂੰ ਲੱਗਦਾ ਯਾਰ ਪਤਾ ਹੀ ਨਹੀਂ ਲੱਗਦਾ ਐਕਟਿੰਗ ਕਰ ਰਿਹਾ। ਹਾਂ, ਰਾਈਟ। ਸੋ ਬਹੁਤ ਹੀ ਆਈ ਮੀਨ ਰੀਅਲੀ ਗੁੱਡ ਔਰ ਅਪਰੀਸ਼ੀਏਬਲ ਟੂ। ਜੇ ਕਿਹੜੇ ਐਕਟਰ ਨੂੰ ਦੇਖ ਕੇ ਸ਼ੁਰੂ ਤੋਂ ਮਾਈਂਡ ਦੇ ਵਿੱਚ ਇੱਕ ਉਹ ਫੈਕਟਰ ਰਿਹਾ, ਉਹ ਫੈਂਟੇਸੀ ਰਿਹਾ ਵੀ ਹਾਂ ਇਹ ਮੈਂ ਹੀ ਹਾਂ ਔਰ ਮੈਂ ਇਹੀ ਕਰਨ ਵਾਲਾ? ਯਾਰ ਮੈਨੂੰ ਨਾ ਜੌਨੀ ਡੈਪ ਬਹੁਤ ਘੈਂਟ ਲੱਗਦਾ, ਔਰ ਪਾਇਰੇਟਸ ਆਫ ਕੈਰੀਬੀਅਨ ਫਿਲਮ ਬੜੀ ਘੈਂਟ ਲੱਗਦੀ। ਮੈਂ ਉਹਨਾਂ ਤੋਂ ਮੈਂ ਇਹ ਨਹੀਂ ਕਹਿ ਸਕਦਾ ਕਿ ਬਈ ਉਹਨਾਂ ਨੂੰ ਦੇਖ ਕੇ ਮੈਂ ਐਕਟਿੰਗ ਸ਼ੁਰੂ ਕੀਤੀ,
ਕਿਉਂਕਿ ਉਹਨਾਂ ਨੇ ਵੀ ਕਿਸੇ ਨੂੰ ਦੇਖ ਕੇ ਕੀਤੀ ਹੋਣੀ ਹੈ ਹਨਾ ਉਹਨਾਂ ਨੇ ਉਹ ਮੁਕਾਮ ਹਾਸਿਲ ਕੀਤਾ ਤਾਂ ਮੈਂ ਗੱਲ ਕਰ ਰਿਹਾ ਉਹਨਾਂ ਬਾਰੇ ਸੋ ਇੱਕ ਦਿਨ ਮੈਂ ਵੀ ਉਹ ਮੁਕਾਮ ਹਾਸਿਲ ਕਰਨਾ ਚਾਹੁੰਦਾ ਜਿਹਨੂੰ ਦੇਖ ਕੇ ਕੱਲ ਨੂੰ ਹੋਰ ਲੋਕ ਵੀ ਗੱਲ ਕਰਨ ਸੋ ਇਦਾਂ ਨਹੀਂ ਹੈ ਕਿ ਕਿਸੇ ਨੂੰ ਦੇਖ ਕੇ ਪਰ ਹਾਂ ਮੈਨੂੰ ਐ ਹੁੰਦਾ ਕਿ ਮੈਂ ਆਪਦੀ ਕੰਮ ਨੂੰ ਇੰਨੀ ਓਨੈਸਟੀ ਦੇ ਨਾਲ ਕਰਾਂ ਇੰਨਾ ਦਿਲੋਂ ਕਰਾਂ ਕਿ ਲੋਕ ਉਹਨੂੰ ਕਹਿਣ ਕਿ ਯਾਰ ਇਦਾਂ ਦਾ ਕਰਨਾ ਜੀ ਜੇ ਤੁਸੀਂ ਪੂਰਾ ਆਪਣੀ ਮੈਨੂੰ ਲੱਗਦਾ ਵਾਹ ਲਾਤੀ ਹੋਣੀ ਆ ਉਸ ਕਰੈਕਟਰ ਨੂੰ ਪਲੇ ਕਰਨ ਦੇ ਵਿੱਚ ਇੱਕ ਆਰਟਿਸਟ ਦੇ ਲਈ ਕਿੰਨਾ ਔਖਾ ਹੁੰਦਾ ਹੈ ਜਦੋਂ ਆਪਣਾ 100% ਦੇਣ ਤੋਂ ਬਾਅਦ ਤੁਸੀਂ ਦੇਖਦੇ ਹੋ ਕਿ ਚੀਜ਼ਾਂ ਉਸ ਤਰੀਕੇ ਦੇ ਨਾਲ ਡਿਲੀਵਰ ਕਰਵਾਈਆਂ ਹੀ ਨਹੀਂ ਗਈਆਂ ਜਾਂ ਹੋਈਆਂ ਹੀ ਨਹੀਂ ਗਈਆਂ ਬੇਸਿਕਲੀ ਇਹ ਗੱਲ ਹੁੰਦੀ ਆ ਕਿ ਜਦੋਂ ਤੁਸੀਂ ਘਰੋਂ ਨਿਕਲਦੇ ਆ ਨਾ ਤੁਹਾਨੂੰ ਜੇ ਗੱਡੀ ਚਲਾਉਣੀ ਆਉਂਦੀ ਤੁਸੀਂ ਗੱਡੀ ਚਲਾ ਕੇ ਚਲੇ ਜਾਓਗੇ ਘਰੇ ਹੁਣ ਜੇ ਮੈਂ ਗੱਡੀ ਚਲਾ ਕੇ ਆਫਿਸ ਜਾ ਕੇ ਪੁੱਛੇ ਬੰਦਾ ਕਿ ਵੀ ਗੱਡੀ ਚਲਾਉਣੀ ਕਿੰਨੀ ਔਖੀ ਸੀ ਉਹ ਕਹੂਗਾ ਕਿੱਦਾਂ ਸਵਾਲ ਕਰੀ ਜਾਂਦਾ ਤੂੰ ਇਹ ਤਾਂ ਮੈਂ ਰੋਜ਼ ਕਰਦਾ ਸੋ ਉਹ ਤੁਹਾਡੀ ਜੌਬ ਆ ਤੁਹਾਨੂੰ ਪਤਾ ਨਹੀਂ ਲੱਗਦਾ ਐਕਟਿੰਗ ਕਰਨੀ ਆ ਇਸ ਕੰਮ ਨੂੰ ਕਰਨਾ ਹੀ ਮੇਰੀ ਜੌਬ ਆ ਉਹਦੇ 'ਚ ਮੈਂ ਇਹ ਨਹੀਂ ਕਹਿ ਸਕਦਾ ਮੈਂ 200% ਦਿੱਤਾ ਉਹ ਮੇਰਾ ਕੰਮ ਆ ਉਹ ਮੈਨੂੰ ਦਿੱਤਾ ਗਿਆ ਉਹੀ ਮੈਂ ਕਰਨਾ ਚਾਹੁੰਦਾ ਸੀ ਐ ਤਾਂ ਹੈ ਨਹੀਂ ਕਿ ਮੈਨੂੰ ਕਿਸੇ ਨੇ ਫੋਰਸ ਕੀਤਾ ਸੋ ਜਦੋਂ ਕੋਈ ਚੀਜ਼ ਤੁਸੀਂ ਆਪਣੀ ਚਾਹ ਨਾਲ ਕਰਦੇ ਆ ਉਹਦੇ 'ਚ ਕੁਛ ਵੀ ਚੀਜ਼ ਤੁਹਾਡੇ ਤੇ ਫੋਰਸਫੁਲ ਨਹੀਂ ਹੁੰਦੀ ਉਹ ਬੜੀ ਸਮੂਥ ਹੁੰਦੀ ਆ ਹਾਂ ਉਹ ਚੀਜ਼ ਲੋਕਾਂ ਤੱਕ ਪਹੁੰਚਦੀ ਹੈ ਕਿ ਨਹੀਂ ਪਹੁੰਚਦੀ ਉਹ ਅਲੱਗ ਬੰਦੇ ਦੀ ਜੌਬ ਆ ਜੇ ਉਹ ਬੰਦਾ ਆਪਦੀ ਜੌਬ ਨਹੀਂ ਕਰ ਰਿਹਾ ਤੇ ਇਹਦਾ ਇਹ ਮਤਲਬ ਨਹੀਂ ਕਿ ਮੈਂ ਆਪਦੀ ਜੌਬ ਸਹੀ ਨਹੀਂ ਕਰਨੀ ਮੈਂ ਆਪਦੀ ਤਾਂ ਸਹੀ ਓ ਕਰਨੀ ਉਹ ਨਾ ਸਹੀ ਕਰੇ ਉਹ ਪਰਮਾਤਮਾ ਦੇ ਹੱਥ ਆ ਜੋ ਕਰ ਦੂਗਾ ਵਧੀਆ ਗੱਲ ਆ ਜੋ ਨਹੀਂ ਵੀ ਕਰੂਗਾ ਤਾਂ ਉਹਦਾ ਕੀਤਾ ਉਹਨੇ ਖਾਣਾ ਮੇਰਾ ਕੀਤਾ ਮੈਂ ਖਾਣਾ ਸੋ ਮੈਂ ਕਦੀ ਕਿਸੇ ਦੇ ਕੰਮ ਤੋਂ ਪਰੇਸ਼ਾਨ ਨਹੀਂ ਹੁੰਦਾ ਕਿ ਅਗਲੇ ਨੇ ਇਹ ਕੰਮ ਨਹੀਂ ਕੀਤਾ ਮੈਂ ਯਾਰ ਇਹ ਡਿਲੀਵਰ ਨਹੀਂ ਹੋਈ ਆ ਨਹੀਂ ਹੋਇਆ ਮੈਂ ਆਪਦਾ ਕੰਮ ਆ ਲੋਕੀ ਬਹੁਤ ਸਿਆਣੇ ਨੇ ਤੇ ਕੈਮਰਾ ਬੜੀ ਵੱਡੀ ਚੀਜ਼ ਆ ਜਦੋਂ ਤੁਸੀਂ ਕੈਮਰੇ ਦੇ ਅੱਗੇ ਬੈਠੇ ਆ ਸੋ ਤੁਹਾਡੀ ਫੀਲਿੰਗ ਜੋ ਤੁਹਾਡੇ ਮੂੰਹ ਤੇ ਆ ਜੋ ਤੁਹਾਡੇ ਦਿਲ 'ਚ ਆ ਉਹ ਲੋਕਾਂ ਤੱਕ ਪਹੁੰਚ ਹੀ ਜਾਣੀ ਬਟ ਬੀਇੰਗ ਅ ਆਰਟਿਸਟ ਹਰਟ ਨਹੀਂ ਹੋਏ ਤੁਸੀਂ ਕਿ ਮਤਲਬ ਇੰਨਾ ਪਿਆਰਾ ਪ੍ਰੋਜੈਕਟ ਹੈ ਔਰ ਬਾਅਦ ਵਿੱਚ ਲੋਕਾਂ ਨੇ ਜਦੋਂ ਦੇਖਿਆ ਤੇ ਉਹਨੂੰ ਬਹੁਤ ਅਪਰੀਸ਼ੀਏਸ਼ਨ ਮਿਲੀ ਹੈ ਨਹੀਂ ਹੋਈ ਇਦਾਂ ਨਹੀਂ ਮੈਂ ਹਰਟ ਨਹੀਂ ਹੋਇਆ ਮੈਂ ਪਰੇਸ਼ਾਨ ਨਹੀਂ ਹੋਇਆ ਬਹੁਤ ਪਰੇਸ਼ਾਨ ਹੋਇਆ ਇਦਾਂ ਦੀ ਗੱਲ ਨਹੀਂ ਗੀ ਕਿਉਂਕਿ ਮੈਂ ਪਰੇਸ਼ਾਨ ਸਿਰਫ ਇਸ ਗੱਲ ਕਰਕੇ ਹੋਇਆ ਕਿ ਮੈਨੂੰ ਮੈਂ ਇਹ ਨਹੀਂ ਕਹਿੰਦਾ ਕਿ ਇਹ ਇਦਾਂ ਕਿਉਂ ਹੋ ਗਿਆ ਮੈਂ ਇਹ ਕਹਿੰਦਾ ਕਿ ਇਹਦੇ 'ਚ ਕਿਹੜੀ ਚੀਜ਼ ਸੀ ਜਿਹੜੀ ਮੈਂ ਸਿੱਖਣੀ ਸੀ ਤੇ ਮੇਰੇ ਕੋਲ ਸਿੱਖੀ ਨਹੀਂ ਗਈ ਜੀ ਸੋ ਮੈਂ ਉਹ ਚੀਜ਼ ਲੱਭਦਾ ਹੁੰਦਾ ਕਿ ਅੱਛਾ ਇਹ ਸਿਖਾਉਣਾ ਸੀ ਇਹ ਸਿੱਖ ਲਿਆ ਮੈਂ ਹੁਣ ਠੀਕ ਹੈ ਲੈਟਸ ਮੂਵ ਕਿ ਅੱਗੇ ਚੱਲਦੇ ਆਪਾਂ ਸੋ ਉਹ ਪਰੇਸ਼ਾਨੀ ਆਫਟਰ ਆਲ ਮੈਂ ਇੱਕ ਹਿਊਮਨ ਬੀਇੰਗ ਆ ਇਨਸਾਨ ਆ ਤੁਹਾਨੂੰ ਨਿਰਾਸ਼ਾ ਮਿਲਦੀ ਆ ਤੁਸੀਂ ਸੈਡ ਹੁੰਦੇ ਆ ਸੋ ਉਹ ਚੀਜ਼ ਜਿਹੜੀ ਸੀ ਸ਼ਾਇਦ ਉਦੋਂ ਆਉਂਦੀ ਤਾਂ ਪੰਜਾਬੀ ਸਿਨੇਮੇ ਦੀ ਸਭ ਤੋਂ ਵੱਡੀ ਫਿਲਮ ਹੁੰਦੀ ਹਨਾ ਉਹਦੀ ਓਪਨਿੰਗ ਸਭ ਤੋਂ ਵੱਡੀ ਹੁੰਦੀ ਉਹ ਨਹੀਂ ਆ ਉਹ ਮੈਂ ਗੱਲ ਕਰ ਸਕਦਾ ਹਾਂ ਕਿ ਉਹ ਨਹੀਂ ਆ ਇਹਦੀ ਇਸ ਚੀਜ਼ ਦੀ ਨਿਰਾਸ਼ਾ ਵੀ ਲੈ ਸਕਦਾ ਤੇ ਇਸ ਚੀਜ਼ ਤੋਂ ਇੰਸਪੀਰੇਸ਼ਨ ਵੀ ਲੈ ਸਕਦਾ ਸੋ ਮੈਂ ਨਿਰਾਸ਼ਾ ਕਦੀ ਚੂਜ਼ ਨਹੀਂ ਕਰਦਾ ਮੈਂ ਇਹ ਚੂਜ਼ ਕਰਦਾ ਕੋਈ ਚੱਕਰ ਨਹੀਂ ਹੋ ਸਕਦਾ ਕਿ ਮੇਰੇ ਇਸੇ ਇੰਡੀਆ ਦੀ ਸਭ ਤੋਂ ਵੱਡੀ ਫਿਲਮ ਹੋਏ ਇਹ ਤੇ ਪੰਜਾਬ ਦੀ ਸੀਗੀ ਸੋ ਯੂ ਨੈਵਰ ਨੋ ਕਿ ਆਉਣ ਵਾਲੇ ਕੱਲ ਕੀ ਹੋਣਾ ਬਿਲਕੁਲ ਸੋ ਜੇ ਗੱਲ ਕੀਤੀ ਜਾਵੇ ਇੰਡਸਟਰੀ ਦੀ ਇੱਦਾਂ ਹੁਣ ਕਿਹਾ ਜਾਣ ਲੱਗ ਗਿਆ ਹੈ ਕਿ ਗਰੁੱਪਿਜ਼ਮ ਐਂਡ ਮੂਵੀ ਮਾਫੀਆ ਦਾ ਸਾਡੇ ਇੱਥੇ ਸਿਨੇਮੇ ਦੇ ਵਿੱਚ ਵੀ ਬਹੁਤ ਜ਼ਿਆਦਾ ਹੁਣ ਟ੍ਰੈਂਡ ਸ਼ੁਰੂ ਹੋ ਗਿਆ ਤੁਸੀਂ ਐਗਰੀ ਕਰਦੇ ਹੋ 100% ਕਿਉਂ ਨਹੀਂ 100% ਤੁਸੀਂ ਮੇਰੀ ਸੋਚੋ ਇੱਕ ਗੱਲ ਦਾ ਜਵਾਬ ਤੁਸੀਂ ਦਿਓ ਕਿ ਮੇਰੀ ਇੱਕ ਫਿਲਮ ਆਈ ਸ਼ੂਟਰ 2019 'ਚ ਮੈਂ ਸ਼ੂਟ ਕੀਤੀ 2020 'ਚ 16 ਜਨਵਰੀ ਨੂੰ ਉਹਦਾ ਟ੍ਰੇਲਰ ਆਇਆ ਉਸ ਤੋਂ ਬਾਅਦ ਉਹ 2022 ਜਨਵਰੀ ਦੇ ਵਿੱਚ ਉਹਦਾ ਥੀਏਟਰ ਰਿਲੀਜ਼ ਹੋਇਆ 2 ਸਾਲ ਸੀਗੇ ਹੁਣ ਕੀ ਮੇਰੇ ਕੋਲੇ ਮੇਰੀ ਫਿਲਮ ਨਹੀਂ ਆ ਸਕਦੀ ਸੀ ਪਹਿਲਾਂ ਆ ਸਕਦੀ ਸੀ ਕੋਈ ਹੋਰ ਫਿਲਮ ਮੈਂ ਸ਼ੂਟ ਨਹੀਂ ਕਰ ਸਕਦਾ ਸੀ ਪਰ ਨਹੀਂ ਹੋਣ ਦਿੱਤੀ ਕਿਸੇ ਨੇ ਵੀ ਨਹੀਂ ਹੋਣ ਦਿੱਤੀ ਹੈ ਨਾ ਹਰ ਬੰਦੇ ਨੇ ਆਪਦਾ ਜੋ ਕੋਸ਼ਿਸ਼ ਕਰ ਸਕਦੇ ਸੀ ਕੀਤਾ ਸੀ ਪਰ ਉਹਦੇ 'ਚ ਇਹ ਮਤਲਬ ਨਹੀਂ ਕਿ ਮੈਂ ਉਹਨੂੰ ਦੇਖ ਕੇ ਆਪਦੇ ਆਪ ਨੂੰ ਨਿਰਾਸ਼ ਕਰ ਲਾਂ ਹੈ ਨਾ ਉਹ ਚੱਲੀ ਜਾਣਾ ਉਹਦਾ ਕਰੀ ਜਾਂਦਾ ਜੋ ਕਰਦੇ ਆਪਾਂ ਨੂੰ ਉਹਦੇ ਨਾਲ ਆਪਾਂ ਬੋਦਰ ਨਹੀਂ ਕਰਨਾ ਤੁਹਾਡੀ ਆਡੀਅנס ਦੇ ਨਾਲ ਜਿਹੜਾ ਕਨੈਕਸ਼ਨ ਆ ਉਹ ਵਧੀਆ ਰਹਿਣਾ ਚਾਹੀਦਾ ਫਿਰ ਆ ਮੂਵੀ ਮਾਫੀ ਤੇ ਫਿਰ ਇਹ ਸਾਰੀਆਂ ਚੀਜ਼ਾਂ ਤਾਂ ਬਾਹਰ ਬਹੁਤ ਦੂਰ ਰਹਿ ਜਾਂਦੀਆਂ ਬਾਲੀਵੁੱਡ ਦੇ ਵਿੱਚ ਕਿੰਨੇ ਸਟਾਰਸ ਜਿਹੜੇ ਆਉਂਦੇ ਨੇ ਜਿਨ੍ਹਾਂ ਦੇ ਡੈਡ ਮਾਪਿਓ ਪਹਿਲਾਂ ਇੰਡਸਟਰੀ 'ਚ ਨੇ ਉਹਨਾਂ ਦੀ ਏਡੀ ਵੱਡੀ ਲਾਂਚਿੰਗ ਹੁੰਦੀ ਹੈ ਨਹੀਂ ਲੋਕ ਦੇਖਣਾ ਪਸੰਦ ਕਰਦੇ ਹਨਾ ਇੱਥੇ ਵੀ ਬਹੁਤ ਨੇ ਕਿੰਨੇ ਵੱਡੇ ਸਿੰਗਰ ਦਿੱਗਜ ਲੈਜੈਂਡਸ ਨੇ ਉਹਨਾਂ ਦੇ ਬੱਚੇ ਉੱਦਾਂ ਨਹੀਂ ਕਰ ਪਾ ਰਹੇ ਜਿੱਦਾਂ ਦੇ ਉਹ ਆਪ ਕਰਦੇ ਸੀ ਸੋ ਲੋਕ ਬੜੇ ਸਿਆਣੇ ਨੇ ਸੋ ਇਹ ਮਾਫੀਆ ਥੋੜੇ ਟਾਈਮ ਲਈ ਪਰੇਸ਼ਾਨ ਕਰ ਸਕਦੇ ਨੇ ਜਾਂ ਇਹ ਜਿਹੜੇ ਗਰੁੱਪਿਜ਼ਮ ਹੈ ਥੋੜੇ ਟਾਈਮ ਲਈ ਪਰੇਸ਼ਾਨ ਕਰ ਸਕਦੇ ਨੇ ਤੁਸੀਂ ਆਪਦੇ ਲੋਕਾਂ ਦੇ ਨਾਲ ਕਨੈਕਟ ਰਹੋ ਉਹ ਜ਼ਿਆਦਾ ਇੰਪੋਰਟੈਂਟ ਬਟ ਤੁਸੀਂ ਇੰਨਾ ਅੱਛਾ ਆਪਣਾ ਇੱਕ ਇੱਥੇ ਕ੍ਰੀਏਟ ਕੀਤਾ ਔਰ ਇੱਕ ਮਤਲਬ ਇੰਟਰਵਿਊਜ਼ ਦਾ ਟ੍ਰੈਂਡ ਬੇਸਿਕਲੀ ਤੁਹਾਡੇ ਕੋਲੋਂ ਸਟਾਰਟ ਹੋਇਆ ਹੈ ਨਾ ਜੋ ਇੱਕ ਹਾਈਪ ਹੈ ਲਿੰਕਸ ਨਹੀਂ ਕੰਮ ਆਏ ਮੈਂ ਸੁਣਿਆ ਕਿ ਇੰਡਸਟਰੀ 'ਚ ਲਿੰਕਸ ਬਹੁਤ ਮੈਟਰ ਕਰਦੇ ਨੇ ਲਿੰਕਸ ਦੇਖੋ 2 ਤਰ੍ਹਾਂ ਦਾ ਕੰਮ ਆ ਇੱਕ ਤਾਂ ਤੁਹਾਡੇ ਪੱਲੇ ਕੱਖ ਨਹੀਂ ਤੁਹਾਨੂੰ ਕੋਈ ਆਉਂਦਾ ਜਾਂਦਾ ਨਹੀਂ ਤੁਸੀਂ ਲਿੰਕ ਬਣਾਓ ਤੁਸੀਂ ਕੰਮ ਕਰੋ ਇੱਕ ਇਹ ਤਰੀਕਾ ਹੁੰਦਾ ਇੱਕ ਹੁੰਦਾ ਤੁਹਾਨੂੰ ਆਉਂਦਾ ਜਾਂਦਾ ਤੁਸੀਂ ਕੁਛ ਤਾਂ ਕਰੋਗੇ ਜ਼ਿੰਦਗੀ 'ਚ ਜੀ ਹੈ ਨਾ ਕੁਛ ਚੀਜ਼ਾਂ ਤੇ ਅਚੀਵ ਕਰ ਹੀ ਲਓਗੇ ਫਿਰ ਜਿਹੜੇ ਤੁਹਾਡੇ ਲਿੰਕ ਨੇ ਫਿਰ ਉਹ ਨਾ ਵੀ ਕੰਮ ਆਉਣ ਤਾਂ ਤੁਸੀਂ ਆਪਦੇ ਬਲਬੂਤੇ ਤੇ ਕੁਛ ਤਾਂ ਅਚੀਵ ਕਰੋਗੇ ਉਹ ਜੇ ਤੁਸੀਂ ਬਿਲੀਵ ਕਰਦੇ ਫਿਰ ਕਰ ਹੀ ਲਓਗੇ ਪਰ ਜੇ ਤੁਹਾਡੇ ਕੋਲ ਆਉਂਦਾ ਹੀ ਕੁਛ ਨਹੀਂ ਕੁਛ ਹੁਣ ਲਿੰਕ ਉਹੀ ਗੱਲ ਹੋ ਗਈ ਕਿ ਤੁਹਾਨੂੰ 4 ਬੰਦੇ ਜਾਣਦੇ ਤੁਹਾਨੂੰ ਲਾਂਚ ਕਰਤਾ ਇੱਕ ਫਿਲਮ ਦੇ ਵਿੱਚ ਬਹੁਤ ਵੱਡੀ
ਹੁਣ ਜਦੋਂ ਸਕਰੀਨ ਤੇ ਜਾ ਕੇ ਦੇਖਣਾ ਲੋਕਾਂ ਨੇ ਉੱਥੇ ਲਿੰਕ ਥੋੜੀ ਕਹਿਣਗੇ ਕੁਝ ਕਿ ਐ ਥੋੜੀ ਕਹਿੰਦੇ ਨੇ ਫਲਾਣੇ ਦੀ ਕੁੜੀ ਤੇ ਫਲਾਣੇ ਦਾ ਮੁੰਡਾ, ਐ ਕਹਿੰਦੇ ਇਹਨੇ ਵਧੀਆ ਕੀਤਾ ਇਹਨੇ ਵਧੀਆ ਨਹੀਂ ਕੀਤਾ। ਸੋ ਜਿਹੜਾ ਉਹ ਆ ਉਹ ਉੱਥੇ ਤੱਕ ਪਹੁੰਚਣ ਲਈ ਤੁਹਾਡੇ ਅੰਦਰ ਤੁਹਾਡਾ ਕੰਮ ਹੀ ਕੰਮ ਆਉਣਾ। ਲਿੰਕ ਲੁੰਕ ਤੁਹਾਨੂੰ ਉੱਥੇ ਤੱਕ ਲੈ ਕੇ ਜਾ ਸਕਦੇ ਆ, ਪਰ ਇਹ ਪੱਕੀ ਗੱਲ ਨਹੀਂ ਹੋ ਸਕਦਾ ਤੁਹਾਡੇ ਲਿੰਕ ਨਾ ਹੁਣ ਤੁਸੀਂ 2 ਸਾਲ ਲੇਟ ਪਹੁੰਚੋ, ਪਰ ਜਦੋਂ ਵੀ ਪਹੁੰਚੋਗੇ ਲੋਕ ਕਹਿਣਗੇ ਸਿਰਾ ਜੀ। ਹਾਂ, ਲਿੰਕ ਤੁਹਾਨੂੰ ਪਹਿਲਾਂ ਪਹੁੰਚਾ ਸਕਦੇ ਨੇ। ਅੱਛਾ, ਸ਼ੂਟਰ ਦੇਖ ਕੇ ਇੰਡਸਟਰੀ ਵਿੱਚੋਂ ਕਿੰਨਿਆਂ ਨੇ ਐਪਰੀਸ਼ੀਏਟ ਕੀਤਾ? ਹਰ ਬੰਦੇ ਨੇ, ਕੋਈ ਬੰਦਾ ਨਹੀਂ ਜਿਹਨੇ ਨਹੀਂ ਫੋਨ ਕੀਤਾ, ਹਰ ਬੰਦੇ ਨੇ ਫੋਨ ਕੀਤਾ। ਹਰ ਬੰਦੇ ਨੇ ਇਹ ਵੀ ਨਹੀਂ ਫੋਨ ਕਰਕੇ ਕਿਹਾ ਕਿ ਬਹੁਤ ਵਧੀਆ, ਹਰ ਬੰਦੇ ਨੇ ਫੋਨ ਕਰਕੇ 15-15 ਮਿੰਟ ਉਹਦੀ ਗੱਲ ਕੀਤੀ ਕਿ ਆਹ ਸੀਨ ਬਹੁਤ ਵਧੀਆ ਸੀ ਸਿਰਫ ਟ੍ਰੇਲਰ 'ਚ, ਕਿ ਆਹ ਬਹੁਤ ਵਧੀਆ ਕੀਤਾ, ਇੱਦਾਂ ਕੀਤਾ ਤੁਸੀਂ, ਇੱਦਾਂ ਬਹੁਤ ਵਧੀਆ ਸੀ। ਮੈਨੂੰ ਯਾਦ ਆ ਕਿੰਨੇ ਫੋਨ ਕੀਤਾ। ਐਂਡ ਉਹ ਚੰਗੀ ਗੱਲ ਆ, ਜੋ ਤੁਸੀਂ ਕੋਈ ਕੰਮ ਨੂੰ ਐਪਰੀਸ਼ੀਏਟ ਕਰਦੇ ਹੋ ਉਹ ਵੀ ਵਧੀਆ ਗੱਲ ਆ। ਨਹੀਂ ਤਾਂ ਲੋਕ ਇਹ ਵੀ ਨਹੀਂ ਕਹਿੰਦੇ ਕਿ ਵਧੀਆ ਸੀ ਟੁੱਟੇ ਜੰਮੂ ਨਾਲ, ਇੱਦਾਂ ਵੀ ਕਹਿੰਦੇ ਨੇ ਸਾਹਮਣੇ ਬਹਿ ਕੇ ਬਹੁਤ ਵਧੀਆ ਸੀ, ਮੁੜ ਕੇ ਕਹਿੰਦੇ ਯਾਰ ਛੱਡ ਠੀਕ ਸੀ, ਹਨਾ। ਸੋ ਉਹ ਜਦੋਂ ਲੋਕਾਂ ਨੇ ਪ੍ਰਵਾਨ ਕਰ ਲਈ ਚੀਜ਼, ਫਿਰ ਤਾਂ ਕਰਨੀ ਉਹ ਬਣਦੀ ਹੋਈ ਸੀ ਨਾ। ਜੇ ਲੋਕੀ ਨਾ ਕਰਦੇ ਫਿਰ ਇੰਡਸਟਰੀ ਵਾਲੇ ਕਹਿੰਦੇ ਛੱਡ ਪਰਾਂ, ਪਰ ਜਦੋਂ ਲੋਕਾਂ ਨੇ ਕਹਿਤਾ ਬਹੁਤ ਵਧੀਆ, ਫਿਰ ਹਰ ਬੰਦਾ ਕਹਿੰਦਾ ਮੈਂ ਵੀ ਮੂਹਰੇ ਹੋ ਕੇ ਕਰਾਂ। ਰਾਈਟ। ਇੰਡਸਟਰੀ ਨਾ ਦੇਖਣ 'ਚ ਕੁਝ ਹੋਰ ਹੈ ਐਂਡ ਹੈਗੀ ਕੁਝ ਹੋਰ ਹੈ, ਤੁਸੀਂ ਨੇੜਿਓਂ ਹੰਢਾ ਰਹੇ ਹੋ। ਇੰਨਾ ਠਹਿਰਾਵ ਵੀ ਜੇ ਤੁਹਾਡੇ ਸੁਭਾਅ ਦੇ ਵਿੱਚ, ਇੰਨੀ ਸਮਝ ਚੀਜ਼ਾਂ ਨੂੰ ਲੈ ਕੇ, ਹਰ ਚੀਜ਼ ਨੂੰ ਪੋਜ਼ਿਟਿਵਿਟੀ ਦੇ ਵਿੱਚ ਕਨਵਰਟ ਕਰਕੇ ਲੈਣਾ, ਇਹ ਇੰਡਸਟਰੀ ਨੇ ਸਿਖਾਇਆ, ਇੱਥੇ ਆ ਕੇ ਸਿੱਖਿਆ? ਹਾਂ, 100%। ਜਦੋਂ ਤੁਸੀਂ ਲੋਕਾਂ ਨੂੰ ਮਿਲਦੇ ਆ, ਇੱਕ ਨੂੰ ਮਿਲ ਕੇ ਨਹੀਂ ਸਿੱਖ ਸਕਦੇ ਤੁਸੀਂ, ਤੁਹਾਨੂੰ 10 ਇੱਕੋ ਜਿਹੇ ਟੱਕਰ ਦੇ ਫਿਰ ਸਿੱਖਦੇ ਆ। ਫਿਰ ਤੁਹਾਨੂੰ ਪਤਾ ਹੁੰਦਾ 11ਵੇਂ ਬੰਦੇ ਨੇ ਆਹ ਗੱਲ ਕਰਨੀ, ਤੁਹਾਨੂੰ ਪਤਾ ਯਾਰ ਸਾਰਾ ਕੁਝ ਦੇਖ ਲਿਆ ਕਿ ਵੀਰੇ ਤੂੰ ਆਹ ਕਰਨਾ, ਹੁਣ ਤੇਰਾ ਅਗਲਾ ਸਟੈਪ ਆਹ ਹੋਊਗਾ, ਤੂੰ ਆਹ ਕਰੇਂਗਾ, ਉਹਦੇ 'ਚ ਮੈਨੂੰ ਪਤਾ ਮੇਰਾ ਰਿਐਕਸ਼ਨ ਕੀ ਆ। ਉਹ ਜਦੋਂ ਤੁਹਾਨੂੰ 10, 15, 20, 25, ਮੈਨੂੰ ਤਾਂ ਬੰਦੇ ਹੀ ਸਾਰੇ ਇੱਦਾਂ ਦੇ ਮਿਲੇ। ਸੋ ਮੈਨੂੰ ਸਿਖਾਇਆ ਹੀ ਇਹਨਾਂ ਨੇ ਆ ਜੀ। ਫਿਰ ਇਹਨਾਂ ਤੋਂ ਹੀ ਸਿੱਖ ਕੇ ਫਿਰ ਮੈਨੂੰ ਲੱਗਿਆ ਕਿ ਯਾਰ ਇਹ ਤਾਂ ਕੀ ਕਰੀ ਜਾਂਦੇ ਨੇ। ਡਿਸਅਪੁਆਇੰਟਮੈਂਟਸ ਕਿੰਨੀਆਂ ਨੇ? ਡਿਸਅਪੁਆਇੰਟਮੈਂਟਸ ਬਹੁਤ ਜ਼ਰੂਰੀ ਵੀ ਨੇ ਤੇ ਬਹੁਤ ਨੇ, ਤੇ ਜੇ ਨਹੀਂ ਹੁੰਦੀਆਂ ਤੇ ਸ਼ਾਇਦ ਮੈਂ ਇਦਾਂ ਦੀਆਂ ਗੱਲਾਂ ਹੀ ਨਾ ਕਰਦਾ। ਫਿਰ ਤੇ ਮੈਂ ਕਹਿੰਦਾ ਨਹੀਂ ਸਾਰਾ ਕੁਝ ਵਧੀਆ ਜੀ ਹੈ, ਹਨਾ। ਸੋ ਡਿਸਅਪੁਆਇੰਟਮੈਂਟਸ ਸਿਖਾ ਕੇ ਗਈਆਂ ਨੇ, ਜਿਹੜੀਆਂ ਇੰਡਸਟਰੀ ਵਾਲੇ ਬੰਦਿਆਂ ਨੇ ਦਿੱਤੀਆਂ ਉਹ ਵੀ ਸਿਖਾ ਕੇ ਗਈਆਂ ਨੇ। ਸੋ ਉਹਨਾਂ ਤੋਂ ਹੀ ਸਿੱਖੀਆਂ ਹੋਈਆਂ ਚੀਜ਼ਾਂ ਨੇ ਜੀ। ਗਾਣੇ ਹੀ ਨਹੀਂ ਕਰਨੇ ਹੁਣ? ਕਰੂੰਗਾ ਗਾਣੇ ਵੀ ਕਰੂੰਗਾ ਅਗਲੇ ਸਾਲ। ਗਾਣੇ ਸਾਰੀਆਂ ਚੀਜ਼ਾਂ ਬਹੁਤ ਨੇ। ਮੇਰਾ ਧਿਆਨ ਸਿਰਫ ਇਹ ਸੀਗਾ ਕਿ ਮੇਰੀ ਚੋਬਰ ਫਿਲਮ ਤੇ ਲੋਕ ਧਿਆਨ ਦੇਣ, ਲੋਕ ਮੇਰੀ ਫਿਲਮ ਦੇਖਣ ਚਲੇ ਜਾਣ, ਕਿਉਂਕਿ ਮੈਂ ਚਾਹੁੰਦਾ ਮੈਂ ਪੰਜਾਬੀ ਸਿਨੇਮੇ ਲਈ ਇੱਕ ਨਵੀਂ ਚੀਜ਼ ਲੈ ਕੇ ਆਵਾਂ। ਪੰਜਾਬੀ ਸਿਨੇਮੇ ਨੂੰ ਵੱਡਾ ਜਿੰਨਾ ਮੈਂ ਕਰ ਸਕਦਾ, ਜਿੰਨੀ ਕੁ ਮੇਰੇ 'ਚ ਦਮ ਹੈਗਾ, ਤੇ ਜਿੰਨੇ ਵੀ ਮੈਨੂੰ ਦੇਖਣ ਵਾਲੇ ਲੋਕ ਆ ਉਹ ਮੇਰੀ ਸਪੋਰਟ ਕਰਨ, ਤੇ ਮੈਂ ਚੋਬਰ ਫਿਲਮ ਦੇ ਨਾਲ ਪੰਜਾਬੀ ਸਿਨੇਮੇ ਨੂੰ ਇੱਕ ਨਵਾਂ ਰਾਹ ਦਿਖਾ ਦਾਂ, ਤਾਂ ਕਿ ਜੇ ਚੱਲੂਗੀ ਫਿਲਮ ਤਾਂ ਮੈਂ ਹੋਰ ਇੱਦਾਂ ਦੀਆਂ ਫਿਲਮਾਂ ਬਣਾਊਂਗਾ। ਤੇ ਇਸ ਕਰਕੇ ਮੈਂ ਗਾਣੇ ਨਹੀਂ ਕੀਤੇ, ਪਰ ਹੁਣ ਮੈਂ ਕਰੂੰਗਾ ਅੱਗੇ। ਨਹੀਂ, ਤੇ ਇੰਨਾ ਅੱਛਾ ਕੰਮ ਤੁਸੀਂ ਕਰ ਰਹੇ ਹੋ, ਇੰਨੇ ਅੱਛੇ ਪ੍ਰੋਜੈਕਟਸ ਤੁਸੀਂ ਲੈ ਕੇ ਆ ਰਹੇ ਹੋ, ਐਕਸਪੈਰੀਮੈਂਟਸ ਕਰ ਰਹੇ ਹੋ, ਤੁਹਾਨੂੰ ਨਹੀਂ ਲੱਗਦਾ ਵੀ ਹੁਣ ਮੁਸ਼ਕਿਲਾਂ ਵਧਣ ਵਾਲੀਆਂ ਨੇ? ਨਹੀਂ, ਮੈਂ ਕਹਿੰਦਾ ਮੈਂ ਇੱਦਾਂ ਨਹੀਂ ਸੋਚਦਾ ਕਿ ਕੱਲ ਕੀ ਹੋਣਾ ਜਾਂ ਆਉਣ ਵਾਲੇ, ਇਹਦੇ ਨਾਲ ਆਹ ਕੰਮ ਕੀਤਾ ਤੇ ਇਹਦਾ ਰਿਜ਼ਲਟ ਕੀ ਹੋਊਗਾ। ਇਹ ਤਾਂ ਫਿਰ ਮੈਂ ਰੱਬ ਬਣ ਜਾਊਂਗਾ ਜੇ ਮੈਂ ਕਹਿ ਦੂੰਗਾ ਮੈਨੂੰ ਪਤਾ ਹੈ ਕੀ ਹੋਣਾ। ਮਜ਼ਾ ਉਦੋਂ ਆਉਂਦਾ ਜਦੋਂ ਤੁਸੀਂ ਕੰਮ ਕਰੋ ਬਿਨਾਂ ਸੋਚੇ ਕਿ ਇਹਦਾ ਰਿਜ਼ਲਟ ਕੀ ਆਉਣਾ। ਉਹ ਚੰਗੇ ਕੰਮ ਕਰੋ, ਇਹ ਨਹੀਂ ਗਲਤ ਕੰਮ ਕਰ ਦਿਓ। ਚੰਗੇ ਕੰਮ ਕਰੋ, ਆਪਦੀ ਸ਼ਿੱਦਤ ਨਾ ਕਰੋ, ਮਿਹਨਤ ਨਾ ਕਰੋ ਬਿਨਾਂ ਸੋਚੇ, ਫਿਰ ਰੱਬ ਤੁਹਾਡੇ ਨਾਲ ਆਉਂਦਾ ਜੀ। ਜੇ ਤੁਸੀਂ ਇਹ ਸੋਚਣ ਲੱਗ ਜਾਂਦੇ, ਪਲੈਨਿੰਗ ਕਰਦੇ ਆਪਾਂ ਇੱਦਾਂ ਕਰੂੰਗਾ ਤੇ ਆਹ ਹੋ ਜਾਊਗਾ, ਇੱਦਾਂ ਕਰੂੰਗਾ ਤੇ ਆਹ ਹੋ ਜਾਊਗਾ, ਫਿਰ ਤੇ ਜੇ ਇੱਦਾਂ ਹੁੰਦਾ ਤੇ ਫਿਰ ਸ਼ੂਟਰ ਤਾਂ ਅੱਜ ਸਿਰੇ ਲਾ ਦਿੰਦੀ ਫਿਲਮ, ਹਨਾ। ਮਤਲਬ ਉਹਨੇ ਮੈਨੂੰ ਦਿੱਤਾ, ਪਰ ਪ੍ਰੋਡਿਊਸਰ ਤੋਂ ਤਾਂ ਕੱਖ ਨਹੀਂ ਦਿੱਤਾ। ਸੋ ਪਲੈਨਿੰਗ ਕਿਤੇ ਨਹੀਂ ਵਰਕ ਕਰਦੀ, ਸੋ ਕੰਮ ਵਰਕ ਕਰਦਾ, ਕੰਮ ਕਰਨਾ ਚਾਹੀਦਾ। ਅੱਛਾ, ਆਰਟਿਸਟ ਬਣਨ ਤੋਂ ਬਾਅਦ ਕਿਹੜੀਆਂ ਚੀਜ਼ਾਂ ਜ਼ਿੰਦਗੀ ਦੇ ਵਿੱਚ ਐਡ ਔਨ ਕੀਤੀਆਂ ਨੇ ਤੁਸੀਂ? ਮੈਂ ਐਡ ਔਨ ਨਹੀਂ ਕੀਤੀਆਂ, ਮੈਂ ਡਿਲੀਟ ਕੀਤੀਆਂ ਨੇ। ਅੱਛਾ, ਡਿਲੀਟ ਕੀਤੀਆਂ? ਹਾਂ, ਮੈਂ ਤਾਂ ਹਰ ਬੰਦੇ ਤੇ ਯਕੀਨ ਕਰ ਲੈਂਦਾ। ਮੈਨੂੰ 2 ਮਿੰਟ ਬੰਦਾ ਲੱਗ ਯਾਰ ਮੈਂ ਕਿਹਾ ਬੜਾ ਘੈਂਟ ਬੰਦਾ, ਯਾਰ ਬਹੁਤ ਵਧੀਆ, ਇਹਦੇ ਨਾਲ ਇਹ ਬੰਦਾ ਮੈਨੂੰ ਚੰਗਾ ਲੱਗਾ, ਘੈਂਟ, ਤੇ ਇਹਦੇ ਨਾਲ ਉਹ ਅਗਲਾ ਕੋਈ ਬੁਲਾਵੇ, ਹੱਸ ਕੇ ਆਪਾਂ ਹੱਸ ਕੇ ਆਪਾਂ ਕਹਿੰਦੇ ਆਪਾਂ ਤੇਰੇ ਹੀ ਆ, ਆਪਾਂ ਜਾਨ ਵੀ ਦੇ ਦਾਂਗੇ। ਪਰ ਉਹ ਇੱਦਾਂ ਨਹੀਂ ਆ ਦੁਨੀਆ। ਇਹ ਸਿੱਖੀ ਆ ਮੈਂ ਗੱਲ ਕਿ ਇੱਦਾਂ ਨਹੀਂ, ਹਰ ਕਿਸੇ ਨਾਲ ਨਹੀਂ ਇੱਦਾਂ ਕਰ ਸਕਦੇ। ਸੋ ਮੈਂ ਕੋਸ਼ਿਸ਼ ਕਰਦਾ ਕਿ ਮੈਂ ਹੁਣ ਉੱਦਾਂ ਨਾ ਕਹਾਂ ਹਰ ਬੰਦੇ ਨੂੰ ਕਿ ਹਾਂ ਵੀ ਤੇਰੇ ਲਈ ਤਿਆਰ ਆ। ਲੋਕ ਤੁਹਾਨੂੰ ਐਂ ਲੱਗਣ ਲੱਗ ਜਾਂਦੇ, ਲੋਕੀ ਕਹਿੰਦੇ ਬਾਹਰ ਨੂੰ ਵਰਤ ਲਓ ਜਿੱਥੇ ਜਿੱਥੇ ਵਰਤ ਸਕਦੇ। ਬਿਲਕੁਲ। ਸੋ ਤੁਸੀਂ ਵਿਰਾਟ ਕੋਹਲੀ ਦੀ ਫੋਟੋ ਪਾ ਕੇ ਇੰਸਟਾਗ੍ਰਾਮ ਤੇ ਚੋਬਰ ਲਿਖਿਆ ਹੋਇਆ, ਤੁਹਾਡੇ ਲਈ ਉਹ ਨਹੀਂ? ਨਹੀਂ, ਇਹ ਉਹ ਉਦਣ ਸਿਚੁਏਸ਼ਨ ਇਦਾਂ ਸੀ। ਉਹ ਉਦਣ ਉਹ ਹਰ ਬੰਦਾ ਕਿਸੇ ਨਾ ਕਿਸੇ ਸਿਚੁਏਸ਼ਨ 'ਚ ਕਿਸੇ ਨਾ ਕਿਸੇ ਲਈ ਹੀਰੋ ਹੁੰਦਾ ਹੈ, ਹਨਾ। ਉਸ ਮੂਵਮੈਂਟ ਤੇ ਉਹ ਸੀਗੇ ਜੀ, ਰਾਈਟ। ਤੇ ਉਸ ਟਾਈਮ ਦੇ ਉੱਤੇ ਜੇ ਹੁਣ ਸਪੋਜ਼ ਕਰੋ ਕਿ ਉਸ ਜਗ੍ਹਾ ਦੇ ਉੱਤੇ ਕੋਈ ਹੋਰ ਹੁੰਦਾ ਤੇ ਮੈਂ ਉਹਦੀ ਵੀ ਫੋਟੋ ਪਾ ਕੇ ਪਾਉਂਦਾ। ਉਹ ਮੂਵਮੈਂਟ ਕਿੱਡੀ ਵਧੀਆ ਸੀ ਨਾ, ਕਿ ਇੱਕ ਆਪਣੀ ਟੀਮ ਇੰਡੀਆ ਮੈਚ ਹਾਰ ਰਹੀ ਸੀ, ਪਤਾ ਨਹੀਂ ਸੀ ਕੀ ਬਣਨਾ ਹੈ। ਸੋ ਇੱਕ ਬੰਦਾ ਆਇਆ, ਉਹਨੇ ਆ ਕੇ ਰੁੱਖ ਹੀ ਬਦਲਤਾ ਮੈਚ ਦਾ। ਸੋ ਉਹੀ ਚੋਬਰ ਦੀ ਡੈਫੀਨੇਸ਼ਨ ਵੀ ਤਾਂ ਉਹੀ ਆ ਨਾ, ਕਿ ਜਦੋਂ ਤੁਸੀਂ ਇੱਕ ਉਹ ਕੰਮ ਕਰ ਦਿੰਦੇ ਆ ਜਿਹੜਾ ਕੰਮ ਮੁਸ਼ਕਿਲ ਪਾਰ ਕਰਕੇ ਹੀ ਹੋਣਾ ਸੀ, ਤੇ ਜਿਹਨੇ ਕੀਤਾ ਫਿਰ ਉਹੀ ਚੋਬਰ ਆ। ਬਿਲਕੁਲ। ਬੀਜੀ ਦੀ ਜ਼ਿੰਦਗੀ ਦੇ ਵਿੱਚ ਚੋਬਰ ਕੌਣ ਹੈ?
ਮੇਰੀ ਜ਼ਿੰਦਗੀ 'ਚ ਮੇਰੀ ਮੰਮੀ ਮੈਂ ਉਹਨਾਂ ਨੂੰ ਚੋਬਰ ਮੰਨਦਾ, ਕਿਉਂਕਿ ਉਹਨਾਂ ਨੇ ਨਾ ਆਪਣੀ ਜ਼ਿੰਦਗੀ 'ਚ ਆਪ ਦਾ ਸਾਰਾ ਕੁਝ ਵਾਰਤਾ ਸਾਡੇ ਲਈ, ਮਤਲਬ ਬੱਚਿਆਂ ਲਈ। ਤੇ ਉਹਨਾਂ ਨੇ ਆਪ ਦੀਆਂ ਖੁਸ਼ੀਆਂ ਨਹੀਂ ਦੇਖੀਆਂ। ਜੋ ਅਸੀਂ ਕਹਿਤਾ ਕਿ ਤੁਸੀਂ ਆਹ ਸਕੂਲ, ਉਹਨਾਂ ਨੇ ਮੈਨੂੰ ਜਿਹੜੇ ਵੀ ਸਕੂਲ ਉਹਨਾਂ ਨੇ ਮੈਨੂੰ ਪੜ੍ਹਾਇਆ ਉਹਨਾਂ ਲਈ ਬੈਸਟ ਸੀ ਉਹ ਕੀਤਾ। ਉਹਨਾਂ ਨੇ ਆਪਦੀ ਲਾਈਫ ਦੇ ਵਿੱਚ ਕੁਝ ਵੀ ਨਹੀਂ ਸੋਚਿਆ ਕਿ ਮੇਰੇ ਬੱਚਿਆਂ ਤੋਂ ਉੱਪਰ ਕੁਝ ਨਹੀਂ ਹੈ। ਸੋ ਜਿੱਥੇ ਵੀ ਉਹਨਾਂ ਨੂੰ ਇਕੱਲੇ ਰਹਿਣਾ ਪੈਂਦਾ, ਜਿਵੇਂ ਬਾਹਰ ਚੱਲਣਾ, ਮੇਰਾ ਛੋਟਾ ਭਰਾ ਇੱਕ ਹੈ ਨਾ, ਤੇ ਉਹਨਾਂ ਨੂੰ ਜੇ ਇਕੱਲੇ ਵੀ ਰਹਿਣਾ ਪੈਂਦਾ ਤੇ ਉਹ ਰਹਿੰਦੇ ਨੇ। ਜੋ ਮੁਸ਼ਕਲਾਂ ਫੇਸ ਕਰਦੇ ਤੇ ਉਹ ਇਕੱਲੇ ਹੀ ਕਰਦੇ ਨੇ। ਸੋ ਉਹਨਾਂ ਨੇ ਬੜੇ ਦੁੱਖ ਹੰਢਾਏ ਨੇ। ਸੋ ਮੇਰੀ ਇੰਸਪੀਰੇਸ਼ਨ ਜਿਹੜੀ ਮੈਂ ਆਪਣੀ ਲਾਈਫ ਦੇ ਵਿੱਚ ਇੰਨਾ ਤੁਸੀਂ ਕਹਿ ਲਓ ਫੋਕਸ ਕਹਿ ਲਓ, ਜਾਂ ਤੁਸੀਂ ਇਹ ਕਹਿ ਲਓ ਕਿ ਮੈਂ ਠੀਕ ਚੱਲ ਰਿਹਾ, ਤੇ ਉਹਦੇ ਪਿੱਛੇ ਮੇਰੀ ਮਾਂ ਆ। ਕਿਉਂਕਿ ਉਹਨਾਂ ਨੇ ਇੰਨਾ ਕੁਝ ਦੇਖ ਲਿਆ, ਮੈਂ ਉਹਨਾਂ ਨੂੰ ਕਰਦੇ ਇੰਨਾ ਕੁਝ ਦੇਖ ਲਿਆ, ਇੰਨੇ ਦੁੱਖ ਹੰਢਾਏ ਉਹਨਾਂ ਨੇ। ਤਾਂ ਮੈਨੂੰ ਐਂ ਲੱਗਦਾ ਕਿ ਇਹ ਤਾਂ ਕੋਈ ਗੱਲ ਹੀ ਨਹੀਂ ਹੈ। ਛੋਟਾ ਬ੍ਰਦਰ ਕੀ ਕਰਦਾ ਹੈ? ਛੋਟਾ ਬ੍ਰਦਰ ਸਟੱਡੀ ਕਰਦਾ ਜੀ। ਓਕੇ। ਹਾਂ। ਤੇ ਤੁਸੀਂ ਮੰਮਾ ਦੀ ਗੱਲ ਕੀਤੀ, ਲਾਸਟ ਟਾਈਮ ਆਪਣੀ ਮੰਮਾ ਨੂੰ ਕਦੋਂ ਘੁੱਟ ਕੇ ਜੱਫੀ ਪਾ ਕੇ ਕਿਤੇ 4 ਪਲ ਵਧੀਆ? ਜਦੋਂ ਮੈਂ ਸ਼ੂਟ ਤੇ ਜਾਂਦਾ ਰੋਜ਼। ਓਕੇ। ਹਾਂ, ਮੈਂ ਮਿਲ ਕੇ ਜਾਂਦਾ। ਹਾਂਜੀ ਹਾਂਜੀ। ਕਿੰਨਾ ਟਾਈਮ ਦਿਨ ਦਾ ਤੁਸੀਂ ਦਿੰਦੇ ਹੋ ਉਹਨਾਂ ਨੂੰ? ਬਹੁਤ ਘੱਟ। ਬਹੁਤ ਘੱਟ। ਉਹਨਾਂ ਨੂੰ ਕੰਪਲੇਂਟ ਨਹੀਂ ਹੈ ਇਸ ਗੱਲ ਦੀ? ਨਹੀਂ, ਖੁਸ਼ ਨੇ ਉਹ ਕਹਿੰਦੇ ਨੇ ਕਿ ਇਹੀ ਕੰਮ ਲਈ ਤਾਂ ਤੂੰ ਕਰ ਰਿਹਾ ਨਾ। ਉਹਨਾਂ ਨੇ ਦੇਖਿਆ ਮੈਂ ਕਿੰਨੇ ਟਾਈਮ ਤੋਂ ਲੱਗਿਆ ਕਿ ਮੰਮੀ ਐਂ ਕਰਨਾ, ਏਦਾਂ ਹੋਣਾ ਚਾਹੀਦਾ। ਸੋ ਉਹਨਾਂ ਨੂੰ ਖੁਸ਼ੀ ਆ ਕਿ ਯਾਰ ਇਹ ਕਰ ਰਿਹਾ। ਜੇ ਮੈਂ ਬਾਹਰ ਵੀ ਜਾਣਾ ਜਾਂ ਇੱਥੋਂ ਕਿਤੇ ਜਾਣਾ ਤਾਂ ਮੈਨੂੰ ਫੋਨ ਕਰਕੇ ਪੁੱਛਣਗੇ। ਉਹਨਾਂ ਦੇ 1-2 ਫੋਨ ਪੱਕੇ ਹੋਣੇ ਜਦੋਂ ਮੈਂ ਪਹੁੰਚ ਗਿਆ, ਕਿਤੇ ਵੀ ਜਾਵਾਂ, ਪਹੁੰਚ ਗਏ, ਹਾਂਜੀ ਪਹੁੰਚ ਗਏ। ਹੋ ਸਕਦਾ ਸਾਰਾ ਦਿਨ ਫਿਰ ਕਾਲ ਨਾ ਆਵੇ, ਫਿਰ ਅਗਲੇ ਦਿਨ ਆਊਗਾ, ਹਨਾ। ਸੋ ਉਹਨਾਂ ਦੀ ਜਿੰਨੀ ਕਿ ਉਹਨਾਂ ਦੀ ਫਿਕਰ ਕਰਨ ਦੀ ਜਿਹੜੀ ਇੱਕ ਮਾਂ ਦੀ ਹੁੰਦੀ ਆ, ਉਹੀ ਕਰਦੇ ਨੇ ਉਹ। ਅੱਛਾ, ਤੁਹਾਨੂੰ ਲਾਈਫ ਦੇ ਵਿੱਚ ਕੋਈ ਰਿਗਰੈਟ ਹੈ ਆਪਦੀ ਮੰਮਾ ਨੂੰ ਲੈ ਕੇ ਕਿ ਆਹ ਚੀਜ਼ ਮੇਰੇ ਤੋਂ ਨਹੀਂ ਹੋਈ ਜਾਂ ਆਹ ਮੈਨੂੰ ਕਰਨੀ ਚਾਹੀਦੀ ਸੀ? ਨਹੀਂ, ਮੈਨੂੰ ਕੋਈ ਰਿਗਰੈਟ ਨਹੀਂ। ਬਸ ਮੈਨੂੰ ਇਹ ਆ ਕਿ ਜਿੰਨਾ ਦੁੱਖ ਉਹਨਾਂ ਨੇ ਜਾਂ ਜੋ ਵੀ ਉਹਨਾਂ ਨੇ ਦੇਖਿਆ ਆਪਣੀ ਲਾਈਫ 'ਚ ਮਾੜਾ ਟਾਈਮ ਸਾਡੇ ਲਈ, ਮੇਰੇ ਲਈ, ਮੇਰੇ ਛੋਟੇ ਭਰਾ ਲਈ, ਉਹ ਮੈਂ ਚੰਗਾ ਕਰਨਾ ਬਸ। ਤੇ ਉਹਦੇ ਲਈ ਟਰਾਈ ਆ ਬਸ। ਉਹ ਇਹ ਨਹੀਂ, ਰਿਗਰੈਟ ਕੋਈ ਨਹੀਂ। ਮਤਲਬ ਮੈਂ ਇੱਦਾਂ ਦਾ ਕੋਈ ਕੰਮ ਹੀ ਨਹੀਂ ਕਰਦਾ ਜਿੱਥੋਂ ਮੇਰੀ ਮੰਮੀ ਨੂੰ ਸਫਰ ਕਰਨਾ ਪਵੇ ਕੁਛ, ਜਾਂ ਉਹਨਾਂ ਨੂੰ ਲੱਗੇ ਯਾਰ ਮੇਰੇ ਬੱਚੇ ਗਲਤ ਕੰਮ ਕਰ ਰਹੇ ਆ, ਇੱਦਾਂ ਦਾ ਨਹੀਂ। ਹੁਣ ਤਾਂ ਅਵਾਰਡ ਔਰ ਰਿਵਾਰਡ ਤੁਹਾਨੂੰ ਦੋਨੋਂ ਹੀ ਮਿਲ ਰਿਹਾ, ਫੈਨਸ ਇੰਨਾ ਪਿਆਰ ਕਰਦੇ ਨੇ, ਪਰ ਤੁਹਾਡੇ ਕਰਕੇ ਮੰਮੀ ਦਾ ਸਭ ਤੋਂ ਪ੍ਰਾਊਡ ਮੂਮੈਂਟ ਕਿਹੜਾ ਰਿਹਾ? ਮੰਮੀ, ਮੈਨੂੰ ਲੱਗਦਾ ਸਿਰਫ ਇਹ ਕੰਮ ਕਰਦਾ ਮੈਂ ਤੇ ਕਿਸੇ ਮਾਂ ਲਈ ਉਹ ਪ੍ਰਾਊਡ ਨਹੀਂ ਆ। ਹਰ ਮਾਂ ਲਈ ਔਰ ਉਹਦਾ ਬੱਚਾ ਉਦੋਂ ਹੀ ਪ੍ਰਾਊਡ ਮੂਮੈਂਟ ਲੈ ਕੇ ਦਿੰਦਾ ਜਦੋਂ ਉਹਦਾ ਬੱਚਾ ਆਪਦੇ ਪੈਰਾਂ ਤੇ ਖੜਾ ਹੋ ਜਾਂਦਾ, ਜਦੋਂ ਉਹ ਕਮਾਉਣ ਲੱਗ ਜਾਂਦਾ, ਜਦੋਂ ਮੰਮੀ ਨੂੰ ਦੁੱਖ ਦੇਣੇ ਹਟ ਜਾਂਦਾ, ਜਦੋਂ ਮਾਂ ਨੂੰ ਖੁਸ਼ੀ ਹੁੰਦੀ ਆਪਣੇ ਬੱਚੇ ਨੂੰ ਦੇਖ ਕੇ, ਪ੍ਰਾਊਡ ਮੂਮੈਂਟ ਸੀ ਆ। ਸੋ ਉਹਨਾਂ ਲਈ ਇਹੀ ਹੁੰਦਾ ਕਿ ਇਹਦੀ ਫਿਲਮ ਆਉਣੀ ਆ, ਫਿਲਮ ਚੱਲ ਜੇ, ਇਹਦੀ ਅਗਲੀ ਫਿਲਮ ਕਦੋਂ ਸ਼ੁਰੂ ਹੋਣੀ ਆ, ਇਹ ਅੱਗੇ ਹੁਣ ਇਹ ਕਰ ਲਏ। ਉਹਨਾਂ ਲਈ ਹਰ ਦਿਨ ਹੀ ਮਤਲਬ ਆਪਣੀ ਤਾਂ ਲਾਈਨ ਇੱਦਾਂ ਦੀ ਨਾ, ਸਰਕਾਰੀ ਨੌਕਰੀ ਤਾਂ ਇੰਨੀ ਸਵੇਰੇ ਚੱਲ ਜਾਣਾ, ਸ਼ਾਮ ਨੂੰ ਆਉਣਾ, 30 ਤਰੀਕ ਨੂੰ ਤਨਖਾਹ ਆ ਜਾਣੀ। ਸੋ ਉਹਨਾਂ ਲਈ ਹਰ ਰੋਜ਼ ਜ਼ੋਰ ਲੱਗਦਾ ਕਿ ਰੱਬ ਨੂੰ ਕਹਿਣਾ ਹੀ ਕਹਿਣਾ, ਅਰਦਾਸ ਕਰਨੀ ਪੈਣੀ ਹੈ, ਕਿਉਂਕਿ ਆਪਣੀ ਲਾਈਨ ਹੀ ਇੱਦਾਂ ਦੀ ਹੈ। ਇੰਟਰਵਿਊਜ਼ ਦੇਖਦੇ ਸੀ ਤੁਹਾਡੀਆਂ? ਹਾਂ, ਉਹਨਾਂ ਨੇ ਪਿਛਲੀ ਦੇਖੀ। ਤੇ ਉਹ ਮੇਰਾ ਇੱਕ ਛੋਟਾ ਭਰਾ ਜਿਹੜਾ, ਉਹ ਕਹਿੰਦਾ ਕਿ ਵੀਰਾ ਮੇਰਾ ਨਾਂ ਨਹੀਂ ਲੈਂਦਾ ਇੰਟਰਵਿਊ 'ਚ। ਅੱਛਾ। ਕਹਿੰਦਾ ਮੇਰੇ ਯਾਰ ਕਹਿੰਦੇ ਨੇ ਸੱਚੀ ਤੇਰਾ ਭਰਾ ਆ, ਤੇਰਾ ਨਾਂ ਤੇ ਲੈਂਦਾ। ਸੋ ਉਹ ਦੇਖਦੇ ਨੇ। ਅੱਛਾ, ਰਿਸ਼ਤੇਦਾਰਾਂ ਦੀ ਕੰਪਲੇਂਟਸ ਹੁੰਦੀਆਂ ਕਈ ਵਾਰ ਜਦੋਂ ਤੁਸੀਂ ਉਹਨਾਂ ਨੂੰ ਮੈਸੇਜ ਦਾ ਰਿਪਲਾਈ ਨਹੀਂ ਕਰ ਪਾਉਂਦੇ, ਸਪੈਸ਼ਲੀ ਜਦੋਂ ਅਸੀਂ ਇੰਸਟਾ ਤੇ ਫੋਲੋ ਨਹੀਂ ਕਰਦੇ ਉਹਨਾਂ ਨੂੰ, ਤੇ ਆਉਂਦਾ ਹੈ ਤੁਹਾਨੂੰ ਕਿ ਫੋਲੋ ਬੈਕ ਨਹੀਂ ਕੀਤਾ ਸਾਨੂੰ? ਨਹੀਂ, ਏਦਾਂ ਉਹ ਪਤਾ ਨਹੀਂ ਜੇ ਹੁੰਦੀ ਵੀ ਹੋਣਗੀ, ਮੇਰੇ ਤੱਕ ਗੱਲ ਹੀ ਨਹੀਂ ਪਹੁੰਚਦੀ ਉਹ ਤਾਂ। ਪਰ ਉਹ ਮੈਨੂੰ ਤਾਂ ਹਮੇਸ਼ਾ ਖੁਸ਼ੀ ਦੀ ਗੱਲ ਹੀ ਕਹਿੰਦੇ ਆ ਕਿ ਸਾਡੇ ਜਿੱਦਾਂ ਮੇਰੇ ਜਿੰਨੇ ਵੀ ਰਿਸ਼ਤੇਦਾਰ ਨੇ, ਮੇਰੇ ਨਾਨਕੇ ਪਰਿਵਾਰ ਨਾਲ ਜ਼ਿਆਦਾ ਪਿਆਰ ਆ। ਸੋ ਉਹਨਾਂ ਦੇ ਆਪਦੇ ਬਿਜ਼ਨਸ ਨੇ ਜਿਹੜੇ ਵੀ ਕੰਮ ਕਰਦੇ, ਤੇ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਕਲਾਇੰਟਸ ਨੇ, ਸੋ ਉਹਨਾਂ ਨੂੰ ਦੱਸਦੇ ਜੀ ਅਸੀਂ ਤੁਹਾਡੇ ਏਦਾਂ ਦੇਖੀ ਸੀ ਇੰਟਰਵਿਊ ਉਹਨਾਂ ਦੀ। ਫਿਰ ਉਹ ਮੈਨੂੰ ਦੱਸਦੇ ਕਿ ਅੱਜ ਸਾਡੇ ਏਦਾਂ ਤੇਰੀ ਆਹ ਇੰਟਰਵਿਊ ਦੇਖੀ। ਮੈਂ ਕਿਹਾ ਅੱਛਾ, ਤੇਰੀ ਆਹ ਫਿਲਮ ਦਾ ਵਧੀਆ ਲੱਗਿਆ। ਮੈਂ ਕਿਹਾ ਜੀ ਠੀਕ ਆ, ਥੈਂਕ ਯੂ। ਸੋ ਏਦਾਂ ਗੱਲ ਕਰਦੇ ਆ, ਕਦੀ ਇਹ ਨਹੀਂ ਕਿਹਾ ਕਿ ਤੂੰ ਸਾਡੇ ਨੂੰ ਫੋਲੋ ਨਹੀਂ ਕੀਤਾ ਜਾਂ ਤੇਰੇ ਤੋਂ ਆ ਕੰਪਲੀਟ ਆ। ਸੋ ਮੈਂ ਵੀ ਖੁਸ਼। ਸੋ ਇਹ ਚੋਬਰ ਹੈਗਾ ਤੇ ਸੋਹਣਾ ਹੈ ਨਾ, ਕਾਬਿਲ ਵੀ ਹੈ, ਫੈਨਸ ਤਾਂ ਬਹੁਤ ਸਾਰੇ ਹੋਣਗੇ। ਦੇਖੋ, ਮੈਨੂੰ ਇਦਾਂ ਲੱਗਦਾ ਕਿ ਮੈਂ ਇਦਾਂ ਕਦੀ ਨਹੀਂ ਕਹਿੰਦਾ ਕਿ ਮੇਰੀ ਮਾਂ ਤੋਂ ਬਿਨਾਂ ਮੇਰੀ ਕਿਸੇ ਨੇ ਪਹੁੰਚਣ 'ਚ ਹੈਲਪ ਨਹੀਂ ਕੀਤੀ। ਮੇਰੀ ਮਾਂ ਨੇ ਅਰਦਾਸਾਂ ਕੀਤੀਆਂ, ਉਹਨਾਂ ਦੇ ਕਰਕੇ ਮੈਂ ਜੋ ਵੀ ਕਰ ਰਿਹਾ ਉਹਦੇ ਕਰਕੇ ਆ। ਜਿਹੜੇ ਲੋਕ ਨੇ ਉਹਨਾਂ ਨੇ ਮੇਰਾ ਕੰਮ ਦੇਖਿਆ ਹੈ ਨਾ, ਮੈਨੂੰ ਇੰਨੇ ਸਾਲ ਹੋ ਗਏ ਇੱਥੇ ਇੰਡਸਟਰੀ 'ਚ, ਉਹਨਾਂ ਨੇ ਐਪਰੀਸ਼ੀਏਟ ਕੀਤਾ। ਮੈਂ ਉਹਨਾਂ ਦੀ ਰਿਸਪੈਕਟ ਕਰਦਾ, ਕਦਰ ਕਰਦਾ। ਪਰ ਮੇਰੇ ਮਾਂ ਪਿਓ ਜਿਨ੍ਹਾਂ ਨੇ ਜਨਮ ਦਿੱਤਾ ਮੈਨੂੰ, ਜਿਹੜੇ ਇੱਥੇ ਲੈ ਕੇ ਆਏ, ਜਿਨ੍ਹਾਂ ਨੇ ਉਹਨਾਂ ਦੇ ਸਾਹਮਣੇ ਲੈ ਕੇ ਆਉਣ ਦੇ ਕਾਬਿਲ ਬਣਾਇਆ, ਪਹਿਲਾਂ ਤਾਂ ਉਹ ਨੇ, ਹੈ ਨਾ। ਫਿਰ ਉਸ ਤੋਂ ਬਾਅਦ ਮੇਰੇ ਜਿੰਨੇ ਵੀ ਲੋਕ, ਜਿੰਨੇ ਵੀ ਦਰਸ਼ਕ ਵਿਊਅਰਸ ਨੇ, ਫਿਰ ਉਹ ਨੇ, ਕਿਉਂਕਿ ਉਹਨਾਂ ਨੇ ਦੇਖਿਆ, ਉਹਨਾਂ ਨੇ ਐਪਰੀਸ਼ੀਏਟ ਕੀਤਾ, ਤੇ ਉਹਨਾਂ ਦੇ ਕਰਕੇ ਹੀ ਚੱਲ ਰਿਹਾ। ਉਹਦੇ 'ਚ ਇਕੱਲੀਆਂ ਕੁੜੀਆਂ ਨਹੀਂ, ਉਹਦੇ 'ਚ ਸਾਰੇ ਵਿਊਅਰਸ, ਮੁੰਡੇ ਵੀ, ਫੈਮਲੀਜ਼ ਵੀ। ਮੈਨੂੰ ਬਹੁਤ ਸਾਰੀਆਂ ਇੱਦਾਂ ਦੀਆਂ ਫੈਮਲੀਜ਼ ਮਿਲਦੀਆਂ ਨੇ ਜਿਹੜੀਆਂ ਮੇਰੇ ਨਾਲ ਸ਼ੋਅ ਤੋਂ ਕਨੈਕਟਿਡ ਨੇ, ਜਿਹੜੀਆਂ ਕਹਿੰਦੀਆਂ ਕਿ ਅਸੀਂ ਤੈਨੂੰ ਯਾਰ, ਸਾਨੂੰ ਬੜੀ ਖੁਸ਼ੀ ਹੁੰਦੀ ਆ ਜਦੋਂ ਅਸੀਂ ਤੈਨੂੰ ਟੀਵੀ ਤੇ ਦੇਖਦੇ ਹਾਂ। ਸੋ ਮੇਰੇ ਲਈ ਉਹ ਸਾਰੇ ਜਾਣੇ ਇਕੁਅਲ ਹੀ ਨੇ, ਤੇ ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਦਾ। ਕਿਉਂਕਿ ਜਿਹੜੀ ਤੁਸੀਂ ਗੱਲ ਕਰਦੇ ਕਿ ਇੰਡਸਟਰੀ 'ਚ ਮਾਫੀਆ ਹੈ, ਗਰੁੱਪਿਜ਼ਮ ਆ, ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਣ ਲਈ ਮੇਰਾ ਉਹਨਾਂ ਦੇ ਨਾਲ ਕਨੈਕਸ਼ਨ ਹੈ, ਇਸੇ ਕਰਕੇ ਬਚਿਆ ਹੋਇਆ। ਬਹੁਤ ਸਮਾਰਟਲੀ ਇਹਨਾਂ ਨੇ ਆਨਸਰ ਦਿੱਤਾ ਇਸ ਗੱਲ ਦਾ, ਠੀਕ ਹੈ, ਬਹੁਤ ਕਮਾਲ ਫਿਰ ਆ ਕੇ ਸੀਰੀਅਸਲੀ। ਜੇ ਮੈਂ ਉਹਨਾਂ ਦੇ ਨਾਲ ਕਨੈਕਟਡ ਨਹੀਂ ਹੋਊਂਗਾ ਤੇ ਫਿਰ ਉਹ ਜਿਹੜੇ ਇੱਥੇ ਦੇ ਲੋਕ ਨੇ, ਜਾਂ ਤਾਂ ਮੈਂ ਉਹਨਾਂ ਦਾ ਹੋ ਜਾ ਜਾਂ ਇਹਨਾਂ ਦਾ ਹੋ ਜਾ, ਮੈਂ ਉਹਨਾਂ ਦਾ ਹੀ ਠੀਕ ਆ। ਬਿਲਕੁਲ ਨਹੀਂ, ਕੂਲ। ਸੋ ਅੱਛਾ, ਮੈਨੂੰ ਇੱਕ ਗੱਲ ਦੱਸੋ ਵੀ
ਇੰਨੇ ਸੁਪਨੇ ਆ ਤੁਹਾਨੂੰ ਲੈ ਕੇ ਘਰਦਿਆਂ ਦੇ, ਮੰਮਾ ਦੇ ਸਪੈਸ਼ਲੀ, ਹੈ ਨਾ? ਸੋ ਵਿਆਹ ਦੀ ਗੱਲ ਨਹੀਂ ਸ਼ੁਰੂ ਹੋਈ ਹਜੇ ਤੱਕ ਘਰ 'ਚ? ਪਹਿਲਾਂ ਕਰਦੇ ਹੁੰਦੇ ਸੀ, ਫਿਰ ਉਹਨਾਂ ਨੂੰ ਮੈਂ ਕਿਹਾ ਕਿ ਅੱਛਾ ਤੁਸੀਂ ਸਪੋਜ਼ ਕਰੋ 2 ਦਿਨ ਲਈ ਸੋਚ ਲਓ ਕਿ ਵਿਆਹ ਹੋਇਆ। ਓਕੇ, ਹਨਾ, ਮੈਂ ਕਿਹਾ ਹੁਣ 2 ਦਿਨ ਸੋਚੋ ਤੁਸੀਂ ਕਿ ਵਿਆਹ ਹੋਇਆ, 1 ਹਫ਼ਤਾ ਸੋਚ ਲਓ ਚਲੋ। ਤੇ ਮੈਂ ਕਿਹਾ ਮੈਂ ਕੰਮ ਕਰਦਾ ਤੇ ਹੁਣ ਤੁਸੀਂ ਫੇਸ ਕਰੋਗੇ ਕੀ ਹੋਊਗਾ। ਅੱਛਾ, ਹਾਂ, ਫਿਰ ਉਹਨਾਂ ਨੂੰ ਲੱਗਿਆ ਕਿ ਹਾਂ ਕਿ ਇਹ ਤਾਂ ਬੜਾ ਔਖਾ ਹੋ ਜਾਊਗਾ ਕੰਮ, ਇਹਦਾ ਤਾਂ ਕੰਮ ਨਹੀਂ ਚੱਲਣਾ। ਫਿਰ ਆਪੇ ਕਹਿੰਦੇ ਠੀਕ ਆ। ਓਕੇ, ਸੋ ਜਦੋਂ ਹੁਣ ਤਾਂ ਤੁਸੀਂ ਬਹੁਤ ਚੀਜ਼ਾਂ ਨੂੰ ਨੇੜਿਓਂ ਦੇਖ ਲਿਆ ਹੈ, ਹੁਣ ਤਾਂ ਤੁਸੀਂ ਉਸ ਚੀਜ਼ ਨੂੰ ਐਕਸੈਪਟ ਵੀ ਕਰ ਚੁੱਕੇ ਹੋ ਔਰ ਕਿੱਦਾਂ ਚੱਲਣਾ ਹੈ ਇਹ ਵੀ ਸਿੱਖ ਚੁੱਕੇ ਹੋ। ਜੇ ਸਟਾਰਟਿੰਗ 'ਚ ਇੱਦਾਂ ਹੋਇਆ ਕਿ ਹਰਟ ਹੋਏ ਹੋ, ਕੋਈ ਇੰਡਸਟਰੀ ਦੀ ਗੱਲ ਚੁੱਭੀ ਹੈ ਔਰ ਫਿਰ ਅੱਧੀ ਰਾਤ ਫੋਨ ਕਰਕੇ ਮਾਂ ਨੂੰ ਤੁਸੀਂ ਸਾਂਝਾ ਕੀਤਾ ਹੋਇਆ ਆਪਦਾ ਨਹੀਂ, ਫੀਲਿੰਗ? ਮੈਂ ਆਪਣੀ ਮੰਮੀ ਨੂੰ ਕਦੀ ਨਹੀਂ ਦੱਸਦਾ। ਕਿਹਦੇ ਨਾਲ ਸ਼ੇਅਰ ਕਰਦੇ ਹੋ? ਮੈਂ ਕਿਸੇ ਨਾਲ ਨਹੀਂ ਸ਼ੇਅਰ ਕਰਦਾ। ਪਹਿਲਾਂ ਕਰਦਾ ਹੁੰਦਾ ਸੀ, ਮੈਂ ਤੁਹਾਨੂੰ ਦੱਸਿਆ ਮੈਂ ਤਾਂ ਭਰੋਸਾ ਨਹੀਂ ਕਰਦਾ ਕਿਸੇ ਤੇ। ਪਹਿਲਾਂ ਕਰਦਾ ਸੀ, ਹੁਣ ਨਹੀਂ ਕਰਦਾ। ਸਿਖਾਇਆ ਲੋਕਾਂ ਨੇ ਕਿ ਨਹੀਂ ਕਰਨਾ, ਤੇ ਮੇਰੀ ਹੁਣ ਏਦਾਂ ਦੀ ਆਦਤ ਬਣ ਗਈ ਹੈ। ਤੇ ਇਹ ਮੈਨੂੰ ਮੇਰੀ ਮੰਮੀ ਤੋਂ ਵੀ ਮਿਲੀ ਹੈ। ਮੈਂ ਤੁਹਾਨੂੰ ਕਿਹਾ ਨਹੀਂ, ਮੇਰੀ ਮੰਮੀ ਨੇ ਬੜੇ ਦੁੱਖ ਦੇਖੇ ਨੇ, ਪਰ ਸਾਨੂੰ ਬਾਅਦ ਚ ਵੱਡੇ ਹੋ ਕੇ ਪਤਾ ਲੱਗਿਆ, ਕਿਉਂਕਿ ਉਹਨਾਂ ਨੇ ਕਦੀ ਦੱਸਿਆ ਹੀ ਨਹੀਂ। ਉਹਨਾਂ ਦਾ ਹੀ ਜਵਾਕ ਆ ਮੈਂ ਅਗਾਂਹ, ਮੈਂ ਵੀ ਨਹੀਂ ਕਦੀ ਦੱਸਦਾ ਉਹਨਾਂ ਨੂੰ, ਕਿਉਂਕਿ ਮਾਂ ਤੁਹਾਡੀ ਛੋਟੀ ਜਿਹੀ ਵੀ ਗੱਲ ਆ ਨਾ, ਜਿਹੜੀ ਤੁਸੀਂ ਨਿੱਕੀ ਜਿਹੀ ਵੀ ਗੱਲ ਤੋਂ ਪਰੇਸ਼ਾਨ ਹੋਵੋ, ਤੇ ਉਹਨਾਂ ਲਈ ਉਹ ਨੀਂਦ ਡਾਉਣ ਵਾਲੀ ਗੱਲ ਹੈ। ਮੈਂ ਨਹੀਂ ਦੱਸਦਾ ਉਹਨਾਂ ਨੂੰ, ਪਰ ਮੈਂ ਆਪਦੀ ਗੱਲ ਕਹਿੰਦਾ ਸ਼ੇਅਰ ਵੀ ਨਹੀਂ ਬਾਲੀ ਕਰਦਾ, ਕਿਉਂਕਿ ਨਾ ਤੁਹਾਡੇ ਤੇ ਬੋਝ ਵੀ ਨਹੀਂ ਰਹਿੰਦਾ ਇੰਨਾ। ਜੋ ਕਿਸੇ ਨੇ ਹਰਟ ਕੀਤਾ ਆਪੇ 2 ਘੰਟਿਆਂ ਨੂੰ ਠੀਕ ਹੋ ਜਾਊਗਾ। ਪਾਠ ਕਰ ਲਓ, ਤੁਸੀਂ ਚੰਗਾ ਸੋਚ ਲਓ, ਆਪਦੇ ਬਾਰੇ ਸੋਚ ਲਓ, ਤੁਸੀਂ 5 ਸਾਲ ਪਹਿਲਾਂ ਕਿੱਥੇ ਸੀ, ਆਪੇ ਸੈੱਟ ਹੋ ਜਾਂਦਾ ਕੰਮ। ਓਕੇ, ਕੀ ਰੂਟੀਨ ਕੀ ਹੈ ਵੈਸੇ ਤੁਹਾਡਾ? ਕਿਹੜੀਆਂ ਚੀਜ਼ਾਂ ਨੇ ਜੋ ਡੇਲੀ ਰੂਟੀਨ ਦੇ ਵਿੱਚ ਹੁੰਦੀਆਂ ਹੀ ਹੁੰਦੀਆਂ ਨੇ? ਸਿਰਫ ਇੱਕ ਗੁਰਦੁਆਰੇ ਜਾਣਾ ਜ਼ਰੂਰ ਹੁੰਦਾ, ਬਾਕੀ ਸਾਰਾ ਕੁਝ ਬਦਲਦਾ ਰਹਿੰਦਾ। ਓਕੇ, ਹਾਂ, ਕੋਈ ਏਦਾਂ ਪੱਕੀ ਰੂਟੀਨ ਨਹੀਂ ਆ ਕਿ ਹੋ ਸਕਦਾ ਮੈਂ ਲੇਟ ਉੱਠਾਂ, ਹੋ ਸਕਦਾ ਮੈਂ ਪਹਿਲਾਂ ਉੱਠਾਂ, ਸ਼ੂਟ ਵਾਲਾ ਦਿਨ ਹੋਵੇ, ਹੋ ਸਕਦਾ ਇੰਟਰਵਿਊ, ਹੋ ਸਕਦਾ ਕੁਝ ਵੀ ਹੋਵੇ। ਸੋ ਉਹ ਇੱਕ ਹੀ ਚੀਜ਼ ਆ ਜਿਹੜੀ ਸਟੇਬਲ ਰਹਿੰਦੀ, ਉਹ ਬਸ ਰੱਬ ਕਰੇ ਜਾਣਾ। ਅੱਛਾ, ਮੇਰੀ ਗੱਲ ਸੁਣੋ, ਤੁਸੀਂ ਫਿਲਮਾਂ ਤੇ ਹੁਣ ਵਧੀਆ ਐਨ ਕਰਨ ਲੱਗ ਗਏ, ਬਾਲੀਵੁੱਡ ਵੀ ਫਿਲਮ ਆ ਰਹੀ ਹੈ, ਤੇ ਗਰਲਫ੍ਰੈਂਡ ਵਾਲਾ ਸੀਨ ਕਿਵੇਂ ਦਾ ਹੈ? ਉਹ ਫਿਰ ਤੁਸੀਂ ਇਹ ਸੋਚੋ ਕਿ ਜਦੋਂ ਜ਼ਿੰਦਗੀ 'ਚ ਸਿਰਫ ਇੱਕ ਹੀ ਚੀਜ਼ ਸਟੇਬਲ ਹੈ ਕਿ ਰੱਬ ਘਰੇ ਜਾਣਾ, ਤੇ ਫਿਰ ਬਾਕੀ ਸਾਰੀਆਂ ਚੀਜ਼ਾਂ ਅਨਸਟੇਬਲ ਹੀ ਨੇ, ਕਿਉਂਕਿ ਟਾਈਮ ਹੀ ਨਹੀਂ ਹੈਗਾ। ਜਦੋਂ ਟਾਈਮ ਨਹੀਂ ਹੋਊਗਾ ਤੇ ਫਿਰ ਗਰਲਫ੍ਰੈਂਡ ਵੀ ਨਹੀਂ ਹੋਊਗੀ, ਕਿ ਜੇ ਗਰਲਫ੍ਰੈਂਡ ਹੋਊਗੀ ਫਿਰ ਟਾਈਮ ਹੋਊਗਾ, ਟਾਈਮ ਫਿਰ ਦੇਣਾ ਪਊਗਾ। ਸੋ ਟਾਈਮ ਕਰਕੇ ਮਤਲਬ ਦੂਰ ਰਹਿਣਾ, ਮੈਂ ਦੂਰ ਕੀ ਰਹਿਣਾ, ਬਣ ਹੀ ਨਹੀਂ ਸਕਦਾ ਨਾ ਇਦਾਂ। ਇੱਕ ਵੀ ਗੱਲ ਦਾ ਜਵਾਬ ਸਿੱਧੇ ਹਾਲੇ ਨਹੀਂ ਦਿੱਤਾ ਨਾ ਤੁਸੀਂ। ਸਪੋਜ਼ ਕਰੋ, ਏਦਾਂ ਸਮਝ ਲਓ ਤੁਸੀਂ ਕਿ ਕੋਈ ਗਰਲਫ੍ਰੈਂਡ ਆ ਤੇ ਇੱਕ ਬॉयਫ੍ਰੈਂਡ ਆ। ਹੁਣ ਬॉयਫ੍ਰੈਂਡ ਗਰਲਫ੍ਰੈਂਡ ਨਾਲ ਗੱਲ ਹੀ ਨਹੀਂ ਕਰ ਪਾਉਂਦਾ। ਉਹ ਗਰਲਫ੍ਰੈਂਡ ਹਫਤਾ ਰਹੂਗੀ, 10 ਦਿਨ ਰਹੂਗੀ, ਉਹ ਕਹੂਗੀ ਭਰਾਵਾ ਤੇਰੇ ਕੋਲ ਤੇ ਮੇਰੇ ਲਈ ਟਾਈਮ ਹੀ ਨਹੀਂ। ਅੱਛਾ, ਇਹ ਹੋਇਆ? ਨਹੀਂ ਹੋਇਆ ਨਹੀਂ, ਏਦਾਂ ਮੈਂ ਕਿਉਂ ਕਰੂੰਗਾ, ਮਤਲਬ ਇਹੀ ਹੋਊਗਾ ਨਾ। ਸੋ ਜਦੋਂ ਮੇਰੀ ਪਹਿਲੀ ਗਰਲਫ੍ਰੈਂਡ ਸੀਗੀ, ਜਿਨ੍ਹਾਂ ਨਾਲ ਬ੍ਰੇਕਅਪ ਵੀ ਹੋ ਗਿਆ, ਤਾਂ ਉਹਦਾ ਕਾਰਨ ਵੀ ਇਹੀ ਸੀ ਨਾ ਬੇਸਿਕਲੀ। ਐਂਡ ਤਾਂ ਤੁਸੀਂ ਇੱਥੇ ਕਰ ਦਿੰਦੇ, ਤੇਰੇ ਕੋਲ ਟਾਈਮ ਨਹੀਂ। ਹਾਂ, ਤੇ ਤੁਸੀਂ ਫਿਰ ਇੱਕ ਹੀ ਜਗ੍ਹਾ ਤੇ ਤੁਸੀਂ ਓਨੈਸਟ ਰਹਿ ਸਕਦੇ ਆ। ਤੁਸੀਂ ਇਹ ਤਾਂ ਕਹਿ ਸਕਦੇ ਨਹੀਂ ਮੈਂ ਦਊਂਗਾ ਟਾਈਮ। ਬਈ ਆਪਣੀ ਜ਼ਿੰਦਗੀ 'ਚ ਪ੍ਰਾਇੋਰਟੀ ਕੁਛ ਹੋਰ ਆ ਜੀ, ਹਨਾ। ਸੋ ਜਦੋਂ ਕੋਈ ਇਦਾਂ ਦਾ ਪਾਰਟਨਰ ਆਊਗਾ ਜਿਹਨੂੰ ਇਹ ਲੱਗੂਗਾ ਕਿ ਇਹਦੀ ਪ੍ਰਾਇੋਰਟੀ ਦੇ ਵਿੱਚ ਮੈਂ ਇਹਦੀ ਹੈਲਪ ਕਰਨੀ ਆ, ਦੈਨ ਕੋਈ ਪ੍ਰੋਬਲਮ ਨਹੀਂ। ਫਿਰ ਉਹ ਹੋਇਆ ਨਹੀਂ। ਤੁਸੀਂ ਹੁਣੇ ਥੋੜੀ ਦੇਰ ਪਹਿਲਾਂ ਕਿਹਾ ਵੀ ਤੁਸੀਂ 2 ਚੀਜ਼ਾਂ ਨੇ, ਜਾਂ ਇੱਥੇ ਰਿਸ਼ਤਾ ਜੋੜ ਲਓ ਜਾਂ ਆਡੀਅנס ਦੇ ਨਾਲ ਰਿਸ਼ਤਾ ਜੋੜ ਲਓ, ਬਟ ਬਿਨਾਂ ਰਿਸ਼ਤਾ ਜੋੜੇ ਇਹ ਕਿਵੇਂ ਸਰਵਾਈਵ ਕਰੋਗੇ ਅੱਗੇ? ਕੰਮ ਵਧੀਆ ਕਰਕੇ ਸਫੀਸ਼ੀਐਂਟ ਹੈ। ਹਾਂ, ਇਸ ਤੋਂ ਉੱਤੇ ਕੁਝ ਨਹੀਂ ਹੈਗਾ। ਇਹ ਦੁਨਿਆਵੀ ਗੱਲਾਂ ਨੇ ਸਾਰੀਆਂ ਕਿ ਮੇਰਾ ਉਹ ਵਧੀਆ ਯਾਰ ਆ, ਮੇਰੀ ਹੈਲਪ ਕਰ ਦੂਗਾ, ਨਹੀਂ ਆਏ ਤਾਂ। ਤੁਸੀਂ ਕਦੀ ਵੈਸੇ ਕਿਸੇ ਨਾਲ ਸਰਸਰੀ ਹੈਲਪ, ਕੋਈ ਏਦਾਂ ਦੀ ਸਿਚੁਏਸ਼ਨ ਹੈ ਕਿ ਤੁਸੀਂ ਕਾਲ ਕਰਕੇ ਕਿਹਾ ਵੀ ਆਹ ਚੀਜ਼ ਆ, ਬਟ ਅੱਗੋਂ ਤੁਹਾਨੂੰ ਰੀਅਲਾਈਜ਼ ਹੋਇਆ ਹੋਵੇ ਵੀ ਸਭ ਕੁਝ ਮੂੰਹ ਤੇ ਹੀ ਸੀਗਾ? ਹਰ ਵਾਰੀ। ਤਾਂ ਹੀ ਤਾਂ ਮੈਂ ਕਿਹਾ ਮੈਨੂੰ ਸਿਖਾਇਆ ਲੋਕਾਂ ਨੇ ਬਹੁਤ। ਹੁਣ ਮੈਂ ਕਿਸੇ ਤੋਂ ਐਕਸਪੈਕਟ ਨਹੀਂ ਕਰਦਾ। ਜਿੱਥੇ ਚਾਹ ਆ ਉੱਥੇ ਟੈਨਸ਼ਨ ਆ, ਉੱਥੇ ਥੋੜੀ ਨਿਰਾਸ਼ਾ। ਚਾਹ ਹੀ ਨਹੀਂ ਹੋਊਗੀ, ਨਿਰਾਸ਼ਾ ਹੀ ਨਹੀਂ ਹੋਊਗੀ। ਸੋ ਮੈਨੂੰ ਤਾਂ ਸਿਖਾਇਆ ਹੀ ਲੋਕਾਂ ਨੇ ਆ, ਮੈਂ ਕਿਸੇ ਤੋਂ ਸਿੱਖਿਆ ਨਹੀਂ। ਮੈਨੂੰ ਸਿਰਫ ਲੋਕਾਂ ਨੇ ਸਿਖਾਇਆ ਕਿ ਕਿਸੇ ਤੋਂ ਕੁਝ ਐਕਸਪੈਕਟ ਨਹੀਂ ਕਰਨਾ। ਕੋਈ ਜੋ ਮਰਜ਼ੀ ਕਰਦਾ ਰਹੇ, ਤੁਹਾਡਾ ਕੰਮ ਨਹੀਂ ਵਧੀਆ, ਤੁਸੀਂ ਕਿਸੇ ਜੋਗੇ ਨਹੀਂ। ਤੁਹਾਡਾ ਕੰਮ ਵਧੀਆ ਹੋ ਸਕਦਾ, ਲੇਟ ਆ ਜਾਓ ਤੁਸੀਂ ਲੋਕਾਂ ਅੱਗੇ, ਪਰ ਜੇ ਤੁਹਾਡੇ ਰਿਸ਼ਤੇ ਬਹੁਤ ਵਧੀਆ ਨੇ, ਮੇਰੇ ਨਾਲ ਮੈਨੂੰ ਲੱਗਦਾ ਇੰਡਸਟਰੀ 'ਚ ਕੋਈ ਬੰਦਾ ਹੀ ਨਹੀਂ ਜਿਹਦੇ ਨਾਲ ਮੇਰੀ ਵਿਗੜੀ ਸੀ। ਮੇਰੀ ਤਾਂ ਸਾਰਿਆਂ ਨਾਲ ਬਣੀ ਹੈ, ਤੇ ਸਾਰਿਆਂ ਦੀ ਮੈਂ, ਜੇ ਕਿਸੇ ਨੇ ਮੇਰੇ ਤੋਂ 1% ਹੈਲਪ ਮੰਗੀ ਆ ਤੇ ਮੈਂ 10 ਦਿੱਤੀ ਹੈ ਵਾਪਸ, ਕਿ ਲਓ ਬਈ ਕੋਈ ਚੱਕਰ ਨਹੀਂ, ਤੁਹਾਡੇ ਨਾਲ। ਸੋ ਮੈਂ ਸਾਰਾ ਕੁਝ ਕਰਕੇ ਹੰਢਾ ਕੇ ਫਿਰ ਮੈਨੂੰ ਲੱਗਿਆ ਕਿ ਇਹ ਜ਼ੀਰੋ ਹੈ ਸਾਰਾ ਕੁਝ। ਜੀ ਉਦੋਂ ਤੇ ਤੁਹਾਨੂੰ ਫਿਰ ਦੁਨੀਆ ਹੋਰ ਲੱਗਦੀ ਹੋਏਗੀ ਨਾ, ਜਦੋਂ ਸਾਰੇ ਤੁਹਾਡੇ ਨਾਲ ਇੰਨੇ ਅੱਛੇ ਸੀ, ਜਦੋਂ ਤੁਸੀਂ ਆਉਣਾ ਸੀਗਾ ਹਜੇ? ਹਾਂ, ਉਦੋਂ ਤਾਂ ਐਂ ਲੱਗਦਾ ਸੀ ਨਾ ਕਿ ਯਾਰ ਵਾਹ ਬਹੁਤ ਵਧੀਆ ਲੋਕ ਨੇ, ਕਿ ਜਿੱਦਾਂ ਦਾ ਮੈਂ ਹੈਗਾ ਉਦਾਂ ਦੇ ਹੀ ਨੇ, ਕਿ ਆਪਾਂ ਕਿਸੇ ਨਾਲ ਇੱਕ ਵਾਰੀ ਹੱਥ ਮਿਲਾ ਲਿਆ ਤੇ ਬਸ ਹੱਥ ਮਿਲਾ ਲਿਆ, ਫਿਰ ਤੁਸੀਂ ਸਾਡੇ ਯਾਰ ਆ। ਫਿਰ ਇਹਦਾ ਮਤਲਬ ਇੱਕ ਫੋਨ ਤੇ ਤੁਸੀਂ ਜਿੱਥੇ ਤੁਸੀਂ ਕਿਹਾ ਤਾਂ ਉੱਥੇ ਆ ਗਏ, ਜਿੱਥੇ ਅਸੀਂ ਕਿਹਾ ਤਾਂ ਉੱਥੇ ਆ ਗਏ। ਲੋੜ ਵੀ ਨਹੀਂ ਕਹਿਣ ਦੀ, ਆਪੇ ਹੀ ਆ ਗਏ, ਤੁਹਾਨੂੰ ਕੁਝ ਦੱਸਣ ਦੀ ਲੋੜ ਨਹੀਂ। ਫਿਰ ਹੱਥ ਮਿਲਾਏ ਦਾ ਮਤਲਬ ਤਾਂ ਆਹੀ ਹੁੰਦਾ, ਪਰ ਇੱਥੇ ਹੱਥ ਮਿਲਾਏ ਦਾ ਮਤਲਬ ਕੁਝ ਹੋਰ ਹੈ। ਇੱਥੇ ਕਹਿੰਦੇ ਨੇ ਹੱਥ ਮਿਲਾ ਲਿਆ, ਹੁਣ ਇਹਨੂੰ ਵਰਤ ਲਓ। ਫਿਰ ਮੈਨੂੰ ਪਤਾ ਲੱਗਿਆ ਕਿ ਹੱਥ ਮਿਲਾਉਣੇ ਘੱਟ ਕਰੀਏ। ਓਕੇ, ਸੋ ਮਿਸ ਕਰਦੇ ਹੋ ਐਂਕਰਿੰਗ ਨੂੰ?
ਨਹੀਂ ਮੈਂ ਸਿੱਖ ਲਿਆ ਜੋ ਸਿੱਖਣਾ ਸੀ ਉਹਦੇ ਤੋਂ। ਮੈਂ ਪਿੱਛੇ ਮੁੜ ਕੇ ਨਹੀਂ ਦੇਖਦਾ ਮੈਂ ਕਿ ਪਿੱਛੇ ਕੀ ਕੀਤਾ, ਪਰ ਜੇ ਉਹ ਨਹੀਂ ਹੁੰਦੀ ਤਾਂ ਮੈਂ ਅੱਜ ਇੱਥੇ ਨਹੀਂ ਹੁੰਦਾ, ਕਿਉਂਕਿ ਉੱਥੋਂ ਹੀ ਸਿੱਖੀ ਹੋਈਆਂ ਚੀਜ਼ਾਂ ਨੇ। ਜਿਹੜੀ ਤੁਸੀਂ ਗੱਲ ਕਹਿੰਦੇ ਨਾ ਕਿ ਯਾਰ ਤੁਸੀਂ ਐਕਟਿੰਗ ਕਰਦੇ ਵੀ ਹੋ, ਪਤਾ ਨਹੀਂ ਲੱਗਦਾ, ਉਹ ਉੱਥੋਂ ਹੀ ਸਿੱਖੀ ਹੈ ਜੀ ਕਿ ਉਹ ਕਿੱਦਾਂ ਹੁੰਦਾ। ਕਿਉਂਕਿ ਜਦੋਂ ਮੈਂ ਉਹ ਕੰਮ ਕਰਦਾ ਸੀ ਉਦੋਂ ਮੈਨੂੰ ਉਹ ਵੀ ਨਹੀਂ ਕਰਨਾ ਆਉਂਦਾ ਸੀ, ਉਹ ਵੀ ਉੱਥੇ ਕਰਦੇ ਕਰਦੇ ਹੀ ਪਤਾ ਲੱਗਿਆ ਅੱਛਾ ਇਦਾਂ ਹੁੰਦਾ ਹੈ। ਉਹ ਜਦੋਂ ਨੂੰ ਪਤਾ ਲੱਗਿਆ ਉਦੋਂ ਨੂੰ ਮੈਂ ਛੱਡਤਾ ਕਿ ਬਸ ਪਤਾ ਲੱਗ ਗਿਆ ਹੁਣ ਖਤਮ, ਆਪਾਂ ਨਹੀਂ ਕਰਨਾ। ਫਿਰ ਉਹ ਛੱਡਣ ਤੋਂ ਬਾਅਦ ਫਿਰ ਜਦੋਂ ਇਹ ਕੰਮ ਲਈ ਕੀਤਾ ਤਾਂ ਉਹਦੀ ਮੇਨ ਨੀਂਹ ਜਿਹੜੀ ਉੱਥੋਂ ਹੀ ਰੱਖੀ ਗਈ ਹੈ। ਸੋ ਮੈਂ ਮਿਸ ਨਹੀਂ ਕਰਦਾ, ਪਰ ਮੈਂ ਇਹ ਜ਼ਰੂਰ ਕਹਿਣਾ ਕਿ ਉੱਥੋਂ ਸਾਰੀ ਸ਼ੁਰੂਆਤ ਹੋਈ। ਓਕੇ, ਸੋ ਇੱਕ ਵਾਰ ਗੱਲ ਹੋਈ ਸੀ ਕਿ ਉਸ ਟਾਈਮ ਤੇ ਨਾ ਕੁਝ ਆਡੀਅנס ਬਹੁਤ ਅਨਵਾਂਟਡ ਜੀ ਜਿਹੜੀ ਸੀਗੀ ਉਹ ਮੈਸੇਜ ਕਰਦੀ ਹੁੰਦੀ ਸੀ ਵੀ ਆਹ ਸ਼ੋਅ ਨਹੀਂ ਢੰਗ ਦਾ ਹੈ ਨਾ, ਇਹ ਵੀ ਹੋਇਆ ਨਾ? ਲੈ ਇਹ ਤਾਂ ਕੁਝ ਵੀ ਨਹੀਂ। ਜਦੋਂ ਸ਼ੋਅ ਸ਼ੁਰੂ ਹੋਇਆ ਲੋਕ ਚੈਨਲ ਵਾਲਿਆਂ ਨੂੰ ਫੋਨ ਕਰਕੇ ਕਹਿੰਦੇ ਆਹ ਕਿਹੜਾ ਮੁੰਡਾ ਰੱਖ ਲਿਆ ਤੁਸੀਂ, ਕਹਿੰਦੇ ਇਹਨੂੰ ਸਵਾਲ ਪੁੱਛਣੇ ਨਹੀਂ ਆਉਂਦੇ, ਇਹਨੂੰ ਗੱਲ ਕਰਨੀ ਨਹੀਂ ਆਉਂਦੀ, ਇਹਨੂੰ ਤੁਸੀਂ ਕੱਢ ਦਿਓ। ਮੈਨੂੰ ਦਿਖਾਉਂਦੇ ਹੁੰਦੇ ਸੀਗੇ, ਪ੍ਰੋਗਰਾਮਿੰਗ ਹੈਡ ਬਲਜਿੰਦਰ ਸਰ ਸੀਗੇ, ਤੇ ਉਹ ਮੈਨੂੰ ਦਿਖਾਉਂਦੇ ਕਹਿੰਦੇ ਆਹ ਦੇ ਕੀ ਮੈਸੇਜ ਆ ਰਿਹਾ। ਮੈਂ ਕਿਹਾ ਜੀ ਵਾਹ। ਮੈਂ ਸੀਰੀਅਸਲੀ ਬੁਰਾ ਨਹੀਂ ਲੱਗਦਾ ਸੀ? ਬੁਰਾ ਕਿਉਂ ਲੱਗਣਾ? ਤੁਸੀਂ ਸੋਚੋ ਨਾ, ਜੇ ਹੁਣ ਤੁਹਾਨੂੰ ਮੋਟਰਸਾਈਕਲ ਚਲਾਉਣਾ ਨਹੀਂ ਆਉਂਦਾ ਤੇ ਕੋਈ ਬੰਦਾ ਤੁਹਾਨੂੰ ਕਹਿੰਦਾ ਤੁਹਾਨੂੰ ਮੋਟਰਸਾਈਕਲ ਚਲਾਉਣਾ ਨਹੀਂ ਆਉਂਦਾ, ਤੁਸੀਂ ਬੁਰਾ ਥੋੜੀ ਮੰਨੋਗੇ, ਤੁਹਾਨੂੰ ਨਹੀਂ ਆਉਂਦਾ ਨਾ। ਲੋਕੀ ਕਹਿੰਦੇ ਇਹਨੂੰ ਪਤਾ ਨਹੀਂ ਹੈ, ਤੇ ਮੈਂ ਕਹਿੰਦਾ ਹਾਂ ਮੈਨੂੰ ਨਹੀਂ ਪਤਾ, ਤੇ ਇਹਦੇ ਚ ਕੋਈ ਗਲਤ ਗੱਲ ਕੀ ਆ? ਲੋਕੀ ਜੋ ਕਹਿੰਦੇ ਸੱਚ ਸੀ। ਹੁਣ ਉਹਦੇ ਚ ਕੀ ਹੋਇਆ ਕਿ ਲੋਕ ਐ ਕਹਿ ਦਿੰਦੇ ਸੀ ਪਰ ਲੋਕੀ ਦੇਖਦੇ ਵੀ ਸੀ। ਫਿਰ ਲੋਕ ਕਿਉਂ ਦੇਖਦੇ ਸੀ? ਕਿਉਂਕਿ ਹਮੇਸ਼ਾ ਜਦੋਂ ਕੋਈ ਗੈਸਟ ਆਉਂਦਾ ਸੀ ਲੋਕਾਂ ਨੂੰ ਆਦਤ ਸੀ ਉਹਦੀ ਹਾਂ ਚ ਹਾਂ ਮਿਲਾਉਣ ਦੀ, ਹਨਾ, ਕਿ ਸਰ ਤੁਸੀਂ ਏਦਾਂ ਕੀਤਾ, ਉਹ ਕਹੂਗਾ ਨਹੀਂ ਜੀ ਮੈਂ ਆਹ ਕੀਤਾ, ਤੁਸੀਂ ਕਹੋ ਹਾਂਜੀ 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 ਸਰ। ਉਹ ਮੈਂ ਕਿਹਾ ਮੈਂ ਕਿਉਂ ਕਹਾਂ ਹਾਂਜੀ, ਮੈਨੂੰ ਨਹੀਂ ਲੱਗਦੀ ਤੁਹਾਡੀ ਗੱਲ ਠੀਕ, ਮੈਂ ਨਹੀਂ ਕਹੂੰਗਾ ਹਾਂਜੀ। ਸੋ ਲੋਕਾਂ ਨੂੰ, ਗੈਸਟ ਨੂੰ ਐ ਲੱਗਦਾ ਸੀ ਕਿ ਇਹ ਕਿਉਂ ਏਦਾਂ ਕਰ ਰਿਹਾ, ਪਰ ਹਰ ਆਮ ਬੰਦਾ ਘਰੇ ਬੈਠਾ ਹੀ ਸੋਚ ਰਿਹਾ ਨਾ ਕਿ ਤੁਸੀਂ ਜੋ ਸੋ ਗੱਲ ਕਹਿ ਰਹੇ ਹੋ ਗਲਤ ਹੈ। ਤੇ ਮੈਂ ਤਾਂ ਉਦਾਂ ਦਾ ਹੀ ਸੀ। ਜੇ ਮੈਂ ਕਿਸੇ ਤੋਂ ਸਿੱਖ ਕੇ ਆਇਆ ਹੁੰਦਾ ਸ਼ਾਇਦ ਮੈਂ ਉਹਨਾਂ ਦੀ ਹਾਂਜੀ ਚ ਹਾਂ ਮਿਲਾ ਦਿੰਦਾ, ਫਿਰ ਸ਼ਾਇਦ ਉਹ ਸ਼ੋਅ ਨਾ ਬਦਲਦਾ। ਸੋ ਜਿਹੜੀਆਂ ਬੋਲਡ ਇੰਟਰਵਿਊਜ਼ ਦੇ ਜਿਹੜੇ ਅੱਜ ਕੱਲ੍ਹ ਜਿਹੜੇ ਸਵਾਲ ਪੁੱਛੇ ਜਾਂਦੇ ਨੇ, ਉਹ ਉਸ ਸ਼ੋਅ ਦੇ ਵਿੱਚ ਸਭ ਤੋਂ ਪਹਿਲਾਂ ਸ਼ੁਰੂਆਤ ਹੋਈ ਸੀ ਕਿ ਤੁਹਾਡੀ ਗਰਲਫ੍ਰੈਂਡ ਹੈਗੀ। ਕਿਸੇ ਆਰਟਿਸਟ ਨੂੰ ਕਦੀ ਕਿਸੇ ਨੇ ਨਹੀਂ ਪੁੱਛਿਆ। ਫਿਰ ਤੁਸੀਂ ਮੈਨੂੰ ਪੁੱਛਿਆ ਤੇਰੀ ਗਰਲਫ੍ਰੈਂਡ ਹੈਗੀ, ਤੁਸੀਂ ਉਹ 2014 ਤੋਂ ਪਹਿਲਾਂ ਕੋਈ ਵੀ ਇੰਟਰਵਿਊ ਦੱਸੋ ਜਿਸ 'ਚ ਕਿਸੇ ਨੇ ਇਹ ਪੁੱਛਿਆ ਹੋਵੇ ਕਿ ਤੁਹਾਡੀ ਗਰਲਫ੍ਰੈਂਡ ਹੈਗੀ। ਅੱਛਾ ਜੀ, ਫਿਰ ਤੁਸੀਂ ਡੇਟ ਤੇ ਗਏ ਸੀ? ਅੱਛਾ ਜੀ, ਫਿਰ ਤੁਹਾਡੀ ਗਰਲਫ੍ਰੈਂਡ, ਤੁਸੀਂ ਕਿਸੇ ਨੂੰ ਧੋਖਾ ਦਿੱਤਾ? ਨਹੀਂ ਜੀ। ਇਹ ਸਾਰੀਆਂ ਗੱਲਾਂ ਤਾਂ ਹੀ ਨੇ ਨਾ ਕਿਉਂਕਿ ਆਮ ਗੱਲਾਂ ਨੇ, ਤੁਸੀਂ ਯਾਰਾਂ ਦੋਸਤਾਂ ਨਾਲ ਬਹਿ ਕੇ ਪੁੱਛ ਸਕਦੇ ਗੱਲ, ਤੇ ਫਿਰ ਕੀ ਹੋ ਗਿਆ ਜੇ ਮੈਂ ਤੁਹਾਨੂੰ ਪੁੱਛ ਲਈ? ਪਰ ਮੈਂ ਤੇ ਪੁੱਛੀ ਨਹੀਂ, ਡੇਟ ਕਰਦੇ ਹੋ? ਨਹੀਂ ਗਰਲਫ੍ਰੈਂਡ ਦੀ ਡੇਟ ਕਿੱਥੋਂ ਕਰਨੀ, ਹਨਾ। ਸੋ ਉੱਥੋਂ ਸ਼ੁਰੂਆਤ ਹੋਈ ਸੀ ਉਹ। ਸੋ ਮੈਨੂੰ ਐਂ ਲੱਗਦਾ ਕਿ ਉਹ ਨਹੀਂ ਪਤਾ ਸੀ ਤਾਂ ਕਰਕੇ। ਯਾਰ ਮੈਨੂੰ ਤਾਂ ਬਹੁਤ ਵਧੀਆ ਲੱਗਦੀਆਂ ਸੀਗੀਆਂ, ਔਰ ਮੈਂ ਸੱਚੀ ਇੱਕ ਐਕਚੁਅਲ ਦੇ ਵਿੱਚ ਮੈਨੂੰ ਲੱਗਦਾ ਕਿ ਉਹ ਵਾਲਾ ਸਟਾਈਲ ਆਈ ਰੀਲੀ ਲਵ ਟੂ ਵਾਚ। ਇੱਕ ਬਹੁਤ ਮਿੱਠੇ ਹੋਏ ਕੁਐਸਚਨਸ ਪੁੱਛਣਾ। ਫਿਰ ਦੂਜੀ ਤਿਆਰੀ ਨਹੀਂ ਸੀ ਨਾ ਕੋਈ ਕਿ ਜਾ ਕੇ ਪੁੱਛਣਾ ਕੀ ਆ, ਇਦਾਂ ਨਹੀਂ ਸੀ। ਫਿਰ ਮੈਨੂੰ ਇਦਾਂ ਹੁੰਦਾ ਸੀ ਕਿ ਆਹ ਬੈਠਾ ਬੰਦਾ, ਇਹਨੂੰ ਪੁੱਛ ਲਓ ਜੋ ਪੁੱਛਣਾ ਹੈ। ਪਰ ਇਹ ਵਧੀਆ ਨਹੀਂ ਹੈ ਤੁਹਾਡੀ ਇਸੇ ਕੁਆਲਿਟੀ ਦੇ ਚੱਕਰ ਦੇ ਵਿੱਚ ਸਲਮਾਨ ਨੇ ਤੁਹਾਨੂੰ ਕਿਹਾ ਸੀ ਜੋ ਪੁੱਛਣਾ ਹੈ ਪੁੱਛ। ਦੇਖੋ ਉਹਨਾਂ ਦੀ ਕਿੱਡੀ ਵੱਡੀ ਗੱਲ ਆ। ਤੁਸੀਂ ਸੋਚੋ ਪੰਜਾਬ ਕਹਿ ਰਿਹਾ, ਇੰਡੀਆ ਦਾ ਸੁਪਰਸਟਾਰ, ਉਹ ਬੰਦਿਆਂ ਦੀ ਲਿਸਟ ਆਉਂਦੀ ਹੈ ਕਿ ਤੁਸੀਂ ਆਹ ਸਵਾਲ ਪੁੱਛਣੇ ਆ, ਇਹ ਨਹੀਂ ਪੁੱਛਣੇ। ਸਭ ਤੋਂ ਪਹਿਲਾ ਸਵਾਲ ਇਹ ਸੀ ਕਿ ਤੁਸੀਂ ਇਹਨਾਂ ਨੂੰ ਵਿਆਹ ਬਾਰੇ ਨਹੀਂ ਪੁੱਛਣਾ। ਓਕੇ, ਠੀਕ ਹੈ ਜੀ। ਦੂਜਾ ਸਵਾਲ ਉਹਨਾਂ ਦੇ ਆਪਦੇ ਸੀ ਕਿ ਆਹ ਨਾ ਪੁੱਛੋ, ਆਹ ਨਾ ਪੁੱਛੋ, ਆਹ ਨਾ ਪੁੱਛੋ। ਮੈਂ ਉਹਨਾਂ ਕੋਲ ਬੈਠਾ, ਮੈਂ ਕਿਹਾ ਜੀ ਇੰਟਰਵਿਊ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਕਿਹਾ ਸਰ ਮੇਰੇ ਕੋਲ ਆਹ ਸਵਾਲ ਆਏ ਨੇ, ਮੈਂ ਤਾਂ ਕੋਈ ਸਵਾਲ ਲੈ ਕੇ ਨਹੀਂ ਆਇਆ ਆਪਦੇ ਕੋਲ। ਮੈਂ ਕਿਹਾ ਜੀ ਮੈਂ ਸੌਰੀ ਜੇ ਤੁਹਾਡੇ ਕੋਲੋਂ ਕੋਈ ਗਲਤ ਪੁੱਛ ਲਾਂ, ਪਰ ਮੈਂ ਕੋਈ ਤਿਆਰੀ ਕਰਕੇ ਨਹੀਂ ਆਇਆ, ਮੇਰਾ ਜੋ ਜੀ ਕਰੂ ਮੈਂ ਪੁੱਛ ਲੂੰਗਾ। ਉਹ ਬੜਾ ਖੁਸ਼ ਹੋਇਆ ਇਹ ਗੱਲ ਸੁਣ ਕੇ। ਉਹ ਕਹਿੰਦੇ ਯਾਰ ਲੈ ਤੂੰ ਜੋ ਮਰਜ਼ੀ ਬੋਲ, ਕਹਿੰਦੇ ਯਾਰੇ ਲੈ। ਮੈਂ ਕਿਹਾ ਜੀ ਠੀਕ ਆ। ਇੰਟਰਵਿਊ ਸ਼ੁਰੂ ਹੋਈ, ਬਾਕੀ ਤੁਸੀਂ ਦੇਖੀ ਹੋਈ ਹੈ ਸਾਰੀ, ਹੈ ਨਾ। ਸੋ ਉਹ ਜਿੰਨਾ ਕੰਫਰਟੇਬਲ ਉਸ ਇੰਟਰਵਿਊ 'ਚ ਨੇ, ਉਹਦੇ ਥੱਲੇ ਕਮੈਂਟਸ ਵੀ ਦੇਖਿਓ ਕਿ ਉਸ ਤੋਂ ਜ਼ਿਆਦਾ ਕਦੀ ਕਿਸੇ ਇੰਟਰਵਿਊ 'ਚ ਉਹ ਹੋਏ ਨਹੀਂ ਕੰਫਰਟੇਬਲ। ਤੇ ਉਹਦਾ ਕਾਰਨ ਸਿਰਫ ਇਹ ਸੀ ਕਿ ਜੋ ਮੈਨੂੰ ਫੀਲ ਹੁੰਦਾ ਸੀ ਮੈਂ ਪੁੱਛੀ ਜਾਂਦਾ ਸੀ। ਅੱਛਾ ਵੀਰੇ, ਨਰਵਸ ਵੀ ਹੁੰਦੇ ਸੀਗੇ ਕਦੀ ਕਿਸੇ ਆਰਟਿਸਟ ਦੇ ਆਉਣ ਤੋਂ ਪਹਿਲਾਂ? ਕਦੀ ਲੱਗਿਆ ਵੀ ਮੈਂ ਕੀ ਕਰੂੰਗਾ? ਨਰਵਸ ਉੱਥੇ ਹੋਣਗੇ ਨਾ ਜਿੱਥੇ ਤਿਆਰੀ ਕੀਤੀ ਹੋਊ। ਸਾਰੀ ਗੱਲ ਉੱਥੇ ਮੁੱਕ ਜਾਂਦੀ ਹੈ। ਤਿਆਰੀ ਹੀ ਨਹੀਂ ਕੀਤੀ ਉੱਥੇ ਕਾਹਦੀ ਨਰਵਸਨੈਸ, ਜਦੋਂ ਤੁਹਾਨੂੰ ਪਤਾ ਹੀ ਨਹੀਂ ਹੈ। ਜਦੋਂ ਫਿਲਮ ਕਰਦੇ ਹੋ, ਸ਼ਾਟ ਹੁੰਦਾ ਹੈ, ਉਦੋਂ? ਹਾਂ ਉਦੋਂ ਹੁੰਦਾ। ਉਦੋਂ ਇਹ ਗੱਲ ਤੁਸੀਂ ਸਹੀ ਕਰ ਸਕਦੇ ਹੋ। ਜਦੋਂ ਕੋਈ ਸ਼ਾਟ ਦੇਣਾ ਹੈ ਤੇ ਤੁਹਾਨੂੰ ਪਤਾ ਹੈ ਕਿ ਇਹ ਚੀਜ਼ ਡਿਲੀਵਰ ਹੋਣੀ ਚਾਹੀਦੀ ਆ, ਕਿਉਂਕਿ ਉੱਥੇ ਮੈਂ ਕਹਿੰਦਾ ਨਹੀਂ ਮੈਨੂੰ ਆਉਂਦਾ ਨਹੀਂ ਤੇ ਲੋਕੀ ਥੀਏਟਰ 'ਚ ਕਹਿਣਗੇ ਕੀ ਕਰੀ ਜਾਂਦਾ। ਉਹ ਉੱਥੇ ਤਿਆਰੀ ਚਾਹੀਦੀ ਆ। ਉਹ ਸ਼ਾਟ ਦੇਖਣਾ ਬਾਅਦ 'ਚ, ਤੇ ਦੇਖਣਾ ਕਿ ਇਹ ਜੋ ਸੋਚਿਆ ਸੀ ਉਹ ਹੋਇਆ, ਉੱਥੇ ਤੁਸੀਂ ਫੀਲ ਕਰ ਸਕਦੇ। ਚੋਬਰ ਦੀ ਜੇਕਰ ਗੱਲ ਕਰੀਏ, ਸਭ ਤੋਂ ਟਫੈਸਟ ਪਾਰਟ ਕਿਹੜਾ ਰਿਹਾ? ਸਟੰਟਸ ਤਾਂ ਤੁਸੀਂ ਪਹਿਲੇ ਵੀ ਕਰਦੇ ਸੀ। ਸਟੰਟਸ ਕੋਈ ਟਫੈਸਟ ਨਹੀਂ ਸੀਗਾ, ਉਹ ਆਲਰੇਡੀ ਸਿੱਖਿਆ ਹੋਇਆ ਸਾਰਾ ਕੁਝ ਹੈ ਨਾ। ਰਾਈਟ। ਟਫੈਸਟ ਹੁੰਦਾ ਕਿ ਲੋਕ ਤੁਹਾਨੂੰ ਪੁਰਾਣੀ ਫਿਲਮ ਦੇ ਨਾਲ ਰਿਲੇਟ ਨਾ ਕਰਨ। ਇਹ ਨਾ ਕਹਿ ਦੇਣ ਕਿ ਸ਼ੂਟਰ 'ਚ ਵੀ ਤਾਂ ਐਂ ਸੀ, ਸ਼ੂਟਰ 'ਚ ਵੀ ਤਾਂ ਐਂ ਤੁਰਦਾ ਸੀ, ਸ਼ੂਟਰ 'ਚ ਵੀ ਤਾਂ ਐਂ ਗੱਲ ਕਰਦਾ ਸੀ। ਇਹ ਟਫੈਸਟ ਆ ਕਿ ਤੁਸੀਂ ਜਦੋਂ ਡਿਫਰੈਂਸ਼ੀਏਟ, ਇੱਕ ਬੰਦਾ ਮੈਂ, ਇੱਕ ਲੋਕਾਂ ਨੇ ਮੈਨੂੰ ਉਹ ਸ਼ੋਅ 'ਚ ਦੇਖਿਆ, ਇੱਕ ਆ ਤੁਹਾਡੇ ਨਾਲ ਬੈਠਾ, ਇੱਕ ਸ਼ੂਟਰ 'ਚ ਦੇਖਿਆ, ਇੱਕ ਚੋਬਰ 'ਚ ਦੇਖਣਗੇ। ਸੋ ਇਹ ਜੇ ਵੱਖਰੇ ਨਹੀਂ ਗਏ
ਤੇ ਫਿਰ ਕੋਈ ਫਾਇਦਾ ਨਹੀਂ ਕੰਮ ਕਰਨ ਦਾ। ਅੱਛਾ, ਐਕਟਰ ਬਣਨ ਤੋਂ ਬਾਅਦ ਲਾਈਫ ਚੇਂਜ ਹੁੰਦੀ ਹੈ ਜਾਂ ਹਜੇ ਵੀ ਕਿਤੇ ਵੀ ਘੁੰਮਣ ਚਲੇ ਜਾਂਦੇ ਹੋ, ਕਿਤੇ ਵੀ ਖੜ ਜਾਂਦੇ ਹੋ? ਮੈਂ ਨਹੀਂ ਇੱਦਾਂ ਪ੍ਰਭਾਵ ਗੁਰੂ ਕਰਦਾ। ਮੈਂ ਤੁਹਾਨੂੰ ਦੱਸਿਆ ਕਿ ਕਲਾਕਾਰਾਂ ਵਾਲਾ ਕੋਈ ਗੁਣ ਨਹੀਂ ਹੈਗਾ ਮੇਰੇ 'ਚ। ਮੈਂ ਨਾ ਇਹ ਬਲੀਵ ਕਰਦਾ ਕਿ ਕਿਸੇ ਨੂੰ ਪਤਾ ਲੱਗੇ, ਜਿੱਦਾਂ ਕਲਾਕਾਰ ਨਹੀਂ ਹੁੰਦੇ। ਮੈਂ ਦੱਸਦਾ ਇੱਕ ਗੱਲ ਦਾ ਹਾਸੇ ਵਾਲੀ। ਕਈ ਵਾਰੀ ਨਾ ਕਲਾਕਾਰ ਦਾ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਫਲਾਨਾ ਕਲਾਕਾਰ ਹੈ। ਰਾਈਟ। ਉਹ 4 ਬੰਦੇ ਨਾਲ ਲੈ ਕੇ ਚੱਲਦਾ ਹੈ। 4 ਬੰਦੇ ਨਾਲ ਤਾਂ ਜਾਂਦੇ ਨੇ ਕਿ ਜਦੋਂ ਕੋਈ ਲੋਕ ਉਹਨੂੰ ਦੇਖਣ ਤੇ ਲੋਕੀ ਕਹਿਣ ਇਹ ਕੌਣ ਹੈ, ਸਵਾਲ ਹੁੰਦਾ ਹੈ। ਜਦੋਂ ਕੋਈ ਬੰਦਾ ਇਕੱਲਾ ਤੁਰਿਆ ਜਾਂਦਾ ਨਾ, ਤੇ ਜੇ ਲੋਕ ਉਹ ਹੋ ਸਕਦਾ ਉਹਨੂੰ ਨਹੀਂ ਜਾਣਦੇ ਤੇ ਆਮ ਹੀ ਲੰਘ ਜੇ ਹਨਾ। ਸੋ ਉਹਨਾਂ ਨੂੰ ਆਪਣੀ ਹੋਂਦ ਬਚਾਉਣ ਲਈ ਇਹ ਕਰਨਾ ਪੈਂਦਾ। ਆਪਾਂ ਨੂੰ ਨਹੀਂ ਇਹ ਬਿਲਕੁਲ ਵੀ ਕੋਈ ਲਾਲਚ। ਮੈਨੂੰ ਐਂ ਲੱਗਦਾ ਤੁਸੀਂ ਕੰਮ ਐ ਕਰੋ ਕਿ ਲੋਕ ਤੁਸੀਂ ਜਿੱਥੇ ਮਰਜ਼ੀ ਹੋਵੋ, ਜੇ ਤੁਹਾਨੂੰ ਲੋਈ ਲੋਕ ਪਛਾਣ ਰਹੇ ਤਾਂ ਨਹੀਂ ਪਛਾਣ ਰਹੇ, ਤੇ ਜੇ ਤੁਸੀਂ ਕੰਮ ਚੰਗਾ ਕੀਤਾ ਲੋਕ ਤੁਹਾਨੂੰ ਪਛਾਣਨਗੇ ਹੀ ਪਛਾਣਨਗੇ। ਸੋ ਮੈਂ ਕਦੀ ਨਹੀਂ ਸੋਚਦਾ ਇੱਥੇ ਨਹੀਂ ਖੜਨਾ, ਇੱਥੇ ਖੜਨਾ ਯਾਰ ਉਹਨਾਂ ਲਈ ਤਾਂ ਕੰਮ ਕਰੀ ਜਾਂਦਾ। ਮੈਂ ਇਹ ਸੋਚਣ ਲੱਗ ਗਿਆ ਕਿ ਮੈਂ ਇੱਥੇ ਨਹੀਂ ਖੜਨਾ। ਨਾਲੇ ਇਹ ਸਾਰੇ ਕਲਾਕਾਰ ਪੰਜਾਬ 'ਚ ਇੱਦਾਂ ਕਰ ਸਕਦੇ ਨੇ। ਤੁਸੀਂ ਬੰਬੇ ਚਲ ਜਾਓ, ਉੱਥੇ ਵੀ ਤਾਂ ਇਕੱਲੇ ਤੁਰੇ ਫਿਰੋਗੇ ਨਾ। ਪੂਨੇ ਚਲ ਜਾਓ, ਬੈਂਗਲੌਰ ਚਲ ਜਾਓ, ਕੋਈ ਪੁੱਛੂਗਾ ਨਹੀਂ? ਉੱਥੇ ਤਾਂ ਤੁਸੀਂ ਹੋ ਹੀ ਆ। ਤੇ ਜੇ ਮੈਂ ਉੱਥੇ ਹੋ ਰਹਿ ਸਕਦਾ ਤਾਂ ਇੱਥੇ ਕੀ ਪ੍ਰੋਬਲਮ? ਓਕੇ। ਕਦੀ ਗਿਫਟਸ ਕਿੰਨੇ ਕੁ ਮਿਲਦੇ ਨੇ ਤੁਹਾਨੂੰ? ਗਿਫਟ ਬਹੁਤ ਭੇਜਦੇ ਨੇ ਲੋਕ। ਐਂਡ ਮੈਨੂੰ ਜਿਹੜੇ ਹੱਥ ਨਾਲ ਬਣਾਉਂਦੇ ਨੇ ਨਾ ਲੋਕ, ਉਹ ਮੈਨੂੰ ਬਹੁਤ ਮੈਂ ਐਪਰੀਸ਼ੀਏਟ ਕਰਦਾ। ਮੇਰੇ ਕੋਲ ਪਏ ਨੇ ਸਾਰੇ ਗਿਫਟ ਹਨਾ, ਕਿਉਂਕਿ ਕਿਸੇ ਬੰਦੇ ਨੇ ਯਾਰ ਟਾਈਮ ਲਾਇਆ ਤੁਹਾਡੇ ਤੇ, ਮਿਹਨਤ ਕੀਤੀ ਆ। ਪਰ ਜੇ ਕੋਈ ਮੈਨੂੰ ਕੋਈ ਚੀਜ਼ ਖਰੀਦ ਕੇ ਭੇਜਦਾ, ਉਹਦੇ ਲਈ ਮੈਨੂੰ ਐ ਹੁੰਦਾ ਯਾਰ ਕਿ ਇਹ ਨਾ ਕਰੋ, ਕਿ ਆਈ ਡੋਂਟ ਵਾਂਟ ਕਿ ਯਾਰ ਤੁਸੀਂ ਆਪਣੇ ਪੈਸੇ ਖਰਚੋ। ਜੇ ਤੁਸੀਂ ਗਿਫਟ ਦੇਣਾ ਤੁਸੀਂ ਫਿਲਮ ਦੇਖੋ ਥੀਏਟਰ 'ਚ ਜਾ ਕੇ। ਗੁੱਡ ਮਤਲਬ ਮਾਰਕੀਟਿੰਗ। ਅੱਛਾ, ਪਹਿਲਾ ਗਿਫਟ ਕੀ ਮਿਲਿਆ ਸੀ ਵਿਜੇ? ਮੈਨੂੰ ਸਕੈਚ ਜ਼ਿਆਦਾ, ਮੇਰੇ ਪੋਰਟਰੇਟਸ ਮਿਲਦੇ ਨੇ ਮੈਨੂੰ। ਪੋਰਟਰੇਟਸ ਹਨਾ, ਚੀਜ਼ਾਂ ਮੇਰੀਆਂ, ਫੋਟੋਗ੍ਰਾਫਸ ਜ਼ਿਆਦਾ ਉਹ ਮਿਲਦੀਆਂ। ਕੱਪ ਭੇਜ ਦਿੰਦੇ ਨੇ ਲੋਕ। ਕਈ ਲੋਕ ਬਹੁਤ ਜਿੱਦਾਂ ਕੋਈ ਕਿਸੇ ਨੇ ਬੈਲਟ ਭੇਜਤੀ, ਕਿਸੇ ਨੇ ਗੋਗਲਸ ਭੇਜਤੀਆਂ, ਇੱਦਾਂ ਦੀਆਂ ਚੀਜ਼ਾਂ ਭੇਜਦੇ ਨੇ। ਓਕੇ। ਤੁਸੀਂ ਹੁਣ ਤੱਕ ਦਾ ਸਭ ਤੋਂ ਪਿਆਰਾ ਗਿਫਟ ਕਿਹਨੂੰ ਦਿੱਤਾ ਤੇ ਕੀ ਦਿੱਤਾ? ਮੈਂ ਆਪਦੇ ਮੰਮੀ ਨੂੰ ਹੀ ਦਿੱਤਾ ਬਸ। ਉਹਨਾਂ ਨੇ ਮੈਨੂੰ ਕਿਹਾ ਸੀ, ਪਤਾ ਨਹੀਂ ਇੱਕ ਵਾਰੀ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਨੂੰ ਕੋਈ ਵਾਲੀਆਂ ਸੀਗੀਆਂ ਬੜੀਆਂ ਵਧੀਆ ਲੱਗੀਆਂ ਕਿਤੇ, ਕਹਿੰਦੇ ਮੈਂ ਕੱਲ੍ਹ ਇੱਕ ਵਾਲੀਆਂ ਦੇਖੀਆਂ ਬੜੀਆਂ ਸੋਹਣੀਆਂ ਸੀਗੀਆਂ ਹਨਾ। ਮੈਂ ਕਿਹਾ ਅੱਛਾ ਠੀਕ ਹੈ। ਉਹਨਾਂ ਨੇ ਐ ਨਹੀਂ ਕਿਹਾ ਮੈਨੂੰ ਚਾਹੀਦੀਆਂ, ਉੱਦਾਂ ਹੀ ਕਿਹਾ ਉਹਨਾਂ ਨੇ, ਵਧੀਆ ਲੱਗੀਆਂ। ਫਿਰ ਮੈਂ ਲਿਆ ਕੇ ਦਿੱਤੀਆਂ ਉਹਨਾਂ ਨੂੰ। ਫਿਰ ਉਹ ਕਹਿੰਦੇ ਲੈ ਇਹ ਕੀ ਕਰਨੀਆਂ ਸੀ, ਮਾਵਾਂ ਤੇ ਇੱਦਾਂ ਦੀਆਂ ਹੁੰਦੀਆਂ। ਕਹਿੰਦੇ ਮੈਂ ਤਾਂ ਉਹੀ ਕਿਹਾ ਸੀ, ਉਹਨਾਂ ਨੇ ਪਾਈਆਂ ਵੀ ਨਹੀਂ ਹੋਣੀਆਂ ਕਦੀ। ਅੱਛਾ। ਹਾਂ, ਹੁਣ ਘਰੇ ਬੈਠਾ ਥੋੜੀ ਬੰਦਾ ਵਾਲੀਆਂ ਪਾਈ ਜਾਓ। ਫਿਰ ਉਹ ਬਸ ਉਹੀ ਸੀਗਾ, ਉਹੀ। ਠੀਕ ਹੈ। ਇੰਡਸਟਰੀ ਤੁਸੀਂ ਮੁੰਬਈ ਜਦੋਂ ਐਕਸਪਲੋਰ ਕਰਦੇ ਹੋ ਹੈ ਨਾ, ਕਿੰਨਾ ਕੁ ਡਿਫਰੈਂਸ ਹੈ? ਸੱਚੀ ਡਿਫਰੈਂਸ ਹੈਗਾ? ਕਿਉਂਕਿ ਇੱਥੇ ਤਾਂ ਆਪਾਂ ਹੀ ਸੁਣਦੇ ਹਾਂ ਵੀ ਬਾਲੀਵੁੱਡ, ਉੱਥੇ ਪ੍ਰੋਫੈਸ਼ਨਲ ਲੋਕ ਨੇ, ਪ੍ਰੈਕਟੀਕਲ ਨੇ। ਤੁਹਾਨੂੰ ਤੁਸੀਂ ਵਿਹਲੇ ਨਹੀਂ ਬਹਿ ਸਕਦੇ ਉੱਥੇ। ਜਦੋਂ ਇੱਥੇ ਤੁਸੀਂ ਟਾਈਮ ਵੇਸਟ ਬਹੁਤ ਕਰਦੇ ਆ, ਕੰਮ ਕਰਨ ਵਾਲੇ ਲੋਕ ਘੱਟ ਨੇ, ਗੱਲਾਂ ਵਾਲੇ ਜ਼ਿਆਦਾ ਨੇ। ਉੱਥੇ ਜ਼ਿਆਦਾ ਨੇ, ਪਰ ਉੱਥੇ ਕੰਮ ਤੁਸੀਂ ਵਿਹਲੇ ਨਹੀਂ ਪਾਓਗੇ। ਤੁਸੀਂ ਜੇ ਇੱਕ ਕਦਮ ਅੱਗੇ ਵਧਾਉਂਦੇ ਆ, ਤੁਹਾਨੂੰ 2 ਵਾਲੇ ਮਿਲ ਹੀ ਜਾਂਦੇ ਨੇ। ਰਾਈਟ। ਅੱਛਾ, ਐਕਟਰ ਲਾਈਫ ਬਹੁਤ ਡਿਫਿਕਲਟ ਹੈਗੀ ਹੈ ਅਨਡਾਊਟਡਲੀ। ਅਲੱਗ ਚੈਲੰਜਸ ਨੇ, ਟਾਸਕ, ਔਰ ਸਭ ਤੋਂ ਵੱਡੀ ਗੱਲ ਪ੍ਰਾਈਵੇਟ ਬਹੁਤ ਘੱਟ ਹੈ ਨਾ। ਸੋ ਹੈਪੀਨੈਸ ਕਿੰਨੀ ਹੈ ਔਰ ਡਿਪਰੈਸ਼ਨ ਕਿੰਨਾ ਹੈ ਔਰ ਸੈਟਿਸਫੈਕਸ਼ਨ ਕਿੰਨੀ ਹੈ? ਜੇ ਤਾਂ ਤੁਸੀਂ ਉਹ ਕੰਮ ਕਰ ਰਹੇ ਹੋ ਜਿਹੜਾ ਤੁਹਾਨੂੰ ਪਸੰਦ ਹੈ, ਫਿਰ ਤਾਂ ਕੋਈ ਡਿਪਰੈਸ਼ਨ ਨਹੀਂ। ਜੇ ਤੁਸੀਂ ਉਹ ਕੰਮ ਕਰ ਰਹੇ ਹੋ ਜਿਹੜਾ ਤੁਹਾਨੂੰ ਪਸੰਦ ਨਹੀਂ, ਫਿਰ ਪਹਿਲਾਂ ਤਾਂ ਤੁਸੀਂ ਨਲਾਇਕ ਉਹ ਕਰਕੇ ਹੋ ਰਹੇ ਹੋ, ਤੁਹਾਨੂੰ ਉਹ ਕਰਨਾ ਨਹੀਂ ਚਾਹੀਦਾ। ਸੋ ਮੈਂ ਆਪਣੀ ਜ਼ਿੰਦਗੀ 'ਚ ਕਦੀ ਉਹ ਕੰਮ ਨਹੀਂ ਕਰਦਾ ਜਿਹੜਾ ਮੈਨੂੰ ਪਸੰਦ ਨਹੀਂ। ਮੇਰੀ ਕੋਈ ਜ਼ਿੰਦਗੀ 'ਚ ਇੱਦਾਂ ਦੀ ਫਿਲਮ ਨਹੀਂ ਹੋਊਗੀ ਜਿਹੜੀ ਮੈਂ ਕਰਨ ਤੋਂ ਬਾਅਦ ਕਹੂੰਗਾ ਇਹ ਮੈਨੂੰ ਪਸੰਦ ਨਹੀਂ ਸੀ। ਮੈਂ ਪਹਿਲਾਂ ਸੋਚ ਲੂੰਗਾ 100 ਵਾਰ, ਪਰ ਜੇ ਮੈਂ ਕਰ ਲਈ ਤਾਂ ਮੇਰੀ ਪਸੰਦ ਆ। ਤੇ ਉਹਦੇ 'ਚ ਫਿਰ ਮੈਂ ਇਹ ਵੀ ਨਹੀਂ ਪਰਵਾਹ ਕਰਦਾ ਕਿ ਇਹਦੇ 'ਚ ਕਿਹੜਾ ਬੰਦਾ ਕੀ ਰੋਲ ਪਲੇ ਕਰ ਰਿਹਾ। ਮੈਨੂੰ ਐਂ ਹੁੰਦਾ ਜੇ ਨਹੀਂ ਕਰ ਰਿਹਾ ਆਪਦਾ ਕੰਮ, ਕੋਈ ਨਹੀਂ ਮੈਂ ਕਰ ਦਿੰਦਾ ਇਹਦਾ। ਸੋ ਉਹ ਫਿਰ ਮੇਰਾ ਹਿੱਸਾ ਬਣ ਜਾਂਦੀ ਆ। ਸੋ ਇਸ ਕਰਕੇ ਮੇਰੀ ਹੈਪੀਨੈਸ ਜੋ ਮੈਂ ਚਾਹੁੰਦਾ ਜਦੋਂ ਉਹ ਕਰਦਾ ਉਹੀ ਹੈ। ਡੂ ਯੂ ਰੀਅਲੀ ਥਿੰਕ ਕਿ ਜਿਸ ਹਿਸਾਬ ਦਾ ਟੈਲੈਂਟ ਹੈਗਾ ਆਪਣੇ ਕੋਲੇ, ਉਹਨਾਂ ਨੂੰ ਉਹਨਾਂ ਪਲੇਟਫਾਰਮ ਹਾਈ ਮਿਲ ਰਿਹਾ? ਨਹੀਂ, ਇੱਦਾਂ ਤੇ ਸੱਚ ਹੀ ਹੈ। ਇਹ ਪੰਜਾਬ 'ਚ ਜਿੰਨਾ ਟੈਲੈਂਟ ਆ ਪੂਰੀ ਦੁਨੀਆ 'ਚ ਕਿਤੇ ਨਹੀਂ ਹੋਣਾ, ਪਰ ਉਹਨਾਂ ਨੂੰ ਵਿਚਾਰਿਆਂ ਨੂੰ ਰਾਹ ਹੀ ਨਹੀਂ ਦਿਖਾਉਂਦਾ ਕੋਈ। ਇੰਡਸਟਰੀ ਛੋਟੀ ਆ, ਅੱਧਾ ਪੰਜਾਬ ਬਾਹਰ ਚਲਾ ਗਿਆ, ਅੱਧਾ ਕੀ 70% ਬਾਹਰ ਚਲਾ ਗਿਆ, ਜਿਹੜਾ 30% ਇੱਥੇ ਰਹਿ ਗਿਆ ਉਹਨਾਂ ਨੂੰ ਲੋਕੀ ਗੁੰਮਰਾਹ ਕਰ ਦਿੰਦੇ ਨੇ। ਕਦੇ ਕੋਈ ਠੱਗ ਲੈਂਦਾ, ਕਦੇ ਕੋਈ ਠੱਗ ਲੈਂਦਾ। ਜਿਨ੍ਹਾਂ ਵਿਚਾਰਿਆਂ ਕੋਲ ਜ਼ਮੀਨਾਂ ਹੈਗੀਆਂ ਨੇ ਉਹ ਵੇਚ ਕੇ ਜਾਂ ਕਿਤੋਂ ਪੈਸੇ ਲੈ ਕੇ ਇਸ ਇੰਡਸਟਰੀ 'ਚ ਐਂਟਰ ਕਰਦੇ ਨੇ, ਉਹਨਾਂ ਨੂੰ ਗਾਂ ਬੰਦੇ ਨਹੀਂ ਚੰਗੇ ਟੱਕਰਦੇ, ਕਿਉਂਕਿ ਰਾਹ ਨਹੀਂ ਨਾ ਮਿਲਦਾ। ਜੇ ਰਾਹ ਦਿਖਾਇਆ ਜਾਊਗਾ ਉਹ ਤਾਂ ਇਮਾਨਦਾਰੀ ਹੋ ਗਈ, ਤੇ ਇਮਾਨਦਾਰੀ ਅੱਜ ਦੇ ਟਾਈਮ 'ਚ ਕਿੱਥੇ ਲੱਭਦੀ? ਮਾਂ ਦੀਆਂ ਦੁਆਵਾਂ ਨੇ, ਤੁਹਾਡੀ ਮਿਹਨਤ ਹੈ, ਠੀਕ ਹੈ, ਬਟ ਫਿਰ ਵੀ ਜੇ ਰਾਹ ਦਿਖਾਉਣ ਵਾਲੀ ਜਾਂ ਹੱਥ ਫੜਨ ਵਾਲੀ ਗੱਲ ਕਰੀਏ, ਤੁਹਾਡਾ ਹੈਗਾ ਕੋਈ ਇਹੋ ਜਿਹਾ ਜਿਸਨੇ ਹੱਥ ਫੜ ਕੇ? 100% ਮੈਂ ਕਹਿੰਦਾ ਮੈਂ ਕਿਸਮਤ ਵਾਲਾ। ਮੈਂ ਹਮੇਸ਼ਾ ਹਰ ਇੰਟਰਵਿਊ 'ਚ ਹੀ ਕਹਿੰਦਾ ਕਿ ਅਰਵਿੰਦਰ ਖਹਿਰਾ ਭਾਜੀ ਸੀਗੇ ਹਨਾ, ਉਹ ਇਸ ਇੰਡਸਟਰੀ ਦੇ ਵਿੱਚ ਆਲਰੇਡੀ ਬਹੁਤ ਵੱਡੇ ਡਾਇਰੈਕਟਰ ਨੇ ਹਨਾ। ਉਹਨਾਂ ਦੇ ਨਾਲ ਕਿੱਦਾਂ ਨਹੀਂ ਗੂੜੀ ਸਾਂਝ ਪੈ ਗਈ ਤੁਹਾਡੀ? ਮੇਰਾ ਇੱਕ ਦੋਸਤ ਸੀ ਅਮਨਾ, ਜਿਹਦੇ ਕਰਕੇ ਮੈਂ ਇੱਥੇ ਆਇਆ ਚੰਡੀਗੜ੍ਹ। ਉਸ ਬੰਦੇ ਨੇ ਬੁਲਾਇਆ ਸੀ ਹਨਾ, ਤੇ ਉੱਥੋਂ ਜੱਸੀ ਗਿੱਲ ਵੀਰਾ ਮਿਲਿਆ ਸੀ ਮੈਨੂੰ। ਜੱਸੀ ਗਿੱਲ ਵੀਰੇ ਨੇ ਪਹਿਲੀ ਵਾਰੀ ਫੋਨ ਕੀਤਾ ਸੀ ਇਹਨਾਂ ਨੂੰ ਕਿ ਯਾਰ ਆਹ ਮੁੰਡਾ ਆ, ਇਹਨੂੰ ਮਾੜਾ ਜਿਹਾ ਰੱਖ ਲਓ। ਤੇ ਮੈਂ ਭਾਜੀ ਦੀ ਟੀਮ 'ਚ ਐਜ਼ ਐਨ ਡਾਇਰੈਕਟਰ ਦੀ ਟੀਮ ਦੇ ਵਿੱਚ ਸੀਗਾ, ਉਹਨਾਂ ਦੀ ਟੀਮ 'ਚ। ਉਹਨਾਂ ਦਾ ਸੁਭਾਅ ਬਹੁਤ ਵਧੀਆ, ਉਹ ਹਰ ਬੰਦੇ ਦੀ ਮਦਦ ਕਰਦੇ ਆ।
ਜੇ ਉਹ ਬੰਦਾ ਅੱਜ ਕਿਸੇ ਪੋਜੀਸ਼ਨ ਤੇ ਹੈਗਾ ਆ, ਉਹ ਇੱਕ ਕੰਪਨੀ ਦੇ ਓਨਰ ਨੇ ਹਨਾ, ਉਹ ਤੇ ਜਾਨੀ ਵੀਰਾ ਉਹ ਹੈਗੇ ਨੇ, ਤੇ ਉਹਦੇ ਪਿੱਛੇ ਇਹ ਨਹੀਂ ਆ ਉਹਨਾਂ ਦੀ ਮਿਹਨਤ ਆ ਇਕੱਲੀ। ਤੁਹਾਡੀ ਮਿਹਨਤ ਕਰਕੇ ਰੱਬ ਤੁਹਾਨੂੰ ਬਾਅਦ ਚ ਦੇ ਦੂਗਾ, ਪਰ ਜੇ ਤੁਸੀਂ ਇਨਸਾਨ ਨਹੀਂ ਵਧੀਆ ਫਿਰ ਨਹੀਂ ਮਿਲਦਾ ਤੁਹਾਨੂੰ। ਉਹ ਇਨਸਾਨ ਬਹੁਤ ਵਧੀਆ ਤੇ ਬੜੇ ਕਲਾਕਾਰ ਨੇ ਅੱਜ, ਭਾਵੇਂ ਉਹ ਨਾ ਕਹਿਣ, ਮੇਰੀਆਂ ਅੱਖੀਂ ਦੇਖਿਆ ਕਿ ਜੇ ਭਾਜੀ ਉਹਨਾਂ ਦੀ ਜ਼ਿੰਦਗੀ 'ਚ ਨਾ ਹੁੰਦੇ ਤਾਂ ਅੱਜ ਉਹ ਕਿਤੇ ਵੀ ਨਹੀਂ ਹੋਣੇ ਸੀ। ਸੋ ਉਹ ਚੰਗੇ ਇਨਸਾਨ ਨੇ। ਸੋ ਉਹਨਾਂ ਦੇ ਨਾਲ ਮੈਂ ਉਦੋਂ ਜੁੜਿਆ ਸੀ ਸੋਚ ਗਾਣੇ ਦੇ ਵਿੱਚ। ਸੋ ਸੋਚ ਗਾਣੇ ਦੀ ਸ਼ੁਰੂਆਤ ਮੇਰੇ ਤੋਂ ਹੁੰਦੀ ਹੈ, ਕਿਉਂਕਿ ਉੱਥੇ ਜਿਹੜਾ ਮੁੰਡਾ ਆਉਣਾ ਸੀ ਉਹ ਨਹੀਂ ਆਇਆ ਹਨਾ। ਮੈਨੂੰ ਮੌਕੇ ਤੇ ਕਹਿੰਦੇ ਤੂੰ ਕਰ ਦੇ, ਮੈਂ ਕਿਹਾ ਜੀ ਠੀਕ ਹੈ। ਸੋ ਮੈਂ ਕੀਤੀ ਮੇਕਿੰਗ ਤੋਂ, ਮੈਂ ਉਹਨਾਂ ਦੇ ਨਾਲ ਜੁੜਿਆ ਸੀ, ਮੈਂ ਮੇਕਿੰਗ ਕੀਤੀ। ਇੱਕ ਮਨਿੰਦਰ ਬੁੱਟਰ ਦਾ ਗਾਣਾ ਸੀ ਯਾਰੀ ਬੜੀ ਸੌਖੀ ਤੋੜ ਗਈ, ਉਹਦੀ ਮੇਕਿੰਗ ਕੀਤੀ ਮੈਂ ਪਹਿਲਾਂ। ਉਹ ਆਪ ਹੀ ਕੈਮਰੇ ਤੇ ਬਣਾ ਕੇ ਐਡਿਟ ਕਰਕੇ ਉਹਨਾਂ ਨੂੰ ਦਿੱਤੀ। ਫਿਰ ਉਹਨਾਂ ਨੇ ਮੈਨੂੰ ਸੋਚ 'ਚ ਵੀ ਰੱਖਿਆ ਸੀ ਨਾਲ, ਮੈਂ ਉਹਨਾਂ ਦੇ ਨਾਲ ਜੁੜਿਆ। ਫਿਰ ਉਹਨਾਂ ਨੂੰ ਮੈਨੂੰ ਕਹਿੰਦੇ ਯਾਰ ਤੂੰ ਨਾ ਕੈਮਰੇ ਦੇ ਪਿੱਛੇ ਰਹਿਣ ਵਾਲਾ ਬੰਦਾ ਰਹੇਗਾ, ਤੂੰ ਅੱਗੇ ਆਉਣ ਵਾਲਾ ਤੇ ਤੂੰ ਕੀ ਕਰ ਸਕਦਾ। ਮੈਂ ਕਿਹਾ ਜੀ ਤੁਸੀਂ ਜੋ ਮਰਜ਼ੀ ਕਰਾ ਲਓ। ਫਿਰ ਉਹਨਾਂ ਦਾ ਹੀ ਆਈਡੀਆ ਸੀ ਕਿ ਆਹ ਸ਼ੋਅ ਬਣਾਉਂਦੇ ਆ ਜੀ। ਉਹਨਾਂ ਨੇ ਕੈਮਰਾ ਦਿੱਤਾ, ਉਹਨਾਂ ਨੇ ਕਿਹਾ ਆਹ ਬੋਲ। ਸੋ ਮੈਂ ਇਹ ਗੱਲ ਕਿੱਦਾਂ ਭੁੱਲ ਸਕਦਾ, ਜਦ ਮੈਂ ਸੋਚਿਆ ਹੋਵੇ ਕਿ ਮੈਂ ਆਹ ਕਰਨਾ, ਉਹਨਾਂ ਨੇ ਕਿਹਾ। ਫਿਰ ਜਦੋਂ ਉਹਨਾਂ ਨੇ ਕਿਹਾ ਤੇ ਉਹਦਾ ਹੱਕਦਾਰ ਨੇ ਉਹ। ਸੋ ਮੈਂ ਜੇ ਉਹ ਨਾ ਕਹਿੰਦੇ ਸ਼ਾਇਦ ਮੈਂ ਇੱਥੇ ਨਾ ਬੈਠਾ ਹੁੰਦਾ ਜੀ। ਸੋ ਉਹਨਾਂ ਨੇ ਕਿਹਾ ਸੀ, ਇਸ ਕਰਕੇ ਮੈਂ ਉਹਨਾਂ ਦਾ ਇਹ ਅਹਿਸਾਨ ਆ ਮੇਰੀ ਜ਼ਿੰਦਗੀ 'ਚ ਤੇ ਸਾਰੀ ਜ਼ਿੰਦਗੀ ਰਹੂਗਾ। ਇਹ ਨਾ ਪੈਸਿਆਂ ਨਾਲ ਤੋਲਿਆ ਜਾ ਸਕਦਾ, ਨਾ ਕਿਸੇ ਹੋਰ ਚੀਜ਼ ਨਾਲ, ਕਿਉਂਕਿ ਉਹਨਾਂ ਦੇ ਕਰਕੇ ਹੀ ਹੈ। ਤੇ ਕੀ ਇੱਦਾਂ ਕਿਹਾ ਜਾ ਸਕਦਾ ਜਾਂ ਸੋਚਿਆ ਜਾ ਸਕਦਾ ਹੈ ਵੀ ਹੁਣ ਐਕਟਿੰਗ ਤੋਂ ਬਾਅਦ ਕੈਮਰਾ ਵੀ ਫੜਨ ਵਾਲੇ ਹੋ, ਮੈਂ ਡਾਇਰੈਕਸ਼ਨ 'ਚ ਜਾਣ ਦਾ ਵੀ ਪਲਾਨ? 100% ਕਰੂੰਗਾ ਮੈਂ। ਅੱਛਾ ਹਾਂ, ਮੈਂ ਆਪਣੀ ਫਿਲਮ ਆਪ ਲਿਖੂੰਗਾ, ਆਪ ਐਕਟ ਕਰੂੰਗਾ, ਆਪ ਡਾਇਰੈਕਟ ਕਰੂੰਗਾ। ਐਦਾਂ ਕਿਉਂ? ਕਿਉਂਕਿ ਮੈਨੂੰ ਇੱਦਾਂ ਲੱਗਦਾ ਜਿਹੜੀ ਵਿਜ਼ਨ ਨਾਲ ਮੈਂ ਸੋਚਦਾ ਸ਼ਾਇਦ ਉੱਦਾਂ ਕੋਈ ਸੋਚਦਾ ਨਹੀਂ ਹੋ ਸਕਦਾ। ਮੈਂ ਕੱਲ ਨੂੰ ਗਲਤ ਹੋਵਾਂ ਤੇ ਮੈਂ ਆਪਦੇ ਆਪ ਨੂੰ ਚੈੱਕ ਤਾਂ ਕਰ ਲਾਂ ਕਿ ਮੇਰੀ ਕਿੰਨੀ ਕੁ ਔਕਾਤ ਆ। ਹੁਣ ਮੈਂ ਕਹਿ ਦਿੰਦਾ ਕਿ ਆਹ ਕਨਸੈਪਟ ਮੈਂ ਚੁਣਿਆ, ਉਹਨੂੰ ਡਾਇਰੈਕਟਰ ਬਣਾ ਦਿੰਦਾ, ਰਾਈਟਰ ਲਿਖ ਦਿੰਦਾ। ਤੇ ਮੇਰੇ ਕੋਲ ਤਾਂ ਇੱਦਾਂ ਦੇ ਪਤਾ ਨਹੀਂ ਕਿੰਨੇ ਕੁ ਆਈਡੀਆ। ਮੈਂ ਸਾਰੀ ਦਿਹਾੜੀ ਕੰਮ ਦੀ ਗੱਲ ਹੀ ਸੋਚਦਾ ਰਹਿੰਦਾ ਕਿ ਜਿਹੜੀ ਚੀਜ਼ ਮੈਂ ਸੋਚਦਾ ਮੈਂ ਚਾਹੁੰਦਾ ਮੈਂ ਇੱਦਾਂ ਹੀ ਬਣਾਵਾਂ, ਤੇ ਉਹ ਹੋ ਸਕਦਾ ਕੋਈ ਹੋਰ ਡਾਇਰੈਕਟਰ ਨਾ ਵਿਜ਼ਨ ਕਰ ਸਕੇ। ਸੋ ਮੈਂ ਬਣਾਉਂਗਾ, ਆਪ ਹੀ ਪੈਸੇ ਲਾਉਂਗਾ ਉਹਦੇ 'ਚ, ਕਿਸੇ ਦੇ ਪੈਸੇ ਲਵਾ ਕੇ ਮੈਂ ਰਿਸਕ ਤੇ ਨਹੀਂ ਲੈ ਕੇ ਜਾਂਦਾ। ਅੱਛਾ, ਪ੍ਰੋਡਿਊਸਰ ਵੀ ਆਪ ਹੀ ਬਣੂਗਾ। ਤੇ ਪੂਰੀ ਕੀ ਹੁਣ ਕੰਤਾਰਾ ਦੇਖੀ ਤੁਸੀਂ, ਰਿਸ਼ਭ ਸ਼ੈਟੀ ਆਪ ਹੀ ਐਕਟਰ ਨੇ, ਆਪ ਹੀ ਡਾਇਰੈਕਟਰ, ਆਪ ਹੀ ਰਾਈਟਰ। ਸੋ ਦੌਰ ਹੀ ਇਹ ਆ, ਹੁਣ ਦੌਰ ਹੀ ਹੈ। ਬਿਲਕੁਲ ਸਹੀ ਗੱਲ ਹੈ। ਅੱਛਾ, ਹੁਣ ਜੇ ਚੋਬਰ ਦੀ ਗੱਲ ਕੀਤੀ ਜਾਵੇ, ਲਾਸਟ ਐਂਡ ਲੀਸਟ, ਸੋ ਕਿਹੜੇ ਸੀਨ ਦੇ ਵਿੱਚ ਮਤਲਬ ਬਹੁਤ ਟਾਈਮ ਕੰਜ਼ਿਊਮਿੰਗ ਰਿਹਾ? ਕਿਹੜਾ ਸੀਨ ਔਨ ਕੈਮਰਾ ਸਟੰਟ ਕਰਨਾ, ਆਈ ਮੀਨ ਕਿੰਨਾ ਰੈਪੀਟੇਟਿਵਲੀ? ਸ਼ੂਟਿੰਗ 'ਚ ਸਭ ਤੋਂ ਔਖਾ ਕੰਮ ਹੁੰਦਾ ਜਦੋਂ ਤੁਸੀਂ ਚੇਸਿੰਗ, ਜਦੋਂ ਮੋਟਰਸਾਈਕਲ ਭਜਾਉਣਾ ਨਾ, ਉਹ 1 ਸਕਿੰਟ 'ਚ ਲੰਘ ਜਾਂਦਾ, ਪਰ ਉਹਨੂੰ ਸ਼ੂਟ ਕਰਨਾ ਬਹੁਤ ਔਖਾ। ਅੱਛਾ, ਉਹਦੇ ਲਈ 2 ਬੰਦੇ ਪਹਿਲਾਂ ਲੱਗ ਗਏ, ਦੂਜੀ ਗੱਡੀ ਦੇ ਵਿੱਚ ਜਾਂ ਬਾਈਕ ਦੇ ਵਿੱਚ ਇੱਕ ਕੈਮਰਾ ਲੈ ਕੇ ਬੈਠੇ ਹੋਣਗੇ, 2 ਬੰਦੇ ਅਗਲੀ ਗੱਡੀ 'ਚ ਹੋਣਗੇ, 2 ਬੰਦੇ ਪਿਛਲੀ ਗੱਡੀ 'ਚ ਹੋਣਗੇ। ਉਹ ਮੁੱਕ ਤਾਂ 5 ਸਕਿੰਟ 'ਚ ਜਾਂਦਾ ਹੈ, ਪਰ ਉਹਨੂੰ ਕਰਦੇ ਕਰਦੇ ਮੈਨੂੰ ਪਤਾ ਕਿੰਨੀ ਵਾਹ ਲੱਗ ਜਾਂਦੀ। ਰਾਈਟ, ਕੋਈ ਸੀਨ ਕਰਦੇ ਆ ਉਹ ਤੁਹਾਡਾ ਐ ਨਿਬੜ ਜੂਗਾ, ਪਰ ਜੇ ਤੁਹਾਡਾ ਕਿਤੇ ਇਦਾਂ ਦਾ ਕੋਈ ਐਕਸ਼ਨ ਸੀਕੁਐਂਸ ਆ, ਇਹ ਦੇਖਣ ਨੂੰ ਇੰਨਾ ਘੈਂਟ ਲੱਗਦਾ, ਬੰਦਾ ਉੱਡ ਗਿਆ, ਉਹ ਉਡਾਉਣ ਲੱਗੇ ਸਾਰਾ ਦਿਨ ਲੱਗ ਜਾਂਦਾ। ਉਹ ਬਹੁਤ ਹੈਕਟਿਕ ਹੁੰਦਾ। ਉਹ ਜੇ ਕਿਹੜਾ ਇਮੋਸ਼ਨ ਸਕਰੀਨ ਤੇ ਰੱਖਣਾ ਥੋੜਾ ਡਿਫਿਕਲਟ ਜਾਂ ਚੈਲੰਜਿੰਗ ਹੈ? ਮੈਨੂੰ ਲੱਗਦਾ ਹਲੇ ਤਾਂ ਮੈਨੂੰ ਕੁਛ ਇੱਦਾਂ ਦਾ ਲੱਗਿਆ ਨਹੀਂ ਕਿ ਆਹ ਬੜਾ ਔਖਾ, ਕਿਉਂਕਿ ਇਹਦੇ 'ਚ ਇੱਕ ਇਮੋਸ਼ਨਲ ਸੀਨ ਆ ਚੋਬਰ 'ਚ, ਮਾਂ ਦੇ ਨਾਲ। ਬੈਸਟ ਸੀਨ ਲੱਗਦਾ ਮੈਨੂੰ ਆਪਣਾ ਹਲੇ ਤੱਕ। ਉਹ ਜਦੋਂ ਆਊਗਾ ਤੁਸੀਂ ਦੇਖਿਓ। ਉਹ ਹੋਰ ਬਾਕੀ ਮੈਨੂੰ ਨਹੀਂ ਲੱਗਦਾ ਕੋਈ ਇੱਦਾਂ ਦਾ ਇਮੋਸ਼ਨ ਸੀ ਜਿਹੜਾ ਇਸ ਫਿਲਮ 'ਚ ਮੈਨੂੰ ਔਖਾ ਲੱਗਿਆ ਕਿ ਇਹ ਕਿੱਦਾਂ ਕਰੂੰਗਾ। ਬੜੀ ਵੇਰੀਏਸ਼ਨ ਆ, ਤੁਹਾਨੂੰ ਐਂ ਲੱਗਣਾ ਇੱਕ ਹੀ ਬੰਦਾ ਹੈ। ਟ੍ਰੇਲਰ ਆਉਣਾ ਦੂਸਰਾ, ਤੁਸੀਂ ਉਸ 'ਚ ਦੇਖਿਓ, ਤੁਹਾਨੂੰ 4-5 ਬੰਦੇ ਦਿਖਣੇ, ਹੈਗਾ ਤਾਂ ਮੈਂ ਹੀ ਆ ਉਹ, 4-5 ਦਿਖਣੇ, ਤੁਹਾਨੂੰ ਐਂ ਲੱਗਣਾ ਹੀ ਨਹੀਂ ਕਿ ਇਹ ਸੇਮ ਹੀ ਮੁੰਡਾ ਹੈ। ਹਾਂ, ਕੋਈ ਕੰਪਲੇਂਟ ਵੀ ਕਰ ਰਿਹਾ ਸੀ, ਮਤਲਬ ਕੰਪਲੇਂਟ ਤਾਂ ਨਹੀਂ ਬਟ ਕਹਿ ਰਹੇ ਸੀਗੇ ਵੀ ਦੂਜਾ ਪਾਰਟ ਨਹੀਂ ਆਇਆ ਹਜੇ ਟ੍ਰੇਲਰ ਦਾ, ਨਾ ਕੋਈ ਗਾਣਾ ਆਇਆ ਹੈ। ਏਦਾਂ ਕਿਵੇਂ ਹੈ? ਗਾਣੇ ਹੈਗੇ ਵੀ ਹੈ ਕਿ ਨਹੀਂ ਹੈਗੇ? 2 ਗਾਣੇ ਨੇ ਫਿਲਮ 'ਚ। 2 ਹੀ ਗਾਣੇ ਨੇ। ਉਹ ਵੀ ਮਤਲਬ ਰੱਖ ਲਏ, ਪਰ ਮੈਂ ਕੋਸ਼ਿਸ਼ ਕਰੂੰਗਾ ਆਉਣ ਵਾਲੇ ਥੋੜੇ ਟਾਈਮ ਤੱਕ ਕਿ ਮੇਰੀ ਫਿਲਮ 'ਚ ਗਾਣੇ ਨਾ ਹੋਇਆ ਕਰਨੇ ਆ। ਗਾਣੇ ਨਾ ਤੁਹਾਡੀ ਫਿਲਮ ਖਰਾਬ ਕਰਦੇ ਆ। ਤੁਸੀਂ ਗਾਣੇ ਕਿਉਂ ਰੱਖਦੇ ਆ? ਲੋਕ ਸੁਣ ਲੈਣ, ਲੋਕੀ ਫਿਲਮ ਦੇਖਣ ਜਾਣ। ਤੁਹਾਡੀ ਫਿਲਮ 'ਚ ਦਮ ਹੋਵੇ ਨਾ, ਲੋਕ ਤੁਹਾਡੇ ਪੋਸਟਰ ਤੋਂ ਫਿਲਮ ਦੇਖਣ ਜਾਣ, ਇੰਨਾ ਦਮ ਰੱਖੋ। ਜੇ ਤੁਸੀਂ ਇਹ ਨਹੀਂ ਕਰ ਸਕਦੇ ਫਿਰ ਕੀ ਫਾਇਦਾ? ਹੁਣ ਜਦੋਂ ਹਾਲੀਵੁੱਡ ਦੀ ਫਿਲਮ ਆਉਂਦੀ ਹੈ, ਮੈਨੂੰ ਲੱਗਦਾ 70% ਦੁਨੀਆ ਨੇ ਟ੍ਰੇਲਰ ਵੀ ਦੇਖਿਆ ਨਹੀਂ ਹੁੰਦਾ ਕੀ ਹੈ ਨਾ, ਦੇਖਣ ਜਾਂਦੇ ਹੀ ਹੋ। ਸੋ ਪੰਜਾਬੀ ਸਿਨੇਮਾ ਵੀ ਉੱਦਾਂ ਕਰ ਸਕਦਾ ਯਾਰ। ਤੁਸੀਂ ਲੋਕਾਂ ਨੂੰ ਆਦਤ ਪਾਈ ਹੋਈ ਆ ਟ੍ਰੇਲਰ, ਗਾਣੇ, ਲੋਕੀ ਕਹਿਣਗੇ ਵਧੀਆ ਆ ਫੇਰ ਜਾਵਾਂਗੇ। ਤੁਸੀਂ ਕੰਮ ਇੰਨਾ ਵਧੀਆ ਕਰੋ ਲੋਕੀ ਤੁਹਾਡੇ ਤੇ ਭਰੋਸਾ ਕਰਨ। ਜੇ ਲੋਕੀ ਤੁਹਾਡੇ ਤੇ ਭਰੋਸਾ ਕਰਨਗੇ ਫਿਰ ਜਾਣਗੇ। ਬਿਲਕੁਲ, ਮੈਨੂੰ ਤੁਹਾਡੀ ਗੱਲ ਤੋਂ ਹੀ ਯਾਦ ਆ ਕਿ ਕਈ ਵਾਰ ਫਿਲਮ ਦੇਖਣ ਜਾਈਦਾ ਤੇ ਹਜੇ ਦੇਖਣੀ ਸ਼ੁਰੂ ਕਰਦੇ ਆ ਗਾਣਾ, ਫਿਰ ਆਪਸ 'ਚ ਸਟੇਟਮੈਂਟ ਐਕਸਚੇਂਜ ਹੁੰਦੀ ਆ, ਯਾਰ ਫੇਰ ਗਾਣਾ ਆ ਗਿਆ, ਯਾਰ ਬਿਨਾਂ ਮਤਲਬ ਦੇ ਗਾਣੇ ਪਾਏ ਹੋਏ ਨੇ ਯਾਰ। ਸੋ ਮੈਂ ਕੋਸ਼ਿਸ਼ ਕਰਦਾ ਕਿ ਨਾ ਹੋਵੇ। ਨਹੀਂ, ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ। ਸਬਜੈਕਟ ਹੀ ਬਹੁਤ ਸੋਲਿਡ ਹੋਏਗਾ ਤੇ ਉੱਥੇ ਫਿਲਰਸ ਦੀ ਜ਼ਰੂਰਤ ਹੀ ਨਹੀਂ ਪਏਗੀ। ਬੇਸਿਕਲੀ ਤਾਂ ਉਹ ਫਿਲਰਸ ਹੀ ਹੈ। ਹਾਂ, ਸੋ ਦਿਸ ਇਜ਼ ਗੁੱਡ। ਸੋ ਅੱਛਾ ਲੱਗਿਆ ਕਿ ਤੁਹਾਡੀ ਫਿਲਮਾਂ ਦੇ ਜ਼ਰੀਏ ਨਿਊ ਚੀਜ਼ਾਂ ਜਿਹੜੀਆਂ ਨੇ ਉਹ ਐਕਸਪੈਰੀਮੈਂਟ ਹੋ ਰਹੀਆਂ ਨੇ ਔਰ ਐਕਸੈਪਟੈਂਸ ਵੀ ਹੋ ਰਹੀ ਹੈ। ਸੋ ਹਾਂ, ਲੋਕੀ ਫਿਲਮ ਦੇਖਣ ਜਾਣ। ਮੈਂ ਤਾਂ ਇਹ ਸੋਚਦਾ
ਕਿ ਦੇਖਣ ਜਾਣ ਮੇਰੀਆਂ ਗੱਲਾਂ ਤਾਂ ਹੀ ਸਹੀ ਹੋਣਗੀਆਂ, ਜੋ ਵੀ ਮੈਂ ਕਰਦਾ, ਜੋ ਵੀ ਮੈਂ ਕਹਿਣਾ ਉਹ ਤਾਂ ਹੀ ਸਹੀ ਸਿਰੇ ਚੜ੍ਹਨਗੀਆਂ ਜੇ ਸਾਰੇ ਲੋਕ ਫਿਲਮ ਦੇਖਣ ਜਾਣਗੇ। ਜੀ ਬਿਲਕੁਲ, ਔਰ ਤੁਹਾਨੂੰ ਹਮੇਸ਼ਾ ਬਹੁਤ ਜ਼ਿਆਦਾ ਸਪੋਰਟ ਕਰਨਾ ਵੀ ਪੈਣਾ ਹੈ, ਕਿਉਂਕਿ ਹੁਣ ਇੱਕ ਐਕਟਰ ਤੋਂ ਬਾਅਦ ਹੁਣ ਪ੍ਰੋਡਿਊਸਰ ਵੀ ਮਿਲੇਗਾ, ਡਾਇਰੈਕਟਰ ਵੀ ਮਿਲੇਗਾ, ਰਾਈਟਰ ਵੀ ਮਿਲੇਗਾ, ਐਂਡ ਉਹ ਵੀ ਇਹਨਾਂ ਦੇ ਰੂਪ ਦੇ ਵਿੱਚ ਹੀ। ਸੋ ਆਲ ਦਾ ਵੈਰੀ ਬੈਸਟ ਜੇ, ਐਂਡ ਬਹੁਤ ਵਧੀਆ ਲੱਗਿਆ। ਥੈਂਕ ਯੂ ਸੋ ਮਚ। ਥੈਂਕ ਯੂ। ਸੋ ਮੈਂ ਤਾਂ ਬਹੁਤ ਇੰਜੋਏ ਕੀਤੀਆਂ ਗੱਲਾਂ ਬਾਤਾਂ, ਇੰਟਰਵਿਊ ਤਾਂ ਕਾਹਦਾ ਹੀ ਸੀਗਾ, ਗੱਲਾਂ ਹੀ ਸੀਗੀਆਂ। ਜੇ ਤੁਸੀਂ ਇੰਜੋਏ ਕੀਤੀਆਂ ਨੇ ਤੇ ਤੁਹਾਨੂੰ ਦੱਸਣਾ ਪਏਗਾ ਕਿ ਤੁਹਾਨੂੰ ਕਿਹੋ ਜਿਹਾ ਲੱਗਿਆ ਇਹ ਇੰਟਰਵਿਊ, ਇਹ ਸ਼ੋ। ਸੋ ਫਿਲਹਾਲ ਦੇ ਲਈ ਆਪਣਾ ਤੇ ਆਪਣਿਆਂ ਦਾ ਰੱਖੋ ਖਿਆਲ, ਸਟੇ ਪੋਜ਼ਿਟਿਵ, ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।